ਸਵਾਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਹਰ ਰੋਜ਼ ਦੀ ਤਰ੍ਹਾਂ ਅਸੀਂ ਆਪਣੇ ਸਮੇਂ ਮੁਤਾਬਕ ਆ ਜਾਈਦਾ ਖਬਰਾਂ ਸੁਣਾਉਣ ਦੇ ਲਈ ਕਹਿ ਲਓ ਜਾਂ ਗੱਲਾਂ ਬਾਤਾਂ ਕਰਨ ਦੇ ਲਈ ਕਹਿ ਲਓ। ਤੇ ਅੱਜ ਵੀ ਹੁਣ ਤੱਕ ਦੀਆਂ ਜੋ ਗੱਲਾਂ ਬਾਤਾਂ ਨੇ ਜੀ ਆਪ ਦੀ ਨਾਲ ਸਾਂਝੀਆਂ ਕਰਾਂਗੇ। ਇੱਕ ਤਾਂ ਦੁਬਾਰਾ ਤੋਂ ਜਿਹੜਾ ਕਿਸਾਨ ਅੰਦੋਲਨ ਹੈ, ਕਹਿੰਦੇ ਵੀ ਉਹਦੀ ਸ਼ੁਰੂਆਤ ਹੋ ਗਈ, ਉਹ ਹੁਣ ਕਿਸਾਨ ਅੰਦੋਲਨ ਹੈ ਜਾਂ ਫਿਰ ਇੱਕ ਧਰਨਾ ਪ੍ਰਦਰਸ਼ਨ ਹੈ, ਜੋ ਵੀ ਹੈ ਇੱਕ ਅੱਧੇ ਦਿਨ ਤੱਕ ਪਤਾ ਲੱਗ ਜਾਏਗਾ। ਦੂਸਰੇ ਪਾਸੇ ਪਾਣੀ ਨੂੰ ਬਚਾਉਣ ਦੀ ਗੱਲ ਕਿਸਾਨ ਭਾਈਚਾਰੇ ਵੱਲੋਂ ਵੀ ਕਹੀ ਜਾ ਰਹੀ ਹੈ, ਸਰਕਾਰ ਵੀ ਕਹਿ ਰਹੀ ਹੈ, ਪਰ ਰੇੜਕਾ ਕਿੱਥੇ ਉਹਦਾ ਜ਼ਿਕਰ ਵੀ ਕਰ ਲਵਾਂਗੇ। ਫਿਰ ਇਸ ਤੋਂ ਇਲਾਵਾ ਕੁਛ ਗੱਲਾਂ ਐਸੀਆਂ ਵੀ ਚੱਲੀਆਂ ਨੇ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਵੀ ਜਿਹੜੀ ਆਉਣ ਵਾਲੀ ਸਮੇਂ ਦੀ ਗੱਲਬਾਤ ਆ ਉਹ ਕਾਫੀ ਔਖੀਆਂ ਕਰ ਸਕਦੀ ਆਪਾਂ ਨੂੰ, ਖਾਸ ਕਰਕੇ ਪਾਣੀ ਵਾਲੇ ਪਾਸਿਓਂ। ਕੁਛ ਚੀਜ਼ਾਂ ਹੋਰ ਨੇ ਉਹਦੇ 'ਚ ਵੀ ਆਪਾਂ ਗੱਲਬਾਤ ਕਰਨੀ ਹੈ, ਕਿਉਂਕਿ ਸਿਆਸੀ ਖਬਰਾਂ ਦੇ ਨਾਲ ਨਾਲ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਵੀ ਰੌਲਾ, ਖਾਸ ਕਰਕੇ ਕਾਂਗਰਸ ਪਾਰਟੀ 'ਚ ਰੇੜਕਾ ਕਾਫੀ ਵਧਿਆ, ਉਹਦਾ ਜ਼ਿਕਰ ਵੀ ਕਰਨਾ ਬਣਦਾ। ਤੇ ਨਾਲ ਆਪਣੇ ਪਰਵੀਰ ਬਾਠ ਹੋਰੀ। ਬਾਠ ਸਾਹਿਬ ਕੀ ਹਾਲ ਨੇ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਾਲਕੋ। ਸਿਹਤਾਂ ਪੂਰੀਆਂ ਆਨੰਦ ਨੇ, ਠੀਕ ਹੈ ਜੀ। ਬਸ ਫਿਰ ਠੀਕ ਹੈ, ਹੋਰ ਕੀ ਚਾਹੀਦਾ ਫਿਰ? ਨਹੀਂ ਹੁਣ ਤਾਂ ਵਧੀਆ ਗਰਮੀ ਆ ਗਈ ਆ। ਆਹਾ, ਦੌੜੋ ਭੱਜੋ ਸੈਰਾਂ ਕਰੋ। ਆ ਜਦੋਂ ਤੁਸੀਂ ਇੱਦਾਂ ਕਹਿੰਦਾ ਗਰਮੀ ਆ ਗਈ, ਉਧਰ ਪੁੱਛ ਕੇ ਦੇਖੋ ਜਿਨ੍ਹਾਂ ਤੇ ਆਈ ਪਈ ਹੈ, ਉਹ ਕਹਿਣ ਡਿਆ ਵੀ ਗੁਰੂਓ ਗਰਮੀ ਆ ਗਈ। ਇਹੀ ਤੇ ਕਹਿਣ ਡਿਆ ਵੀ ਗਰਮੀ ਤੋਂ ਬਚਾਓ ਕਿਸੇ ਤਰ੍ਹਾਂ। ਮੈਂ ਤਾਂ ਕਿਹਾ ਨਾ ਕਿਉਂਕਿ ਉੱਥੇ ਵੀ ਕਹਿੰਦੇ ਜੀ ਟੈਂਪਰੇਚਰ ਥੋੜਾ ਜਿਹਾ ਥੱਲੇ ਨੂੰ ਆਇਆ ਸੀ ਪੂਰਕ। ਤੇ ਇਹਨਾਂ ਦੋ ਕੁ ਦਿਨਾਂ 'ਚ ਸੁਣ ਲੈਣਾ, ਬਾਅਦ 'ਚ ਤਾਂ ਕਿਸੇ ਨੇ ਸੁਣਨਾ ਨਹੀਂ। ਇਹ ਵੀ ਹੈ। ਚਲੋ ਖੈਰ, ਇਹ ਜਿਸ ਹਿਸਾਬ ਨਾਲ ਅਸੀਂ ਜ਼ਿਕਰ ਕਰਦੇ ਹਾਂ ਵੀ ਗਰਮੀ ਆ ਗਈ, ਇਹਦਾ ਮਤਲਬ ਇਹ ਹੈ ਕਿ ਵੀ ਇੱਧਰ ਵਾਲੇ ਪਾਸੇ ਉਹੋ ਹੀ 3-4 ਮਹੀਨੇ ਹੁੰਦੇ ਆ, ਕਹਿੰਦੇ ਕਿ ਵੀ ਜਿਹਦੇ ਨਾਲ ਮਾੜਾ ਮੋੜ ਸੂਰਜ ਦੀਦਾ, ਧੁੱਪ ਧੱਪ ਲੱਗਦੀ ਆ। ਇੱਧਰ ਉੱਧਰ ਜਿਹੜੇ ਕੋਈ ਬੂਟੇ ਪਤਾ ਲੱਗਦਾ ਵੀ ਯਾਰ ਇਹ ਸੱਚੀ ਬੂਟਾ, ਨਹੀਂ ਤਾਂ ਇੱਦਾਂ ਲੱਗਦਾ ਵੀ ਪਤਾ ਨਹੀਂ ਕਿਉਂ ਇਹ ਝਾੜੀ ਜੀ ਲਾ ਕੇ ਇਹਨਾਂ ਨੇ ਛੱਡੀ ਹੈ ਯਾਰ, ਇਹਨੂੰ ਕੋਈ ਪਤਾ ਪੁੱਤਾ ਤਾਂ ਲੱਗਦਾ ਨਹੀਂ। ਸੋ ਆਹ 2-3 ਮਹੀਨੇ ਉਹ ਨਿਕਲ ਕੇ ਪਤਾ ਲੱਗਦਾ ਵੀ ਅੱਛਾ ਇਹਦੇ ਪੱਤੇ ਇੱਦਾਂ ਦੇ, ਇਹਨੂੰ ਇਹੋ ਜਿਹਾ ਫੁੱਲ ਲੱਗਦਾ, ਆਹ ਰੁੱਖ ਇੱਦਾਂ ਦਾ। ਸੋ ਸਾਰਾ ਕੁਛ ਇੱਧਰ ਦੇਖਣ ਨੂੰ ਮਿਲ ਰਿਹਾ। ਪਰ ਦੂਸਰੇ ਪਾਸੇ ਗੱਲ ਇਹ ਆ WhatsApp ਵੀ ਜਿਹੜੀ ਗਰਮੀ ਆ ਉਹਨੇ ਵੱਟ ਕੱਢੇ ਪਏ ਆ, ਅਤੇ ਗਰਮੀ ਦੇ ਨਾਲ ਨਾਲ ਪਾਣੀ ਦੇ ਵੀ ਵੱਟ ਕਹਿੰਦੇ ਨਿਕਲੇ ਆ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਸਾਨੂੰ ਮੰਨ ਕੇ ਚੱਲਣੀ ਪਊ ਕਿ ਇਹਨਾਂ ਦੇਸ਼ਾਂ 'ਚ ਸਹੂਲਤਾਂ ਕੁਛ ਹੈਗੀਆਂ। ਸਹੂਲਤਾਂ ਹੈਗੀਆਂ ਤੇ ਇਹਦਾ ਮਤਲਬ ਇਹ ਨਹੀਂ ਕਿ ਇੱਥੇ ਮੁਸ਼ਕਲਾਂ ਨਹੀਂ ਹੈਗੀਆਂ। ਹੁਣ ਦੇਖੋ ਇਸ ਵੇਲੇ ਗਰਮੀ ਪੰਜਾਬ 'ਚ ਬਹੁਤ ਆ, ਸਿਖਰ ਦੀ ਹੈ। ਪਰ ਪੰਜਾਬ ਤੋਂ ਵੀ ਵੱਧ ਗਰਮੀ ਕਈ ਹੋਰਨਾਂ ਮੁਲਕਾਂ ਦੇ ਵਿੱਚ ਪੈਂਦੀ ਹੈ ਜਾਂ ਮੁਲਕ ਦੇ ਹੋਰਨਾਂ ਹਿੱਸਿਆਂ 'ਚ ਪੈਂਦੀ ਹੈ। ਦੂਸਰਾ, ਜੇ ਉਧਰਲੇ ਪਾਸੇ ਗਰਮੀ ਹੁੰਦੀ ਹੈ ਤਾਂ ਇੱਥੇ ਬਰਫ਼ ਕਈ ਹਿੱਸਿਆਂ ਦੇ ਵਿੱਚ ਕਹਿਰਦੀ ਹੁੰਦੀ ਹੈ। ਹੁਣ ਬੰਦਾ ਸਵੇਰੇ ਉੱਠਦਾ, ਸਭ ਤੋਂ ਪਹਿਲਾਂ ਉੱਠ ਕੇ ਦਾ ਬੇਲਚਾ ਚੱਕ ਕੇ ਤਾਂ ਬਰਫ਼ ਪਰੇ ਕਰਦਾ। -30 -40 ਬਾਹਰ ਵੀ ਕੰਮ ਚੱਲਦੇ, ਸੜਕਾਂ 'ਤੇ ਵੀ ਚੱਲਦੇ, ਖੇਤਾਂ 'ਚ ਵੀ ਚੱਲਦੇ, ਛੱਤਾਂ ਦੇ ਉੱਪਰ ਵੀ ਚੱਲਦੇ, ਪੈਂਦੀ ਬਰਫ਼ ਦੇ ਵਿੱਚ ਵੀ ਬਾਹਰ ਲੋਕ ਕੰਮ ਕਰਦੇ ਆ। ਜਾਣੀ ਸਮੱਸਿਆ ਤਾਂ ਹੈਗੀ ਹੈ, ਉੱਥੇ ਗਰਮੀ ਦੀ ਹੈ, ਇੱਥੇ ਠੰਡ ਦੀ ਹੈ। ਹਾਂ, ਇੱਥੋਂ ਦੀਆਂ ਸਰਕਾਰਾਂ ਨੇ ਕੁਛ ਪ੍ਰਬੰਧ ਕਰਤੇ ਜਾਂ ਜੁਗਾੜ ਇੱਦਾਂ ਦਾ ਕਰ ਦਿੱਤਾ ਕਿ ਭਾਈ ਤੁਹਾਨੂੰ ਕੱਪੜੇ ਉੱਦਾਂ ਦੇ ਦਿੱਤੇ, ਤੁਹਾਡੇ ਕੋਲੇ ਦਸਤਾਨੇ ਉੱਦਾਂ ਦੇ ਆ, ਤੁਹਾਡੇ ਕੋਲੇ ਬੂਟ ਉੱਦਾਂ ਦੇ ਆ, ਗੱਡੀਆਂ ਉੱਦਾਂ ਦੀਆਂ, ਥੋੜ੍ਹੇ ਜਿਹੇ ਪ੍ਰਬੰਧ ਕਰ ਦਿੱਤੇ ਜਿਹਦੇ ਨਾਲ ਕਿ ਕੰਮ ਥੋੜ੍ਹਾ ਜਿਹਾ ਰਹਿਣ ਯੋਗ ਹੋ ਜਾਂਦਾ। ਉੱਥੇ ਉਹੀ ਕਮੀ ਆ ਕਿ ਗਰਮੀ ਹੈਗੀ ਆ। ਗਰਮੀ ਤਾਂ ਦੁਬਈ 'ਚ ਵੀ ਬਥੇਰੀ ਆ, ਪਰ ਉੱਥੇ ਦੁਬਈ ਸ਼ਹਿਰ ਦੇ ਅੰਦਰ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਭਾਈ ਉਹਨਾਂ ਨੇ ਕੁਝ ਪ੍ਰਬੰਧ ਕਰ ਦਿੱਤੇ ਆ। ਆਪਣੇ ਵਾਲਿਆਂ ਤੋਂ ਪ੍ਰਬੰਧ ਨਹੀਂ ਹੋਏ ਜਾਂ ਆਪਣੇ ਵਾਲਿਆਂ ਤੋਂ ਹੇਠਾਂ ਰਹਿ ਗਏ ਲੋਕ ਤੇ ਉੱਪਰ ਚਲੇ ਗਏ, ਲੋਕਾਂ ਦੇ ਵਿੱਚ ਫਰਕ ਬਹੁਤ ਆ ਗਿਆ। ਚਲੋ ਫਰਕ ਸਾਰੇ ਪਾਸੇ ਹੁੰਦਾ, ਆਪਾਂ ਉਹ ਵੀ ਮੰਨ ਲੈਂਦੇ ਹਾਂ। ਹੇਠ ਵਾਲਾ ਬਹੁਤ ਹੀ ਹੇਠਾਂ ਚਲਾ ਗਿਆ। ਯਾਨੀ ਇੱਕ ਲੈਵਲ ਹੋਣਾ ਚਾਹੀਦਾ ਨਾ ਕਿ ਬੰਦੇ ਕੋਲ ਪੱਖਾ ਹੋਵੇ, ਬੰਦੇ ਕੋਲ ਬੱਤੀ ਹੋਵੇ, ਬੰਦੇ ਕੋਲ AC ਹੋਵੇ, ਬੰਦੇ ਕੋਲ ਕੂਲਰ ਹੋਵੇ, ਬੰਦਾ ਨਿੰਬੂ ਖਰੀਦ ਕੇ ਸ਼ਿਕੰਜਵੀ ਪੀ ਸਕਦਾ ਹੋਵੇ। ਆਮ ਲੋਕਾਂ ਦੇ ਹੱਥੋਂ ਜਦੋਂ ਉਹ ਸਾਰੀਆਂ ਚੀਜ਼ਾਂ ਨਿਕਲ ਜਾਂਦੀਆਂ ਤਾਂ ਫਿਰ ਗਰਮੀ ਬਹੁਤੀ ਤੰਗ ਕਰਦੀ ਹੈ। ਆਹੋ ਦੇਖੋ, ਮੇਰਾ ਖਿਆਲ ਅੱਜ ਦੀ ਡੇਟ 'ਚ ਵੀ ਬੜੀ ਚਰਚਾ ਇਸ ਚੀਜ਼ ਦੀ ਵੀ ਹਰ ਚੀਜ਼ ਮਹਿੰਗੀ ਹੋਊਗੀ। ਤੇ ਜੇ ਉਹ ਮਹਿੰਗਾਈ ਦਰ ਦੀ ਗੱਲ ਕਰਦੇ ਤੇ ਉਹ ਕਹਿੰਦੇ 15% ਤੋਂ ਵੀ ਉੱਪਰ ਜਾ ਵੜੀ ਜੀ। ਹੁਣ ਸਵਾਲ ਇਹ ਆ ਵੀ ਆਪਾਂ ਪਰਸੈਂਟੇਜ ਨੂੰ ਮੋਟਾ ਹਿਸਾਬ ਲਾਉਂਦੇ ਵੀ ਜੇ ਬੰਦਾ ਆਖੇ ਵੀ ਅੱਜ ਦੀ ਡੇਟ 'ਚ ਮੈਂ FD ਕਰਾਉਣ ਜਾਣਾ ਤੇ ਬੈਂਕਾਂ ਕਹਿੰਦੀਆਂ ਵੀ ਵਿਆਜ 5% ਮਸਾ ਹੈ ਨਾ, ਇੰਡੀਆ ਦੇ ਹਿਸਾਬ ਨਾਲ ਮੈਂ ਗੱਲ ਕਰਦਾ। ਹੁਣ ਜੇ ਤੁਸੀਂ ਆਪਣੇ ਪੈਸੇ ਨੂੰ ਬੈਂਕ 'ਚ ਜਮ੍ਹਾਂ ਕਰਾਉਣਾ ਤੇ ਤੁਹਾਨੂੰ 5% ਮਿਲਣਾ, ਤੇ ਜਿਹੜਾ ਖਰਚਾ ਹੈ ਉਸੇ 100 ਰੁਪਏ ਦੇ ਉੱਪਰ ਪੈ ਰਿਹਾ ਉਹ 15% ਦੇ ਹਿਸਾਬ ਨਾਲ ਲਾ ਲਈਏ। ਮਤਲਬ ਇਹ ਹੋ ਗਿਆ ਵੀ 100 ਰੁਪਈਆ ਬੈਂਕ 'ਚ ਰੱਖਿਆ ਤੇ ਬੈਂਕ ਤੁਹਾਨੂੰ ਦੇਊ 105, ਤੇ ਉਸੇ ਹੀ 100 ਰੁਪਏ ਦਾ ਮੁੱਲ ਜਿਹੜਾ ਜਦੋਂ ਤੁਸੀਂ ਬੈਂਕ 'ਚੋਂ ਕੱਢੋਗੇ ਤੇ ਉਹ ਰਹਿ ਗਿਆ 85 ਜੀ। 5 ਬੈਂਕ ਵਾਲੇ ਪਾ ਲਓ 90, 10 ਦਾ ਘਾਟਾ ਤਾਂ ਇੱਦਾਂ ਹੀ ਪੈ ਗਿਆ। ਇਹ ਮੈਂ ਵੈਸੇ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਜਿਹੜੀ ਉਹ ਮਹਿੰਗਾਈ ਦਰ ਨੂੰ ਤੋਲਦੇ ਤਾਲਦੇ ਉਹਦਾ ਕੀ ਹਿਸਾਬ ਕਿਤਾਬ ਆ। ਬਾਕੀ ਦੇ ਬੈਂਕ ਤੱਕ ਬੰਦਾ ਜਾਊ ਤਾਂ ਜੇ ਕੁਛ ਬਚੂ। ਤੇ ਡਿੰਗ ਤੇ ਇੱਧਰ ਨਿਕਲਿਆ ਪਿਆ ਵੀ ਇਸ ਵਕਤ ਹਾਲਾਤ ਇਹ ਬਣੇ ਪਏ, ਉਹ ਕਹਿੰਦੇ ਵੀ ਤੇਲ ਨੂੰ ਨਹੀਂ ਹੱਥ ਲੱਗਦਾ, ਗੈਸ ਨੂੰ ਹੱਥ ਨਹੀਂ ਲੱਗਦਾ, ਸਬਜ਼ੀਆਂ ਨੂੰ ਹੱਥ ਨਹੀਂ ਲੱਗਦਾ, ਖਾਣ ਪੀਣ ਵਾਲੀਆਂ ਚੀਜ਼ਾਂ ਦਾ ਰੇਟ ਵਧਿਆ ਪਿਆ। ਇਹ ਜਿਹੜੀ ਮਹਿੰਗਾਈ ਹੈ ਇਸ ਵਕਤ ਕੰਟਰੋਲ 'ਚ ਨਹੀਂ ਆ ਰਹੀ। ਤੇ ਜਦੋਂ ਵੀ ਇਹ 'ਤੇ ਕਿਤੇ ਉਹਦੀ ਕੋਈ ਗੱਲ ਚੱਲਦੀ,
ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਫਲਾਨੀ ਚੀਜ਼ ਇਦਾਂ, ਅੰਤਰਰਾਸ਼ਟਰੀ ਮਾਰਕੀਟ 'ਚ ਫਲਾਨੀ ਚੀਜ਼ ਇਦਾਂ। ਮੈਨੂੰ ਸਮਝ ਨਹੀਂ ਆਈ ਵੀ ਜੇ ਅੰਤਰਰਾਸ਼ਟਰੀ ਮਾਰਕੀਟ ਨੂੰ ਬੁਖਾਰ ਚੜ੍ਹਦਾ ਤੇ ਇੱਧਰ ਆਪਣਾ ਸਿਰ ਦੁਖਣ ਲੱਗ ਪੈਂਦਾ, ਆਪਣੇ ਢਿੱਡ ਪੀੜ ਹੁੰਦੀ ਹੈ। ਪਰ ਇਦਾਂ ਦਾ ਆਪਾਂ ਕਿਉਂ ਕੁਛ ਨਹੀਂ ਕਰਦੇ ਵੀ ਜੇ ਅੰਤਰਰਾਸ਼ਟਰੀ ਮਾਰਕੀਟ 'ਚ ਕੁਝ ਹੋਵੇ ਤੇ ਉਹਦਾ ਫਾਇਦਾ ਭਾਰਤ ਨੂੰ ਹੀ ਹੋਵੇ? ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਮੰਨਣੀ ਪਊ ਕਿ ਜਿਹੜਾ ਇੱਕ ਸੰਤੁਲਨ ਹੁੰਦਾ ਨਾ, ਕਈ ਵਾਰੀ ਦੇਖੀਦਾ ਕਿ ਰੱਸੀ ਦੇ ਉੱਤੇ ਲੋਕ ਤੁਰਦੇ ਹੁੰਦੇ ਆ, ਛੋਟੇ ਛੋਟੇ ਬੱਚੇ ਤੁਰਦੇ ਹੁੰਦੇ ਆ ਜਿਹੜੇ ਕਰਤੱਵ ਦਿਖਾਉਣ ਵਾਲੇ ਆ। ਉਹ ਰੱਸੀ ਦੇ ਉੱਤੇ ਇੱਕ ਪੈਰ ਰੱਖਿਆ, ਦੂਜਾ ਰੱਖਿਆ, ਉਹ ਬੈਲੈਂਸ ਹੁੰਦਾ, ਸੰਤੁਲਨ, ਕਿ ਆਪਣਾ ਸੰਤੁਲਨ ਕਾਇਮ ਕਿੱਦਾਂ ਰੱਖਣਾ। ਪਤਲੀ ਜੀ ਬੱਟ ਦੇ ਉੱਪਰ ਦੀ ਤੁਰਨਾ ਹੁੰਦਾ ਤੇ ਉਹ ਬੈਲੈਂਸ ਕ੍ਰੀਏਟ ਕਰਕੇ ਤੁਰਨਾ ਹੁੰਦਾ। ਸਾਈਕਲ ਨਿਆਣੇ ਨੂੰ ਨਵਾਂ ਨਵਾਂ ਨਹੀਂ ਆਉਂਦਾ, ਕੈਂਚੀ ਚਲਾਉਂਦੇ ਇੱਧਰ ਡਿੱਗਦਾ ਕਿ ਸਾਈਕਲ ਪਰੇ ਨੂੰ ਸਿਰ ਦੇਣਾ, ਆਪ ਇੱਧਰ ਨੂੰ ਛਾਲ ਮਾਰ ਦੇਣੀ, ਡੰਡੇ ਤੇ ਚਲਾਉਣ ਲੱਗਣਾ, ਫਿਰ ਕਾਠੀ ਤੇ ਬਹਿਣਾ। ਦੋ ਟਾਇਰ ਆ, ਪਤਲੇ ਪਤਲੇ, ਬੈਲੈਂਸ ਆ ਨਾ, ਕਿ ਸੰਤੁਲਨ ਕਾਇਮ ਕਰਨਾ ਸਿੱਖ ਲਿਆ। ਸਕੂਟਰ, ਮੋਟਰਸਾਈਕਲ, ਹਰ ਇੱਕ ਚੀਜ਼ ਦਾ ਫਿਰ ਦਰੁਸਤ ਆ। ਜੇ ਸੰਤੁਲਨ ਕਾਇਮ ਨਾ ਹੋਇਆ ਤਾਂ ਸਾਈਕਲ ਡਿੱਗੂ, ਟੁੱਟੂ, ਭੱਜੂ, ਸੱਟ ਲੱਗੂ, ਗਿੱਟਾ ਗੋਡਾ ਛਿੱਲਿਆ ਜਾਊ। ਸੰਤੁਲਨ ਹੀ ਕਾਇਮ ਕਰਨਾ। ਜਦੋਂ ਕਿਸਾਨ ਕਹਿੰਦਾ ਕਿ ਭਾਈ ਮੈਨੂੰ ਬਚਦਾ ਕੁਛ ਨਹੀਂ, ਰੇਹਾਂ ਸਪਰੇਆਂ ਦੀ ਕੀਮਤ ਵਧ ਗਈ, ਹੁਣ ਖਰਚੇ ਵੱਧ ਗਏ, ਇਸ ਕਰਕੇ ਮੈਨੂੰ ਕਣਕ ਦਾ, ਮੱਕੀ ਦਾ, ਬਾਸਮਤੀ ਦਾ, ਚੌਲਾਂ ਦਾ, ਦਾਲਾਂ ਦਾ ਭਾਅ ਦਿਓ ਵੱਧ, ਕਿ ਮੇਰਾ ਘਰ ਹੀ ਫਿਰ ਚੱਲਦਾ। ਦੂਸਰੇ ਪਾਸੇ ਜੇ ਕਿਸਾਨ ਦੀ ਫਸਲ ਵੱਧ ਕੀਮਤ ਤੇ ਵਿਕਦੀ ਆ ਤੇ ਇਹਦਾ ਮਤਲਬ ਕਿ ਜਿਹੜਾ ਬੰਦਾ ਗੈਰ ਖੇਤੀਬਾੜੀ ਵਾਲਾ, ਉਹਨੂੰ ਫਿਰ ਉਹ ਚੀਜ਼ ਓਨੀ ਵੱਧ ਕੀਮਤ ਦੇ ਉੱਤੇ ਖਰੀਦਣੀ ਪਊਗੀ। ਉਹਦਾ ਬੈਲੈਂਸ ਕਿੱਦਾਂ ਕ੍ਰੀਏਟ ਕੀਤਾ ਜਾਵੇ? ਹੁਣ ਉਦਾਹਰਣ ਵਜੋਂ ਕਣਕ ਦੇ ਐਕਸਪੋਰਟ ਦੇ ਉੱਤੇ ਰੋਕ ਲੱਗੀ ਸੀ ਕਿ ਭਾਈ ਨਹੀਂ ਭੇਜਣੀ। ਉਹ ਰੋਕ ਲੱਗੀ ਸੀ ਤੇ ਉਹਦੇ ਨਾਲ ਇਹ ਹੋਇਆ ਕਿ ਭਾਈ ਘੱਟੋ ਘੱਟ ਭਾਰਤ ਦੇ ਬਾਜ਼ਾਰ ਦੇ ਵਿੱਚ ਕੀਮਤਾਂ ਜਿਹੜੀਆਂ ਠੀਕ ਰਹਿਣਗੀਆਂ। ਉਹ ਆਮ ਕੰਜ਼ਿਊਮਰ ਜਿਹੜਾ ਉਪਭੋਗਤਾ ਸੀ, ਗਾਹਕ ਸੀ, ਆਮ ਬੰਦਾ ਖਪਤਕਾਰ ਸੀ, ਉਹਦੇ ਲਈ ਤਾਂ ਠੀਕ ਹੈ। ਤੇ ਪਰ ਜੇ ਕਿਸਾਨ ਦੇ ਪੱਖ ਤੋਂ ਦੇਖੀਏ, ਅਗਲਾ ਤਾਂ ਕਹੂਗਾ ਕਿ ਭਾਈ ਬਾਹਰ ਐਕਸਪੋਰਟ ਕਰੋ, ਡਿਮਾਂਡ ਵਧੇ, ਕੀਮਤ ਵਧੇ, ਸਾਨੂੰ 4 ਪੈਸੇ ਖੱਟਣ ਦਾ ਮੌਕਾ ਮਿਲੇ। ਉਹਦੇ ਵਿੱਚ ਬੈਲੈਂਸ ਕਿਹਨੇ ਕ੍ਰੀਏਟ ਕਰਨਾ? ਉਹ ਸਰਕਾਰਾਂ ਨੇ ਕਰਨਾ, ਕਿ ਭਾਈ ਉਹਨੂੰ ਵੀ ਸਸਤੀ ਮਿਲੇ, ਕਿਸਾਨ ਦੀ ਬਾਹਰ ਜਾਵੇ, ਮਹਿੰਗੀ ਜਾਵੇ, 4 ਪੈਸੇ ਵੱਟੇ ਜਾਣ, ਕੁਝ ਇੱਧਰ ਦੇ ਦਈਏ, ਕੁਝ ਉੱਧਰ ਦੇ ਦਈਏ। ਉਹ ਬੈਲੈਂਸ ਕ੍ਰੀਏਟ ਕਰਨਾ ਔਖਾ ਹੋ ਗਿਆ, ਸਾਰੇ ਪਾਸੇ ਔਖਾ ਹੋ ਗਿਆ। ਇਸੇ ਕਰਕੇ ਆਮ ਬੰਦਾ ਵੀ ਤੰਗ ਹੈ। ਹੁਣ ਆਪਾਂ ਜਾਂ ਤਾਂ ਕਹੀਏ ਨਾ ਕਿ ਕਿਸਾਨ ਦੁਖੀ ਹੈ ਤਾਂ ਆਮ ਬੰਦਾ ਸੁਖੀ ਹੈ। ਹੁਣ ਆਮ ਬੰਦਾ ਵੀ ਦੁਖੀ ਹੈ, ਕਿਸਾਨ ਵੀ ਦੁਖੀ ਹੈ। ਛੋਟਾ ਵਪਾਰੀ ਕਹੀ ਜਾਂਦਾ ਮੈਂ ਵੀ ਦੁਖੀ ਹਾਂ, ਬਚਦਾ ਮੈਨੂੰ ਵੀ ਕੱਖ ਨਹੀਂ, ਫਿਰ ਬਚਦਾ ਕਿਹਨੂੰ ਆ? ਇਹੀ ਇੱਕ ਗੱਲ ਨੋਟ ਕਰਨ ਵਾਲੀ ਆ। ਮੈਨੂੰ ਲੱਗਦਾ ਵੀ ਇਹ ਜਿਹੜੀ ਚੀਜ਼ ਆਮ ਘਰਾਂ 'ਚ ਕਰ ਲਈ ਜਾਂਦੀ ਹੈ, ਉਹ ਚੀਜ਼ ਵੱਡੀਆਂ ਵੱਡੀਆਂ ਸਰਕਾਰਾਂ ਦੇ ਬਜਟਾਂ 'ਚ ਕਿਉਂ ਨਹੀਂ ਹੁੰਦੀ? ਹੁਣ ਆਪਾਂ ਸਿੰਪਲ ਜੀ ਗੱਲ, ਇੱਕ ਉਦਾਹਰਨ, ਚਲੋ ਪਿੰਡਾਂ ਦੀ ਗੱਲ ਲਾ ਲੈਂਦੇ ਹਾਂ ਵੀ 4 ਡੰਗਰ ਰੱਖ ਲਏ ਤੇ ਉਹ ਕਹਿੰਦੇ ਵੀ ਚਲੋ ਵੀ ਲਵੇਰਾ ਦੁੱਧ ਦਿੰਦਾ ਤੇ ਆਪਾਂ ਨਾ ਚਲੋ ਡੇਅਰੀ ਦੁੱਧ ਪਾਇਆ ਕਰਾਂਗੇ, ਵੀ ਉਹ ਜਾਣੇ ਜਿਹੜਾ ਕੋਈ ਮਾੜਾ ਮੋਟ ਖਰਚਾ ਵਰਚਾ ਉਹ ਚੱਲਦਾ ਚੁਲਦਾ ਰਿਹਾ ਕਰੂਗਾ, ਵੀ ਨਾਲ ਕੁਛ ਨਾ ਕੁਛ ਜੁੜਦਾ ਹੀ ਆ। ਹੁਣ ਜਿਹੜਾ ਡੇਅਰੀ ਦੁੱਧ ਪਾਉਣਾ, ਇਹਦਾ ਮਤਲਬ ਇਹ ਥੋੜ੍ਹਾ ਵੀ 4 ਮੱਝਾਂ ਰੱਖੀਆਂ ਤੇ ਜੇ ਚੌਹਾਂ ਦੀ ਬਾਲਟੀ ਜੋ ਕੁਛ ਵੀ ਉਹਦੇ 'ਚ ਇਕੱਠਾ ਹੋਇਆ ਤੇ ਡਿੱਗੀ 'ਚ ਪਾਇਆ ਤੇ ਬਾਹਰੇ ਬਾਹਰ ਹੀ ਹਵੇਲੀਓਂ ਬਾਹਰ ਨੂੰ ਘਰ ਬਣਾ ਲੈਂਦਾ, ਉੱਥੋਂ ਹੀ ਲੈ ਗਏ ਵੀ ਮਹਿੰਗਾ ਬੜਾ, ਵੀ ਉਹ 50 ਰੁਪਏ 52 ਰੁਪਏ ਵਿਕ ਗਿਆ ਜੀ, ਕਿਤੇ ਵੇਚਣਾ। ਨਿਆਣੇ ਘਰ ਵਿਲਕਦੇ ਹੁਣ ਵੀ ਹਾਂ ਦੁੱਧ ਹੈ ਨਹੀਂ। ਉਹ ਵੀ ਤਾਂ ਇਹ ਕੰਮ ਕਰਦੇ ਆ ਨਾ ਵੀ ਇੰਨਾ ਆਪਾਂ ਨੂੰ ਲੋੜ ਆ, ਇੰਨਾ ਕੁ ਆਇਆ ਗਿਆ ਹੁੰਦਾ, ਇਸ ਕਰਕੇ ਜਾਂ ਇਸ ਦਿਨ ਆਪਣਾ ਹੁਣ ਖੀਰ ਬਣਾਉਣ ਦਾ ਪ੍ਰੋਗਰਾਮ ਹੀ ਤੇ ਇੰਨਾ ਕੁ ਤੁਸੀਂ ਘਰੇ ਰੱਖ ਲਓ, ਹਾਂ ਜਿਹੜਾ ਬਚ ਗਿਆ ਉਹ ਆਪਾਂ ਡੇਅਰੀ ਪਾ ਆਈਏ। ਹੁਣ ਇਹ ਹੋ ਗਿਆ ਵੀ ਜਿਹੜੇ ਘਰ ਦੇ ਉਹ ਵੀ ਸੌਖੇ, ਜਿਹੜੀ ਇਨਕਮ ਸੀ ਉਹ ਵੀ ਆਉਣ ਲੱਗ ਪਈ, ਇੱਕ ਬੈਲੈਂਸ ਹੋ ਗਿਆ ਨਾ। ਹੁਣ ਇਹ ਸਮਝੋ ਬਾਹਰ ਦੀ ਕਹਾਣੀ ਆ ਵੀ ਇਹ ਵਾਲਾ ਬੈਲੈਂਸ ਜੇ ਆਪਾਂ ਭਾਰਤ ਨੂੰ ਜਾਂ ਪੂਰੇ ਦੇਸ਼ ਨੂੰ ਇੱਕ ਘਰ ਮੰਨ ਲਈਏ ਚੀਜ਼ਾਂ ਦੇ ਹਿਸਾਬ ਨਾਲ, ਉਹ ਆਪਣੇ ਕੋਲੋਂ ਕਿਉਂ ਨਹੀਂ ਹੋ ਪਾਉਂਦਾ? ਨਹੀਂ, ਜ਼ਰੂਰੀ ਆ ਸੰਧਾਲੀਆ ਸਾਹਿਬ, ਕਈ ਵਾਰੀ ਹੱਥ ਘੁੱਟਣਾ ਪੈਂਦਾ, ਕਈ ਵਾਰੀ ਹੱਥ ਖੋਲ੍ਹਣਾ ਪੈਂਦਾ, ਕਈ ਵਾਰੀ ਚੀਜ਼ ਬਚਾਉਣੀ ਪੈਂਦੀ, ਕਈ ਵਾਰੀ ਖੁੱਲ੍ਹਦਿਲੀ ਨਾ ਦੇਣੀ ਪੈਂਦੀ ਆ। ਬੀਬੀਆਂ ਨੇ ਕੜੀ ਬਣਾਉਣੀ ਹੋਵੇ ਨਾ, 2 ਦਿਨ ਪਹਿਲਾਂ ਹੀ ਲੱਸੀ ਦਾ ਜੱਗ, ਲੱਸੀ ਰਿੜਕ ਕੇ ਦੁੱਧ, ਲੱਸੀ ਦਾ ਇੱਕ ਜੱਗ ਫਰਿੱਜ ਸਭ ਤੋਂ ਪਿੱਛੇ ਰੱਖ ਦੇਣਾ ਤੇ ਪਹਿਲੇ ਕਹਿ ਦੇਣਾ ਉਹ ਨਹੀਂ ਵਰਤਣਾ। ਕੀ ਕਰਨਾ ਬੀਬੀ? ਪਰਸੋਂ ਨੂੰ ਕੜੀ ਬਣਾਉਣੀ ਆ। ਇੱਕ ਦਿਨ ਦੀ ਲੱਸੀ ਰੱਖੀ, ਦੂਜੇ ਦਿਨ ਦੀ ਵੀ ਰੱਖੀ, ਫਿਰ ਜਿੱਦਣ ਕੜੀ ਬਣਾਉਣੀ ਆ ਉਹਦੇ ਨਾਲ ਹੀ ਸਾਰੀ ਇਕੱਠੀ ਕਰਕੇ ਤਾਂ ਕੜੀ ਬਣਾ ਲਈ। ਹੋ ਸਕਦਾ ਕਿ ਆਂਢੀਆਂ ਗੁਆਂਢੀਆਂ ਨੂੰ ਵੀ 2 ਦਿਨ ਲੱਸੀ ਜਿਹੜੇ ਪਹਿਲਾਂ ਡੋਲੂ 'ਚ ਲੈਣ ਆਉਂਦੇ ਉਹਨਾਂ ਨੂੰ ਵੀ ਘੱਟ ਮਿਲੇ, ਕਿਉਂਕਿ ਬੀਬੀ ਨੂੰ ਪਤਾ ਕਿ ਮੈਂ 3 ਦਿਨ ਬਾਅਦ ਕੜੀ ਬਣਾਉਣੀ ਆ, ਪਕੌੜੇ ਕੱਢਣੇ ਆ, ਤੇ ਫਿਰ ਜਿੱਦਣ ਕੜੀ ਦੇ ਵਿੱਚ ਪਾਉਣ ਲਈ ਪਕੌੜੇ ਵੀ ਕੱਢਣੇ ਆ, ਉਹਨੂੰ ਪਤਾ ਕਿ 10 ਕੁ ਪਕੌੜੇ ਕੜੀ ਪਾਉਣੇ, ਉਹਨੇ 16 ਬਣਾਉਣੇ ਆ, 15 ਬਣਾਉਣੇ। ਵੀ ਪਤਾ ਕਿ ਆਉਂਦੇ ਜਾਂਦੇ 4-5 ਤਾਂ ਘਰਦਿਆਂ ਨੇ ਖਾਈ ਜਾਣੇ। ਹੁੰਦੀ ਆ ਇਦਾਂ, ਲੂਣ ਵੇਖਦੇ ਆ ਚੁੱਕਣਾ, ਬੀਬੀ ਫਿੱਕਾ ਥੋੜਾ ਜਿਹਾ ਹੋਰ, ਤੇ ਜਦੋਂ ਥੋੜਾ ਜਿਹਾ ਹੋਰ ਪਵਾ ਕੇ ਇੱਕ ਪਕੌੜਾ ਹੋਰ ਚੱਕ ਲੈਣਾ, ਹੁਣ ਠੀਕ ਹੀ ਥੋੜਾ ਠੀਕ ਹੈ। ਹੁਣ ਉਹ ਬੀਬੀ ਨੂੰ ਪਤਾ ਹੁੰਦਾ ਕਿ ਭਾਈ ਮੈਂ ਲੱਸੀ ਕਿੰਨੇ ਦਿਨਾਂ ਦੀ ਜਮੀ ਕਰਨੀ ਆ, ਮੈਂ ਜਦੋਂ ਪਕੌੜੇ ਕੜੀ 'ਚ ਪਾਉਣ ਨੂੰ ਕੱਢਣੇ ਆ ਤੇ ਉਹ ਕਿੱਦਾਂ ਬਣਾਉਣੇ ਆ, ਕਿੰਨੇ ਬਣਾਉਣੇ ਆ, ਤੇ ਕੜੀ ਦੇ ਵਿੱਚ ਪਾਉਣੇ ਵੀ ਆ ਕਿ ਪਹਿਲੇ ਉਡਾ ਦੇਣੇ ਆ ਕਿਸੇ ਨੇ। ਉਹ ਸਾਰੀਆਂ ਚੀਜ਼ਾਂ ਸੰਧਾਲੀਆ ਸਾਹਿਬ ਜ਼ਰੂਰੀ ਨੇ। ਹੁਣ ਕਿਸਾਨ ਜਥੇਬੰਦੀਆਂ ਬਹੁਤ ਸਤਿਕਾਰਯੋਗ ਨੇ, ਸਿਰੇ ਦੀਆਂ ਸਤਿਕਾਰਯੋਗ ਨੇ। ਰਾਜੇਵਾਲ ਸਾਹਿਬ ਨੇ ਜੇ ਕਿਹਾ ਪਾਣੀ ਬਚਾਓ ਤਾਂ ਬਹੁਤ ਵਧੀਆ ਕਿਹਾ, ਹੋਣਾ ਚਾਹੀਦਾ ਇਹ ਕੰਮ। ਤੁਹਾਨੂੰ ਯਾਦ ਹੋਣਾ ਪਿਛਲੇ ਸਮੇਂ ਦੇ ਵਿੱਚ ਇੱਕ
ਪੰਜਾਬ ਦਾ ਐਮਐਲਏ ਜੇ ਕਿਸੇ ਸਾਡੇ ਪ੍ਰਾਈਮ ਏਸ਼ੀਆ ਟੀਵੀ ਦੇ ਟੱਬਰ ਦੇ ਮੈਂਬਰ ਨੂੰ ਚੇਤੇ ਆ ਤਾਂ ਪਿਛਲੀ ਵਿਧਾਨ ਸਭਾ ਦੇ ਵਿੱਚ ਪੰਜਾਬ ਦਾ ਇੱਕ ਐਮਐਲਏ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਇਆ ਸੀ ਕਿ ਭਾਈ ਖੇਤਾਂ ਦੇ ਵਿੱਚ ਇੰਨੇ ਬੂਟੇ ਲਾਉਣੇ ਜ਼ਰੂਰੀ ਕਰੋ। ਕਿਸੇ ਨੂੰ ਨਹੀਂ ਚੇਤਾ, ਕਿਉਂਕਿ ਪ੍ਰਾਈਵੇਟ ਮੈਂਬਰ ਬਿੱਲ ਉਹ ਹੁੰਦਾ ਜਿਹਨੂੰ ਪੇਸ਼ ਤਾਂ ਕੀਤਾ ਜਾ ਸਕਦਾ, ਪਰ ਜੇ ਉਹ ਪਾਸ ਵੀ ਹੋ ਜਾਏ ਕਾਨੂੰਨ ਨਹੀਂ ਬਣਦਾ। ਜੇ ਪਾਸ ਵੀ ਹੋ ਜਾਏ ਬਹੁਤੀ ਵਾਰੀ ਤਾਂ ਪਾਸ ਹੀ ਨਹੀਂ ਹੁੰਦਾ, ਕੋਈ ਗੌਲਦਾ ਹੀ ਨਹੀਂ। ਉਸ ਐਮਐਲਏ ਦਾ ਨਾਂ ਕੀ ਹੈ ਜਿਹਨੇ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮੈਨੂੰ ਆ ਪ੍ਰਾਈਵੇਟ ਮੈਂਬਰ ਬਿੱਲ ਰੱਖਣ ਦੀ ਆਗਿਆ ਦਿੱਤੀ ਜਾਵੇ, ਕਿਉਂਕਿ ਉਹਨੇ ਚੱਜ ਦੀ ਗੱਲ ਕਹੀ ਸੀ ਨਾ, ਉਹਨੂੰ ਕਿਸੇ ਨੇ ਗੌਲਣਾ ਨਹੀਂ। ਹਾਂ, ਕਿਸੇ ਨੇ ਦਰਖਤ ਵੱਢਣ ਦੀ ਗੱਲ ਕੀਤੀ ਹੁੰਦੀ ਤਾਂ ਉਹ ਸਾਰਿਆਂ ਚੇਤੇ ਹੋਣੇ, ਚੰਗਾ ਸਗੋਂ ਯਾਰ ਆਪਣੇ ਵੀ ਇੱਕ ਵੱਢਾਂਗੇ, ਖਲਾਰਾ ਬੜਾ ਪੈਂਦਾ। ਹੁਣ ਸੰਧਾਲੀਆ ਸਾਹਿਬ ਕਿਸਾਨ ਜਥੇਬੰਦੀਆਂ ਸਤਿਕਾਰਯੋਗ, 1 ਸਾਲ ਤੋਂ ਉੱਪਰ ਸਮਾਂ ਕਿਸਾਨ ਅੰਦੋਲਨ ਚੱਲਿਆ, ਉਹਦੇ ਵਿੱਚ ਜਿਸ ਤਰੀਕੇ ਅੱਗੇ ਹੋ ਕੇ ਇਹਨਾਂ ਨੇ ਲੜਾਈ ਲੜੀ ਉਹਦੇ ਵਿੱਚ ਕੋਈ ਦੋ ਰਾਏ ਨਹੀਂ। ਵਿੱਚ ਵਿਚਾਲੇ ਆਪਸ 'ਚ ਵੀ ਲੜੇ, ਕੋਈ ਗੱਲ ਨਹੀਂ, ਮਨੁੱਖ ਨੇ, ਆਮ ਬੰਦੇ ਨੇ, ਐਸੀ ਵੀ ਕੋਈ ਗੱਲ ਨਹੀਂ। ਹੁਣ ਇੱਕ ਵਾਰੀ ਫੇਰ ਇਸ ਮੁੱਦੇ ਦੇ ਉੱਤੇ ਚਰਚਾ ਚੱਲ ਪਈ, ਕਿਉਂਕਿ ਜਿੰਨੀਆਂ 32 ਕਿਸਾਨ ਜਥੇਬੰਦੀਆਂ ਸੀ ਨਾ ਪੰਜਾਬ ਦੀਆਂ, ਉਹ 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ ਇੱਕ ਚੰਗੀ ਜਥੇਬੰਦੀਆਂ ਦੀ ਗਿਣਤੀ ਮੋਟੀ। ਉਹਨਾਂ ਨੇ ਪਿਛਲੇ ਦਿਨੀ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਾਡੀਆਂ ਕੁਝ ਮੰਗਾਂ ਪ੍ਰਵਾਨ ਕਰਨ, ਨਹੀਂ ਤਾਂ ਅਸੀਂ ਮੁਹਾਲੀ ਚੰਡੀਗੜ੍ਹ ਦੇ ਵਿੱਚ ਜਾ ਕੇ ਮੋਰਚਾ ਖੋਲ੍ਹ ਦਿਆਂਗੇ। ਖਬਰਾਂ ਲੱਗਣ ਲੱਗ ਪਈਆਂ ਸਿੰਘੂ ਬਾਰਡਰ ਬਣਾ ਦਿਆਂਗੇ ਚੰਡੀਗੜ੍ਹ ਨੂੰ। ਚਲੋ ਖਬਰਾਂ ਲਾਉਣ ਵਾਲੇ ਖਬਰਾਂ ਲਾਉਣੀਆਂ, ਜਾਂ ਆਹ ਕਰ ਦਿਆਂਗੇ ਉਹ ਕਰ ਦਿਆਂਗੇ, ਠੀਕ ਹੈ। ਕਿਸਾਨ ਜਥੇਬੰਦੀਆਂ ਉੱਥੇ ਚਲੇ ਗਈਆਂ। ਪਹਿਲਾਂ ਸਰਕਾਰ ਦੇ ਨਾਲ ਮੁਲਾਕਾਤ ਦਾ ਮੁੱਖ ਮੰਤਰੀ ਨਾਲ ਸਮਾਂ ਤੈਅ ਹੋਇਆ, ਉਹਨਾਂ ਨੇ ਦਿੱਲੀ ਪਹਿਲੇ ਸਮਾਂ ਤੈਅ ਕੀਤਾ ਸੀ ਕਿ ਅਫਸਰਾਂ ਨੂੰ ਮਿਲ ਲਓ, ਉਧਰ ਚਲੇ ਗਏ। ਜਥੇਬੰਦੀਆਂ ਨੇ ਕਹਿਤਾ ਨਹੀਂ ਜੀ, ਮੰਗਾਂ ਕੀ ਨੇ ਕਿ ਉਹਨਾਂ ਨੇ ਕਿਹਾ ਸੀ 18 ਤਰੀਕ ਤੋਂ 26 ਤਰੀਕ ਤੱਕ ਝੋਨਾ ਲਾਉਣਾ ਸਟਾਰਟ ਕਰਿਓ ਜੂਨ 'ਚ, ਉਹ ਵੀ ਜ਼ੋਨ ਵਾਈਜ਼। ਇਹ ਕਹਿੰਦੇ ਸੀ ਜੀ ਅਸੀਂ ਤਾਂ 10 ਜੂਨ ਤੋਂ ਲਾਉਣਾ, 10 ਜੂਨ ਤੋਂ ਲਾਉਣਾ ਤਾਂ ਬੱਤੀ ਚਾਹੀਦੀ ਆ। ਮੰਨ ਲਓ ਕਿ ਸਰਕਾਰ ਸਖਤੀ ਨਹੀਂ ਵੀ ਕਰਦੀ, ਤੁਸੀਂ ਝੋਨਾ ਲਾਉਣਾ, ਬਿਜਲੀ ਤੋਂ ਬਿਨਾਂ ਥੋੜੀ ਮੋਟਰ ਚੱਲ ਪਊਗੀ। ਕਹਿੰਦੇ ਜੀ ਬਿਜਲੀ ਵੀ ਲੈਣੀ ਹੈ, ਠੀਕ ਹੈ ਭਾਈ, ਝੋਨਾ ਲਾਉਣਾ ਤਾਂ ਬੱਤੀ ਚਾਹੀਦੀ ਹੈ। ਉਹਨਾਂ ਨੇ ਤਰਕ ਵੀ ਠੀਕ ਦਿੱਤੇ ਕਿ ਬਾਅਦ ਵਿੱਚ ਮੋਇਸਚਰ ਹੋ ਜਾਂਦਾ ਹੈ, ਨਮੀ ਹੋ ਜਾਂਦੀ ਹੈ, ਜਿੰਨਾ ਲੇਟ ਹੋਊਗਾ ਝੋਨਾ ਉਹ ਫਿਰ ਵਿਕਣਾ ਨਹੀਂ ਹੈਗਾ ਮੰਡੀ ਦੇ ਵਿੱਚ, ਆਹ ਕੁਛ ਹੋ ਜਾਂਦਾ। ਸਾਰੇ ਤਰਕ ਠੀਕ ਨੇ ਕਿਸਾਨ ਜਥੇਬੰਦੀਆਂ ਦੇ। ਇਹਦੇ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਰੱਖਤੀਆਂ ਕਿ ਕਣਕ ਦਾ ਦਾਣਾ ਸੁੰਗੜਿਆ, 500 ਰੁਪਈਆ ਪ੍ਰਤੀ ਕੁਇੰਟਲ ਤੁਸੀਂ ਕਣਕ ਦੇ ਮਗਰ ਬੋਨਸ ਦਿਓ, ਕਿਉਂਕਿ ਕਿਸਾਨ ਨੂੰ ਘਾਟਾ ਪਿਆ। ਚਲੋ ਜੀ, ਉਹਨਾਂ ਨੇ ਇੱਕ ਬੈਰੀਕੇਡ ਤੋੜ ਦਿੱਤਾ, ਦੂਸਰਾ ਬੈਰੀਕੇਡ ਤੋੜਿਆ, ਤੋੜਨ ਤੋਂ ਪਹਿਲਾਂ ਹੀ ਉੱਥੇ ਬਹਿ ਗਏ। ਹੁਣ ਡੱਲੇਵਾਲ ਸਾਹਿਬ ਅਗਵਾਈ ਕਰਦੇ ਆ, ਹੋਰ ਕਿਸਾਨ ਜਥੇਬੰਦੀਆਂ ਨਾਲ ਨੇ, ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਉੱਥੇ ਨਹੀਂ ਵੀ ਹੈਗੀਆਂ। ਹੁਣ ਤੁਸੀਂ ਇਹ ਦੇਖੋ ਕਿ ਉਹ ਮੰਗ ਕਰਦੇ ਹੋ, ਕਈਆਂ ਲੀਡਰਾਂ ਦੇ ਵਿੱਚੋਂ ਬਿਆਨ ਦਿੱਤੇ ਕਿ ਮੌਜੂਦਾ ਮੁੱਖ ਮੰਤਰੀ ਵੀ ਪਿਛਲੇ ਵਰਗਾ, ਮੌਜੂਦਾ ਸਰਕਾਰ ਵੀ ਗੱਲ ਨਹੀਂ ਸੁਣਦੀ, ਕੋਈ ਕਹਿੰਦਾ ਜੀ ਹੰਕਾਰ ਆ ਗਿਆ। ਹੁਣ ਸੰਧਾਲੀਆ ਸਾਹਿਬ ਉੱਥੇ ਪੱਖੇ ਲੱਗ ਗਏ, ਕੂਲਰ ਲੱਗ ਗਏ, ਲੰਗਰ ਪ੍ਰਸ਼ਾਦੇ ਪੱਕਣ ਲੱਗ ਪਿਆ ਕਿ ਭਾਈ ਮੋਰਚਾ। ਸਰਕਾਰ ਨੂੰ ਹੁਣ ਤੱਕ ਦਾ ਅਲਟੀਮੇਟਮ ਦੇ ਦਿੱਤਾ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਕਿ ਭਾਈ ਗੱਲ ਸੁਣ ਲਓ, ਨਹੀਂ ਤਾਂ ਅਸੀਂ ਚੰਡੀਗੜ੍ਹ ਜਾ ਵੜਨਾ। ਉਧਰੋਂ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਆ ਗਿਆ। ਹੁਣ ਦੋਨਾਂ ਧਿਰਾਂ ਦੀ ਗੱਲ ਸੁਣਨੀ ਤਾਂ ਜ਼ਰੂਰੀ ਹੈ ਨਾ। ਉਹ ਕਹਿੰਦੇ ਜੀ ਗੱਲ ਇਦਾਂ ਕਿ ਮੈਂ ਦੱਸੋ 2 ਮਹੀਨੇ 'ਚ ਮੁੱਖ ਮੰਤਰੀ ਬਣੇ ਨੂੰ ਹੋ ਗਿਆ, ਮੈਂ ਕੀ ਮਾੜਾ ਕੀਤਾ। ਉਹ ਕਹਿੰਦੇ ਤੁਸੀਂ ਮੁਲਾਕਾਤ ਨਹੀਂ ਕਰਦੇ, ਕਹਿੰਦੇ ਮੈਂ ਕੀਤੀਆਂ ਤੇ ਮੈਂ ਅੱਗੋਂ ਵੀ ਕਰਨ ਨੂੰ ਤਿਆਰ ਹਾਂ। ਉਹ ਕਹਿੰਦੇ ਜੀ ਉਹਨਾਂ ਦੀ ਤੁਸੀਂ ਗੱਲ ਨਹੀਂ ਸੁਣਦੇ। ਉਹ ਕਹਿੰਦੇ ਜੀ ਮੈਂ ਮੂੰਗੀ ਦੀ ਫਸਲ ਦਾ MSP ਦੇਣ ਦਾ ਐਲਾਨ ਕਰਤਾ। ਕਹਿੰਦੇ ਮੇਰੀ ਗਰੰਟੀ ਹੈ, ਇੰਨੇ ਸਾਲ ਹੋ ਗਏ ਪਾਣੀ ਗੁਆਚੀ ਜਾਂਦਾ, ਧਰਤੀ ਖਰਾਬ ਹੋਈ ਜਾਂਦੀ, ਫਸਲਾਂ ਰੁਲੀ ਜਾਂਦੀਆਂ, 1 ਸਾਲ ਮੇਰੇ ਤੇ ਯਕੀਨ ਕਰਕੇ ਦੇਖ ਲਓ। ਕਹਿੰਦੇ ਅਸੀਂ ਜਦ ਕਹੀ ਜਾਂਦੇ ਕਿ ਬਾਸਮਤੀ ਚੁੱਕਾਂਗੇ ਕਿ ਤੁਸੀਂ ਬਾਸਮਤੀ ਲਾਓ, ਮੋਇਸਚਰ ਜਿੰਨਾ ਮਰਜ਼ੀ ਹੋਵੇ, ਨਮੀ ਜਿੰਨੀ ਮਰਜ਼ੀ ਹੋਵੇ, ਜਦ ਸਾਡੀ ਗਰੰਟੀ ਹੈ ਅਸੀਂ ਚੁੱਕਾਂਗੇ ਤਾਂ ਫਿਰ ਰੌਲਾ ਕਾਹਦਾ। ਮੂੰਗੀ ਦੀ ਫਸਲ ਤੇ MSP ਕਹਿੰਦੇ ਅਜੇ ਤੱਕ ਨਹੀਂ ਸੀ ਦਿੱਤੀ ਕਿਸੇ ਨੇ, ਮੈਂ ਦਿੱਤੀ ਤਾਂ ਕਹਿੰਦੇ ਫਿਰ ਰੌਲਾ ਕਾਹਦਾ। ਉਹ ਕਹਿੰਦੇ ਜੀ ਮੈਂ ਗੁਨਾਹ ਕੀ ਕਰ ਲਿਆ, ਜੇ ਜ਼ੋਨ ਵਾਈਜ਼ ਕਹਿੰਦੇ 10 ਨੂੰ ਲੱਗਣਾ ਸੀ, 8 ਦਿਨ ਲੇਟ ਲੱਗ ਜੂਗਾ। ਜੇ ਬੱਤੀ ਪੂਰੀ ਦੇ ਸਕੀਏ, ਜੇ ਪੰਜਾਬ ਦਾ ਪਾਣੀ ਬਚਾ ਸਕੀਏ, ਉਹ ਕਹਿੰਦੇ ਮੈਂ ਕਿਹੜਾ ਪੇਟੈਂਟ ਕਰਾਇਆ ਕਿ ਪੰਜਾਬ ਦਾ ਪਾਣੀ ਮੈਂ ਕਿਹੜਾ ਬੋਤਲਾਂ 'ਚ ਪਾ ਕੇ ਵੇਚਣਾ। ਜੇ ਮੈਂ ਕੋਸ਼ਿਸ਼ ਕਰ ਰਿਹਾ ਤਾਂ ਕਹਿੰਦੇ ਜੀ ਮੁਲਾਕਾਤ ਕਰਨ ਲਈ ਮੁਰਦਾਬਾਦ ਕਰਕੇ ਨਾ ਆਓ, ਮੇਰੇ ਪਿਓ ਬਰਾਬਰ ਨੇ, ਚਾਚੇ ਬਰਾਬਰ ਨੇ, ਤਾਇਆਂ ਬਰਾਬਰ ਨੇ। ਮੈਂ ਚਾਹੁੰਦਾ ਕਿ ਕਿਸਾਨੀ ਦੀ ਸਮੱਸਿਆ ਹੱਲ ਹੋ ਜਾਏ, ਪਰ ਬਹਿ ਕੇ ਗੱਲ ਆਪਾਂ ਜਿਹੜੀ ਕਰ ਲਈਏ ਉਹ ਚੰਗੀ। ਹੁਣ ਭਗਵੰਤ ਮਾਨ ਹੋਰਾਂ ਦਾ ਪੱਖ ਵੀ ਸਾਹਮਣੇ ਆ ਗਿਆ, ਕਿਸਾਨ ਜਥੇਬੰਦੀਆਂ ਦਾ ਵੀ ਸਾਹਮਣੇ ਆ ਗਿਆ। ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਕਿ ਕਹਾਣੀ ਕਿੱਥੇ ਖਲੋਤੀ ਹੈ। ਨਹੀਂ, ਮੇਰਾ ਖਿਆਲ ਇਹ ਜਿੱਥੇ ਜੇ ਜਾ ਕੇ ਪੇਜ ਫਸ ਗਿਆ, ਫਸਣਾ ਨਹੀਂ ਸੀ ਚਾਹੀਦਾ। ਕਿਉਂਕਿ ਕਾਰਨ ਇਹ ਆ ਵੀ ਪਿਛਲੇ ਸਾਲ ਸਵਾ ਸਾਲ ਦੇ ਵਿੱਚ ਜੋ ਇੱਕ ਭੱਲ ਬਣੀ ਸੀ ਕਿਸਾਨ ਜਥੇਬੰਦੀਆਂ ਦੀ ਵੀ ਹਾਂ ਯਾਰ, ਜਿੱਥੇ ਉਹਨਾਂ ਨੂੰ ਲੱਗਦਾ ਵੀ ਸਾਡੇ ਹੱਕਾਂ ਦੀ ਗੱਲ, ਅਗਲੇ ਜਾਂਦੇ ਨੇ, ਫਿਰ ਜਦੋਂ ਉਹ ਸੁਨੇਹਾ ਦਿੰਦੇ, ਹੋਕਾ ਦਿੰਦੇ ਆ, ਤੇ ਫਿਰ ਪੰਜਾਬ ਦੇ ਲੋਕ ਵੀ ਨਾਲ ਖੜਦੇ ਨੇ ਵੀ ਹਾਂ ਯਾਰ ਇੱਥੇ ਆਪਾਂ ਨੂੰ ਲੋੜ ਆ, ਆਪਣੇ ਪੰਜਾਬ ਦੀ ਗੱਲ ਹੈ। ਉੱਥੇ ਉਹ ਜਾ ਕੇ ਮੋਰਚਾ ਜਿੱਤਿਆ ਗਿਆ, ਉਹਦੇ ਨਾਲ ਬਹੁਤ ਬੱਲੇ ਬੱਲੇ ਹੋਈ ਦੁਨੀਆ ਭਰ ਦੇ ਵਿੱਚ, ਕਈ ਤਰ੍ਹਾਂ ਦੇ ਰਿਕਾਰਡ ਬਣ ਗਏ। ਦੇਖੋ ਜੀ ਵੀ ਆਹ ਕੰਮ ਹੱਕਾਂ ਦੀ ਲੜਾਈ ਦੇ ਲਈ ਕੀਤਾ ਗਿਆ। ਹੁਣ ਜਦੋਂ ਦੁਬਾਰਾ ਇਹ ਚੀਜ਼ ਚੱਲੀ ਆ ਤੇ ਇਹਦੇ 'ਚ ਪਹਿਲੀ ਗੱਲ ਤੇ ਇਹ ਵੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਨੇ। ਦੂਜੀ ਚੀਜ਼ ਇਹ ਕਿ ਜਿਹੜੀਆਂ ਮੰਗਾਂ ਉਹ ਰੱਖਦੇ ਨੇ, ਉਹਨਾਂ ਮੰਗਾਂ ਦੇ ਲਈ
ਕੁਛ ਜਦੋਂ ਵਾਰ-ਵਾਰ ਪੱਤਰਕਾਰ ਪੁੱਛਦੇ ਆ ਵੀ ਹਾਂਜੀ ਮਹਾਰਾਜ ਤੁਸੀਂ ਆਹ ਮੰਗ ਕਹਿੰਦੇ ਹੋ ਪਰ ਇਹ ਤਾਂ ਕੇਂਦਰ ਸਰਕਾਰ ਨਾਲ ਰਿਲੇਟਡ ਆ, ਉਹ ਕਹਿੰਦੇ ਵੀ ਕੇਂਦਰ ਸਰਕਾਰ ਨਾਲ ਵੀ ਗੱਲ ਕਰ ਲਵਾਂਗੇ, ਸਾਡੀ ਇੱਥੋਂ ਵਾਲੀ ਪਹਿਲਾਂ ਨਿਬੇੜ ਦਿਓ, ਨਜਿੱਠ ਦਿਓ। ਹੁਣ ਮੰਗਾਂ ਦੇ ਵਿੱਚ ਆ ਗਿਆ ਵੀ 500 ਦਾ ਸਾਨੂੰ ਚਾਹੀਦਾ, ਜੇ 500 ਨਹੀਂ ਉਹ ਕਹਿੰਦੇ ਜਿੰਨਾ ਵੀ ਯਾਰ ਕੁਛ ਨਾ ਕੁਛ ਬੋਨਸ ਤੇ ਦਿਓ। ਇੱਕ ਉਹਦੇ 'ਚ ਜ਼ਿਕਰ ਕਰ ਦਿੰਦੇ ਵੀ ਟਿਊਬਵੈੱਲਾਂ ਦੇ ਕਿਉਂਕਿ ਕਨੈਕਸ਼ਨ ਵੱਡੇ ਨੇ, ਤੇ ਜਿਹੜਾ ਤੁਸੀਂ ਕਹਿੰਦੇ ਜੇ ਕਨੈਕਸ਼ਨ ਵਧਾਉਣਾ ਤੇ ਉਹਦੇ ਲਈ ਜਿੰਨੀ ਫੀਸ ਰੱਖੀ ਗਈ ਉਹ ਘੱਟ ਹੈ, ਅਸੀਂ 1200 ਦਿੰਦੇ ਹਾਂ ਯਾਰ, ਉਸ ਹਿਸਾਬ ਨਾਲ ਸਾਡੇ ਨਾਲ ਸੈਟਲਮੈਂਟ ਕਰ ਲਓ। ਉਹ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਦੀ ਗੱਲ ਉਹ ਕਹਿੰਦੇ ਵੀ ਅਸੀਂ ਪਹਿਲਾਂ ਵੀ ਕੀਤੀ ਹੁਣ ਵੀ ਕਰ ਰਹੇ ਹਾਂ, ਪਰ ਸਾਡੀ ਗੱਲ ਨਹੀਂ ਸੁਣੀ ਜਾਂਦੀ। ਹੁਣ ਤੱਕ ਜਿੰਨੀਆਂ ਕੁ ਵੀ ਮੇਰੇ ਖਿਆਲ ਨਾਲ ਲੀਡਰ ਸਾਹਿਬਾਨਾਂ ਦੀਆਂ ਗੱਲਾਂ 'ਚੋਂ ਗੱਲ ਸਮਝ ਆਈ, ਉਹਨਾਂ ਦੀ ਮੰਗ ਇਹ ਆ ਵੀ ਪੈਨਲ ਬਣੇ, ਮੁੱਖ ਮੰਤਰੀ ਸਾਹਿਬ ਆਪ ਹੋਣ ਤੇ ਸਾਡੇ ਨਾਲ 1 to 1 ਗੱਲ ਕੀਤੀ ਜਾਵੇ, ਸਾਨੂੰ ਤਰੀਕ ਦੱਸੀ ਜਾਵੇ ਵੀ ਕਦੋਂ ਕਿਹੜੀ ਚੀਜ਼ ਹੋਊਗੀ, ਤਾਂ ਜੋ ਸਾਨੂੰ ਇਹ ਕਲੀਅਰ ਹੋਵੇ ਵੀ ਇਸ ਤਰੀਕ ਨੂੰ ਤੁਸੀਂ MSP ਦਾ ਨੋਟੀਫਿਕੇਸ਼ਨ ਕਰ ਦੋਗੇ। ਇਹ ਸਿਰਫ ਐਲਾਨ ਨਹੀਂ ਰਹੂਗਾ, ਕਿਉਂਕਿ ਜੇ ਅਸੀਂ ਬੀਜ ਲਿਆ ਕੁਛ, ਕੱਲ੍ਹ ਉਹਦਾ ਕੁਛ ਵੱਟਿਆ ਨਾ ਗਿਆ ਤੇ ਅਸੀਂ ਤਾਂ ਦੂਰੇ ਮਾਰੇ ਜਾਣਾ, ਇਹ ਉਹਨਾਂ ਦਾ ਫਿਕਰ ਹੋ ਸਕਦਾ। ਪਰ ਦੂਜੇ ਪਾਸੇ ਜਿੱਦਾਂ ਦੀ ਅਪੀਲ ਭਗਵੰਤ ਮਾਨ ਹੋਰਾਂ ਨੇ ਕੀਤੀ ਆ ਇਮੋਸ਼ਨਲ, ਉਹ ਕਹਿੰਦੇ ਵੀ ਯਾਰ 1 ਸਾਲ ਤੇ ਤੁਸੀਂ ਦੇ ਦਿਓ ਵੀ ਪਹਿਲਾਂ ਤੇ ਮੈਂ MP ਸੀਗਾ, ਉੱਥੇ ਤੁਹਾਡੀ ਡਿਮਾਂਡ ਰੱਖਦਾ ਸੀ, ਗੱਲ ਰੱਖਦਾ ਸੀ, ਅਗਲੇ ਸੁਣਦੇ ਸੀ ਨਹੀਂ ਸੁਣਦੇ ਸੀ ਉਹਨਾਂ ਦੇ ਆ, ਹੁਣ ਤੇ ਮੇਰੇ ਕੋਲ ਆ ਨਾ ਤਾਕਤ, ਤੇ ਮੈਂ ਤੁਹਾਨੂੰ ਕਹਿਣਾ ਵੀ ਮੇਰੀ ਗਰੰਟੀ ਆ ਯਾਰ ਤੁਸੀਂ 1 ਸਾਲ ਮੇਰੇ ਹਿਸਾਬ ਨਾਲ ਚੱਲ ਜਾਓ, ਜੋ ਤੁਹਾਨੂੰ ਘਾਟਾ ਪੈ ਗਿਆ ਉਹਦੀ ਦੇਣਦਾਰੀ ਮੇਰੀ, ਤੇ ਆਪਾਂ ਪੰਜਾਬ ਬਚਾ ਲਈਏ। ਹੁਣ ਮੈਨੂੰ ਇਹ ਲੱਗਦਾ ਵੀ ਇਹਨਾਂ ਦੋਵਾਂ ਗੱਲਾਂ 'ਚ ਇੱਕ ਗੱਲ ਸਾਂਝੀ ਆ, ਜੇ ਆਪਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਉੱਥੇ ਮੋਰਚਾ ਲਾ ਕੇ ਬੈਠੀਆਂ ਉਹ ਵੀ, ਜਾਂ ਜਿਹੜੇ ਉਹ ਧੜੇ ਨੇ ਜਿਹੜੇ ਉੱਥੇ ਨਹੀਂ ਗਏ ਪਰ ਫਿਰ ਵੀ ਉਹ ਆਪਣੀ ਮੰਗ ਰੱਖਦੇ, ਉਹ ਸਾਰੇ ਹੀ ਇਹ ਗੱਲ ਕਰਦੇ ਵੀ ਕਿਸਾਨੀ ਮਾਡਲ ਬਦਲਣ ਦੀ ਲੋੜ ਆ ਤੇ ਪਾਣੀ ਬਚਾਉਣ ਦੀ ਲੋੜ ਆ, ਕਿਉਂਕਿ ਜੇ ਆਪਾਂ ਪਾਣੀ ਨਾ ਬਚਾਇਆ, ਖੇਤੀ ਮਾਡਲ ਨਾ ਬਦਲਿਆ ਤੇ ਪੰਜਾਬ ਦਾ ਬਚਣਾ ਕੁਛ ਨਹੀਂ। ਹੁਣ ਮੈਨੂੰ ਲੱਗਦਾ ਵੀ ਝੋਲ ਸਿਰਫ ਇੱਥੇ ਜਿਹਾ ਵੀ ਗੱਲਾਂ ਦੋਵੇਂ ਇੱਕੋ ਰਾਹ ਤੇ ਜਾਂਦੀਆਂ ਕਰਦੇ ਆ, ਉਹ ਕਹਿੰਦੇ ਸਾਡੇ ਹਿਸਾਬ ਨਾਲ ਕਰ ਲਓ, ਉਹ ਕਹਿੰਦੇ ਸਾਡੇ ਹਿਸਾਬ ਨਾਲ ਕਰ ਲਓ। ਹੁਣ ਦੋਵਾਂ 'ਚੋਂ ਹਿਸਾਬ ਕਿਹੜਾ ਸਹੀ ਬੈਠੂਗਾ ਇਹ ਵਕਤ ਨੇ ਕੱਢਣੀ ਗੱਲ। ਦੇਖੋ ਸੰਧਾਲੀਆ ਸਾਹਿਬ, ਜਦੋਂ ਜ਼ਿੰਮੇਵਾਰੀਆਂ ਦੀ ਗੱਲ ਆਉਂਦੀ ਹੈ ਨਾ, ਤਾਂ ਇੱਕ ਗੱਲ ਬਹੁਤ ਸਾਫ਼ ਸੁਚੱਜੇ ਤਰੀਕੇ ਦੇ ਨਾਲ ਸਾਨੂੰ ਸਪਸ਼ਟ ਰੂਪ ਦੇ ਵਿੱਚ ਸਮਝਣੀ ਚਾਹੀਦੀ ਹੈ ਕਿ ਕਿਸਾਨ ਤੰਗ ਆ। ਤੰਗ ਇਸ ਕਰਕੇ ਵੀ ਆ ਕਿ ਬੋਰ ਡੂੰਘੇ ਕਰਨੇ ਪੈ ਰਹੇ ਆ, ਤੰਗ ਇਸ ਕਰਕੇ ਵੀ ਆ ਕੋਈ ਪਤਾ ਨਹੀਂ ਬੀਜ ਨਕਲੀ ਆ ਜਾਣਾ, ਖਾਦ ਨਕਲੀ ਆ ਜਾਣੀ, ਕਿ ਦਵਾਈ ਨਕਲੀ ਆ ਜਾਣੀ, ਕੋਈ ਪਤਾ ਨਹੀਂ ਕਦੋਂ ਚਿੱਟੀ ਮੱਖੀ ਆ ਜਾਣੀ, ਕਦੋਂ ਤੇਲਾ ਪੈ ਜਾਣਾ, ਕਦੋਂ ਕੋਈ ਹੋਰ ਬਿਮਾਰੀ ਪੈ ਜਾਣੀ, ਕੋਈ ਪਤਾ ਥੋੜੀ ਹੈ। ਕੋਈ ਪਤਾ ਨਹੀਂ ਕਿ ਜਦੋਂ ਮੀਂਹ ਨਹੀਂ ਚਾਹੀਦਾ ਉਦੋਂ ਮੀਂਹ ਆਣਾ, ਜਦੋਂ ਗਰਮੀ ਨਹੀਂ ਚਾਹੀਦੀ ਉਦੋਂ ਗਰਮੀ ਜ਼ਿਆਦਾ ਪੈ ਜਾਣੀ, ਕਦੋਂ ਦਾਣਾ ਵੱਡਾ ਹੋ ਜਾਣਾ, ਕਦੋਂ ਸੁੰਗੜ ਜਾਣਾ। ਤੇ ਸਾਰੇ ਦਾ ਸਾਰਾ ਭਾਰ ਬੋਝ ਆ ਕੇ ਕਿਸਾਨ ਤੇ ਪੈਂਦਾ, ਤੇ ਉਹ ਪਹਿਲੇ ਮਾਰਿਆ ਫਿਰ ਫਾਹੇ ਲੈਂਦਾ। ਤੇ ਕਿਸਾਨ ਜਥੇਬੰਦੀਆਂ ਨੁਮਾਇੰਦਗੀ ਕਰਦੀਆਂ ਉਸ ਜਮਾਤ ਦੀ, ਕਿਸਾਨਾਂ ਦੀ, ਮਜ਼ਦੂਰਾਂ ਦੀ। ਇਸ ਕਰਕੇ ਅਗਲਿਆਂ ਨੇ ਕਹਿਣਾ, ਹੁਣ ਦੇਖੋ ਕਣਕ ਦੀ ਪ੍ਰੋਡਕਸ਼ਨ ਘੱਟ ਹੋਈ, ਝਾੜ ਘਟਿਆ, ਜੇ ਉਹ ਪੈਸੇ ਮੰਗਦੇ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਜੱਗੋਂ 13ਵੀਂ ਕਰ ਰਹੇ ਆ। ਪਰ ਦੂਸਰੀ ਗੱਲ ਇਹ ਵੀ ਚੇਤੇ ਰੱਖਣ ਵਾਲੀ ਆ ਕਿ ਭਾਈ ਅੱਜ ਤੱਕ ਕਿਸੇ ਨੇ ਹੋਰ ਕਿਸੇ ਫਸਲ ਦਾ MSP ਦੇ ਭਾਅ ਦੇਣ ਦਾ ਐਲਾਨ ਹੀ ਨਹੀਂ ਸੀ ਕੀਤਾ। ਗੱਲਾਂ ਕੀਤੀਆਂ ਜਾਂਦੀਆਂ ਸੀ, ਹਾਂ ਭਗਵੰਤ ਮਾਨ ਸਾਹਿਬ ਨੋਟੀਫਿਕੇਸ਼ਨ ਜਾਰੀ ਕਰ ਦੇਣ, ਬਾਸਮਤੀ ਦਾ ਵੀ ਕਰ ਦੇਣ, ਮੂੰਗੀ ਦਾ ਵੀ ਕਰ ਦੇਣ, ਘੱਟੋ ਘੱਟ ਇਸ ਮਸਲੇ ਤੇ ਤਸੱਲੀ ਹੋ ਜਾਏ। ਦੂਸਰੀ ਗੱਲ ਸੰਧਾਲੀਆ ਸਾਹਿਬ ਕਿ ਜੇ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਉਹਨਾਂ ਨੇ ਕਹਿਤਾ ਕਿ ਆ 2 ਚੀਜ਼ਾਂ ਦਿਆਂਗੇ, ਉਹਨਾਂ ਨੇ ਵੀ ਕਹਿਤਾ ਕਿ 1500 ਰੁਪਈਆ ਦਿਆਂਗੇ, ਰਾਜੇਵਾਲ ਸਾਹਿਬ ਨੇ ਕਿਹਾ ਜੀ 1500 ਕੱਖ ਨਹੀਂ, ਇਹਨੇ ਨਾਲ ਤਾਂ ਕੱਖ ਮਾਰਨ ਵਾਲੀ ਦਵਾਈ ਵੀ ਨਹੀਂ ਆਉਂਦੀ, ਜਿਹੜੇ ਨਦੀਨ ਉੱਗਦੇ ਨੇ, ਉਹ ਵੀ ਗੱਲ ਠੀਕ ਹੈ। ਪਰ ਨਦੀਨ ਜੇ 1500 ਨਾ ਦਿੰਦੇ ਉਹ ਤਾਂ ਵੀ ਉੱਗਣੇ ਸੀ, ਤਾਂ ਵੀ ਸਪਰੇਅ ਕਰਨੀ ਪੈਣੀ ਸੀ, ਕੁਛ ਨਾ ਕੁਛ ਫਾਇਦਾ ਹੋਇਆ ਹੀ ਹੋਊਗਾ। ਸੋ ਸਾਰੀਆਂ ਧਿਰਾਂ ਨੂੰ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ, ਕਿਉਂਕਿ ਕਿਸਾਨਾਂ ਲਈ ਵੀ ਜ਼ਰੂਰੀ ਹੈ। ਸੰਧਾਲੀਆ ਸਾਹਿਬ ਇੱਕ ਸਵਾਲ ਬਹੁਤ ਵੱਡੀ ਪੱਧਰ ਤੇ ਚੱਕਿਆ ਜਾ ਰਿਹਾ ਕਿ ਕਿਸਾਨ ਜਥੇਬੰਦੀਆਂ ਬਹੁਤ ਜ਼ਿੰਮੇਵਾਰ ਨੇ, ਆਗੂਆਂ ਦੇ ਵਿੱਚ ਸਿਆਣਪ ਸਿਖਰ ਤੇ ਹੈ, ਪਰ ਪਿਛਲੇ ਦਿਨੀ ਜਦੋਂ ਇੱਕ ਸਕੂਲ ਬੱਸ ਡਿੱਗ ਪਈ ਸੀ, ਬੱਚੇ ਜ਼ਖਮੀ ਹੋ ਗਏ ਸੀ, ਉਹਦੇ ਤੋਂ ਬਾਅਦ ਜਦੋਂ ਪਿੱਛੇ ਇੱਕ ਛੋਟੀ ਜੀ ਬੱਚੀ ਕਣਕ ਦੇ ਨਾੜ ਨੂੰ ਅੱਗ ਲਾਈ ਸੀ, ਝੁੱਗੀਆਂ ਸੜ ਗਈਆਂ, ਬੱਚੀ ਮੰਜੇ ਤੇ ਪਈ ਸੜ ਗਈ, ਦੁਨੀਆ ਤੋਂ ਜਹਾਨੋਂ ਚਲੇ ਗਈ। ਉਹ ਬੱਚੀ ਚਾਹੇ ਪ੍ਰਵਾਸੀ ਮਜ਼ਦੂਰ ਦੀ ਆ, ਚਾਹੇ ਪੰਜਾਬ ਦੇ ਮਜ਼ਦੂਰ ਦੀ ਆ, ਚਾਹੇ ਕਿਸਾਨ ਦੀ ਆ, ਬੱਚੀ ਤਾਂ ਬੱਚੀ ਹੈ ਨਾ, ਉਹਦੀ ਜਾਨ ਦੀ ਕੀਮਤ ਤਾਂ ਉਨੀ ਹੈ। ਹੁਣ ਉੱਥੇ ਕਹਿੰਦੇ ਜੀ ਕਿੰਨੇ ਕਾਗੂ ਹੈ, ਇਹ ਭਗਵੰਤ ਮਾਨ ਸਾਹਿਬ ਨੇ ਵੀ ਸਵਾਲ ਕੀਤਾ, ਕਹਿੰਦੇ ਜੀ ਦੇਖੋ ਸੁਹਿਰਦਤਾ ਤਾਂ ਚਾਹੀਦੀ ਹੈ ਨਾ, ਕਿ ਉਹ ਬੱਚੇ ਕਿਸਮਤ ਦੇ ਧਨੀ ਸੀ ਕਿ ਬਚ ਗਿਆ, ਜਿਹੜੇ ਸਕੂਲ ਵਾਲੀ ਬੱਸ ਡਿੱਗੀ ਸੜ ਗਿਆ ਬੁਰੇ ਤਰੀਕੇ ਬੱਚੇ ਕਈ, ਉਹ ਕਹਿੰਦੇ ਜੀ ਉੱਥੇ ਵੀ ਤਾਂ ਸਾਡੀਆਂ ਜ਼ਿੰਮੇਵਾਰੀਆਂ ਕੁਛ ਚਾਹੀਦੀਆਂ ਨਾ, ਅਸੀਂ ਤਾਂ ਸਰਕਾਰ ਚਲਾ ਰਹੇ ਹਾਂ। ਸੋ ਕਿਤੇ ਨਾ ਕਿਤੇ ਬਹੁਤ ਧਿਆਨ ਨਾਲ, ਕਿਉਂਕਿ ਕੁਝ ਸੈਕਰੀਫਾਈਸ ਸਰਕਾਰ ਨੂੰ ਕਰਨਾ ਪੈਣਾ, ਕੁਝ ਤਿਆਗ ਕਿਸਾਨਾਂ ਨੂੰ ਕਰਨਾ ਪੈਣਾ, ਰਲ ਮਿਲ ਕੇ ਚੱਲਣਗੇ 4-5 ਸਾਲ ਦੇ ਵਿੱਚ ਕਦੋਂ ਗੱਲ ਟਿਕਾਣੇ ਆ ਜੂਗੀ। ਜੇ ਰਲ ਮਿਲ ਕੇ ਨਹੀਂ ਚੱਲਣਗੇ, ਦੋਨੋਂ ਧਿਰਾਂ ਸੁਹਿਰਦ ਨਹੀਂ ਹੋਣਗੀਆਂ, ਫਿਰ ਠੀਕ ਆ ਭਾਈ, ਪਾਣੀ ਐ ਥੱਲੇ ਨੂੰ ਜਾਂਦਾ, ਕੋਈ ਨਾ ਕੋਈ ਦਿਨ ਆਊਗਾ ਚਨਾਈਆਂ ਨੂੰ ਥੱਲੇ ਲੱਗ ਜੂਗੇ। ਨਹੀਂ ਉਹ ਤਾਂ ਆਪਾਂ ਅੱਗੇ ਵੀ ਜ਼ਿਕਰ ਕਰਦੇ ਹਾਂ, ਇਹ ਗੱਲ ਤੇ ਵਾਕਈ ਨੋਟ ਕਰਨ ਵਾਲੀ ਆ ਵੀ ਜਿੱਥੇ ਵੀ ਇਸ ਵਕਤ ਆਪਾਂ ਬੈਠੇ ਆ, ਉਹ ਤਰਾਸਦੀ ਇਹੋ ਜਿਹੀ ਆ ਵੀ ਉਹਦੇ 'ਚ ਫਰਕ ਹਰੇਕ ਨੂੰ ਪੈਣਾ, ਚਾਹੇ ਕੋਈ ਇਸ ਵਕਤ ਸਰਕਾਰ ਦੇ ਵਿੱਚ ਬੈਠਾ, ਜੇ ਮੰਨ ਲਓ ਵੀ ਕੱਲ੍ਹ ਨੂੰ ਪੰਜਾਬ ਕਿਤੇ ਪਾਣੀ ਖੁਣੋਂ ਵਿਹਲਾ ਹੋ ਜਾਂਦਾ ਜਾਂ ਹੋਰ ਨੁਕਸਾਨ ਹੁੰਦਾ, ਤੇ ਫਿਰ ਸਰਕਾਰ ਕਾਹਦੇ ਆਸਰੇ ਚਲਾਉਣੀ ਜੇ ਬੰਦੀ ਨਾ ਹੋਏ। ਤੇ ਜੇ ਆਪਾਂ ਆਮ ਲੋਕਾਂ ਦੀ ਗੱਲ ਕਰੀਏ, ਆਗੂਆਂ ਦੀ ਗੱਲ ਕਰੀਏ, ਉਹ ਕਹਿੰਦੇ ਵੀ ਆਪਾਂ ਅੰਗੂਠਾ ਦੇਣਾ ਹਰੇਕ ਦੀ ਧੌਣ ਤੇ।
ਉਹਦੇ 'ਚ ਵੀ ਕਹਾਣੀ ਇਹ ਆ ਵੀ ਕਿਤੇ ਨਾ ਕਿਤੇ ਯਾਰ ਅੱਜ ਉਹ ਵੇਲਾ ਵਿਚਾਰਨ ਦੀ ਲੋੜ ਤਾਂ ਨਹੀਂ ਹੈ ਵੀ ਜਿੱਥੇ ਆਪਾਂ ਕੋਈ ਐਸਾ ਮੋੜ ਕੱਟ ਜਾਈਏ ਜਿਹੜਾ ਹੋ ਸਕਦਾ ਵੀ ਅੱਜ ਔਖਾ ਲੱਗਦਾ ਹੋਵੇ, ਕੱਲ੍ਹ ਨੂੰ ਪਰਸੋਂ ਨੂੰ ਤੁਰਦਿਆਂ ਆਪਾਂ ਕੋਈ ਐਸਾ ਰਾਹ ਕੱਟ ਜਾਈਏ ਵੀ ਆਪਾਂ ਨਾ ਉਹਦੇ ਤੋਂ ਖਹਿੜਾ ਛੁੱਟ ਜੇ। ਪਿਛਲੇ ਦਿਨ ਹੀ ਮੈਂ ਗੱਲ ਸੁਣਦਾ ਸੀ ਵੀ ਜਿਹੜੀ ਹਰੀ ਕ੍ਰਾਂਤੀ ਜਦੋਂ ਲਿਆਉਣੀ ਸੀ ਉਦੋਂ ਸਰਕਾਰਾਂ ਦਾ ਜ਼ੋਰ ਲੱਗਿਆ ਸੀ, ਉਦੋਂ ਠੀਕ ਆ ਉਹ ਜੋ ਕੁਛ ਵੀ ਕੀਤਾ ਗਿਆ ਉਦੋਂ ਪੰਜਾਬ ਦੇ ਕਿਸਾਨਾਂ ਨੂੰ ਜਾਂ ਪਿਛਲੀ ਪੀੜ੍ਹੀ ਦੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਆਮ ਬੜੀ ਸਾਦੀ ਸਿੱਧੀ ਪੱਧਰੀ ਖੇਤੀ ਕਰਦੇ ਸੀ ਉਹਨੂੰ ਨਹੀਂ ਪਤਾ ਸੀ, ਪਰ ਹਾਂ ਉਦੋਂ ਨੂੰ ਲੱਗਿਆ ਨਾ ਇਹਨਾਂ ਨੂੰ ਵੀ ਯਾਰ ਸਾਨੂੰ ਇਸ ਚੀਜ਼ ਦੀ ਲੋੜ ਆ ਅਤੇ ਆਪਾਂ ਇਹ ਕੰਮ ਕਰਾ ਲਈਏ। ਜੇ ਸਰਕਾਰਾਂ ਉਦੋਂ ਜ਼ੋਰ ਲਾ ਸਕਦੀਆਂ ਸੀ, ਇਹਦੇ 'ਚ ਮੇਰੇ ਖਿਆਲ ਨਾਲ ਕੇਂਦਰ ਸਰਕਾਰ ਵੀ ਵਾਰ-ਵਾਰ ਉਹ ਕਹਿੰਦੇ ਆ ਕਿ ਵੀ ਆਪਾਂ ਜ਼ੀਰੋ ਬਜਟ ਖੇਤੀ ਕਰਨੀ, ਆਰਗੈਨਿਕ ਫਾਰਮਿੰਗ ਵਾਲੇ ਪਾਸੇ ਆਉਣਾ, ਆਪਾਂ ਪਾਣੀ ਬਚਾਉਣਾ, ਆਪਾਂ ਰੇਹਾਂ ਸਪਰੇਆਂ ਤੋਂ ਬਚਣਾ, ਆਪਾਂ ਮਿੱਟੀ ਦੀ ਸਿਹਤ ਵਧੀਆ ਕਰਨੀ ਆ। ਮੈਨੂੰ ਲੱਗਦਾ ਹੈ ਵੀ ਜੇ ਪੰਜਾਬ ਸਰਕਾਰ ਉੱਥੇ ਜਾ ਕੇ ਵੀ ਕੋਈ ਨਾ ਕੋਈ ਬੇਨਤੀ ਲਾ ਲਵੇ, ਕਿਸਾਨ ਜਥੇਬੰਦੀਆਂ ਵੀ ਨਾਲ ਚਲੀਆਂ ਜਾਣ, ਉਹਨਾਂ ਨੂੰ ਵੀ ਕਿਹਾ ਜਾਵੇ ਵੀ ਯਾਰ ਜਿਹੜੀ ਚੀਜ਼ ਤੁਸੀਂ ਪੂਰੇ ਮੁਲਕ 'ਚ ਕਰਨੀ ਚਾਹੁੰਦੇ ਹੋ, ਸਾਡੇ ਕੋਲੇ ਉਹ ਦੇਸ਼ ਹੈਗੇ ਨੇ ਜਾਂ ਦੇਸ਼ ਦਾ ਉਹ ਹਿੱਸਾ ਹੈਗਾ ਜਿੱਥੇ ਪਹਿਲਾਂ ਇੱਕ ਮਾਡਲ ਤੁਸੀਂ ਚਲਾ ਲਿਆ, ਉਹ ਮਾਡਲ ਅੱਜ ਦੀ ਡੇਟ ਦੇ ਵਿੱਚ ਸਾਰਾ ਕੁਝ ਖਤਮ ਕਰ ਚੁੱਕਾ। ਹੁਣ ਜੇ ਆਪਾਂ ਦਵਾਈ ਵੀ ਲਾਉਣੀ ਆ ਤਾਂ ਉੱਥੇ ਹੀ ਲਾਈਏ ਜਿੱਥੇ ਸਭ ਤੋਂ ਪਹਿਲਾਂ ਜ਼ਖਮ ਹੋਇਆ ਸੀ। ਅਤੇ ਮੇਰੇ ਖਿਆਲ ਨਾਲ ਜੇ ਉੱਧਰੋਂ ਥੋੜ੍ਹੀ ਬਹੁਤ ਬਾਂਹ ਫੜੀ ਜਾਵੇ, ਕੁਛ ਇੱਧਰੋਂ ਸਿਰਤਾ ਹੋ ਜਾਵੇ ਅਤੇ ਸ਼ਾਇਦ ਹੌਲੀ ਹੌਲੀ ਮੋੜਾ ਕੱਟਿਆ ਜਾਵੇ। ਹਾਂ, ਜੇ ਆਪਾਂ ਮੇਰੇ ਖਿਆਲ ਨਾਲ ਇਸ ਤਰ੍ਹਾਂ ਤਣਾ ਤਣੀ 'ਚ ਦੋਵੇਂ ਤਰ੍ਹਾਂ ਸਾਹਮਣੇ ਆਣ ਕੇ ਖੜ ਜਾਣਗੀਆਂ, ਫਿਰ ਮੈਨੂੰ ਕੋਈ ਇਹਦੇ 'ਚੋਂ ਹੱਲ ਨਿਕਲਦਾ ਤੇ ਨਜ਼ਰ ਆਉਂਦਾ ਨਹੀਂ। ਹੱਲ ਇੱਦਾਂ ਥੋੜ੍ਹਾ ਜਿਹਾ ਔਖਾ ਲੱਗਦਾ। ਬਾਕੀ ਅੱਜ ਉਮੀਦ ਕਰਦੇ ਹਾਂ ਕਿ ਮੀਟਿੰਗ ਹੋ ਜਾਵੇ, ਉਮੀਦ ਕਰਦੇ ਹਾਂ ਕਿ ਦੋਵੇਂ ਧਿਰਾਂ ਜਿਹੜੀਆਂ ਸੁਹਿਰਦਤਾਪੂਰਵਕ ਅਗਲੇ ਪਾਸੇ ਨੂੰ ਵਧਣ, ਕਿਉਂਕਿ ਬਿਜਲੀ ਦਾ ਸੰਕਟ ਚੱਲ ਰਿਹਾ। ਉਹ ਕੋਲੇ ਵਾਲੇ ਪਾਸਿਓਂ ਵੀ ਹੈ, ਤਕਨੀਕੀ ਖਰਾਬੀਆਂ ਵੀ ਹੋ ਰਹੀਆਂ। ਉਹ ਬਿਜਲੀ ਦਾ ਸੰਕਟ ਜੇ ਵੱਧ ਗਿਆ ਫਿਰ ਘਰਾਂ ਲਈ ਵੀ ਔਖਾ ਹੋਊਗਾ, ਇੰਡਸਟਰੀ ਲਈ ਵੀ ਔਖਾ ਹੋਊਗਾ ਅਤੇ ਖੇਤੀ ਲਈ ਵੀ ਔਖਾ ਹੋਊਗਾ। ਉਮੀਦ ਕਰਦੇ ਹਾਂ ਕਿ ਸਾਰਾ ਕੁਝ ਠੀਕ ਹੋਵੇ। ਨਾਲ ਦੀ ਨਾਲ ਹੀ ਸੰਧਾਲੀਆ ਸਾਹਿਬ ਇੱਕ ਮੁਲਾਕਾਤ ਜਿਹੜੀ ਹੈ ਉਹ ਬਾਬਾ ਬਲਵੀਰ ਸਿੰਘ ਸੀਚੇਵਾਲ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਮੈਂਬਰ, ਉਹਨਾਂ ਦੀ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨਾਲ। ਚਲੋ ਮੁੱਖ ਮੰਤਰੀ ਸਾਹਿਬ ਨੇ ਆਪ ਵੀ ਪੋਸਟ ਪਾਈ, ਫੋਟੋ ਪਾਈਆਂ ਕਿ ਜੀ ਬਾਬਾ ਬਲਵੀਰ ਸਿੰਘ ਸੀਚੇਵਾਲ ਨਾਲ ਵਾਤਾਵਰਣ ਦੀ ਸ਼ੁੱਧਤਾ ਤੇ ਪਾਣੀ ਦੀ ਸ਼ੁੱਧਤਾ ਦੇ ਉੱਤੇ ਗੱਲਬਾਤ ਚੰਗੇ ਤਰੀਕੇ ਹੋਈ ਹੈ। ਰਲ ਮਿਲ ਕੇ ਯਤਨ ਕਰਨੇ ਚਾਹੀਦੇ ਆ, ਪੰਜਾਬ ਦਾ ਪਾਣੀ ਸ਼ੁੱਧ ਕਰਨਾ, ਸਾਫ਼ ਕਰਨਾ, ਸਵੱਛ ਕਰਨਾ ਬੜਾ ਜ਼ਰੂਰੀ ਹੈ। ਚੰਗਾ ਲੱਗਿਆ ਭਾਈ, ਮੁੱਖ ਮੰਤਰੀ ਸਾਹਿਬ ਮਿਲੇ ਆ ਉਹਨਾਂ ਨੂੰ, ਸਿਆਣੇ ਨੇ ਸਾਰੇ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਾਲੇ ਵੀ, ਬਾਬਾ ਬਲਵੀਰ ਸਿੰਘ ਸੀਚੇਵਾਲ ਵੀ ਬੜੇ ਲੰਬੇ ਸਮੇਂ ਤੋਂ ਕੰਮ ਕਰਦੇ ਆ। ਪਰ ਇੱਕ ਫੋਟੋ ਤਾਂ ਪੈ ਗਈ ਸੰਧਾਲੀਆ ਸਾਹਿਬ, ਤੁਹਾਨੂੰ ਯਾਦ ਹੋਣਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਮੈਂਬਰਾਂ ਨੂੰ ਲੈ ਕੇ ਬਾਬਾ ਬਲਵੀਰ ਸਿੰਘ ਸੀਚੇਵਾਲ ਬੁੱਢੇ ਨਾਲੇ ਤੇ ਅਕਸਰ ਜਾਂਦੇ ਰਹੇ ਆ। ਪਿਛਲੀ ਸਰਕਾਰ ਨੂੰ ਇੱਕ ਨਕਸ਼ਾ ਬਣਾ ਕੇ ਦਿੱਤਾ ਸੀ ਕਿ ਬੁੱਢੇ ਨਾਲੇ ਦੇ ਵਿੱਚ ਜਿਹੜਾ ਗੰਦ ਪਿਆ ਹੋਇਆ, ਸਾਫ਼ ਪਾਣੀ ਨੂੰ ਗੰਧਲਾ ਕਰਨ ਦੇ ਸਰੋਤ ਕਿਹੜੇ-ਕਿਹੜੇ ਆ, ਯਾਨੀ ਬੁੱਢੇ ਨਾਲੇ 'ਚ ਪਾਣੀ ਆਉਂਦਾ ਖਰਾਬ ਕਿੱਦਾਂ ਹੋ ਜਾਂਦਾ। ਉਹਨਾਂ ਨੇ ਕੱਲਾ ਪੁਆਇੰਟ ਨਕਸ਼ੇ ਤੇ ਬਣਾ ਕੇ ਪਿਛਲੀ ਸਰਕਾਰ ਨੂੰ ਦਿੱਤਾ ਸੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਵੀ ਦਿੱਤਾ ਸੀ ਕਿ ਇੱਥੇ ਆ ਇੰਡਸਟਰੀ ਆ, ਇੱਥੇ ਇਹਨਾਂ ਦਾ ਪਾਈਪ ਹੈ, ਇੱਥੇ ਆ ਸ਼ਹਿਰ 'ਚੋਂ ਪਾਣੀ ਆਉਂਦਾ, ਇੱਥੋਂ ਫੈਕਟਰੀ 'ਚ ਆਉਂਦਾ, ਇੱਥੋਂ ਡਾਈਂਗ ਇੰਡਸਟਰੀ 'ਚ ਆਉਂਦਾ, ਇੱਥੋਂ ਡੇਅਰੀ ਦਾ ਆਉਂਦਾ। ਤੇ ਜੇ ਆਪਾਂ ਇਹ ਪਾਣੀ, ਗੰਦਾ ਪਾਣੀ, ਕੈਮੀਕਲ ਯੁਕਤ ਪਾਣੀ ਬੁੱਢੇ ਨਾਲੇ ਦੇ ਵਿੱਚ ਪੈਣੋਂ ਬੰਦ ਨਾ ਕਰਾਇਆ, ਤੁਸੀਂ ਜਿੰਨਾ ਮਰਜ਼ੀ ਪਿੱਛੋਂ ਪਾਣੀ ਸਾਫ਼ ਛੱਡ ਦਿਓ, ਉਹ ਗੰਦਾ ਪਾਣੀ ਦੇ ਵਿੱਚੇ ਹੀ ਰਹਿਣਾ ਨਾ, ਕੈਮੀਕਲ ਵਿੱਚੇ ਹੀ ਰਹਿਣਾ, ਤੇ ਉਹਨੇ ਸਤਲੁਜ ਖਰਾਬ ਕਰਨਾ, ਸਤਲੁਜ ਦੇ ਨਾਲ ਬਿਆਸ ਖਰਾਬ ਹੋ ਜਾਣਾ, ਉਹਦੇ ਤੋਂ ਬਾਅਦ ਨਹਿਰਾਂ ਦੇ ਵਿੱਚ ਗੰਦਲਾ ਪਾਣੀ ਜਾਣਾ, ਲੋਕਾਂ ਨੂੰ ਬਿਮਾਰੀਆਂ ਲੱਗਣੀਆਂ। ਫੋਟੋ ਅਪਲੋਡ ਕੀਤੀ, ਬਹੁਤ ਚੰਗਾ ਹੋਇਆ, ਮੀਟਿੰਗ ਹੋਈ, ਬਹੁਤ ਚੰਗਾ ਹੋਇਆ। ਪਰ ਪਿਛਲੇ ਸਮੇਂ ਦੇ ਵਿੱਚ ਉਹ ਕਨੈਕਸ਼ਨ ਨਹੀਂ ਸੀ ਬੰਦ ਹੋਏ, ਜਿਨ੍ਹਾਂ ਪਾਈਪਾਂ ਦੇ ਰਾਹੀਂ, ਜਿਨ੍ਹਾਂ ਖਾਲਿਆਂ ਦੇ ਰਾਹੀਂ ਉਹ ਪਾਣੀ ਗੰਦਾ ਜਿਹੜਾ ਬੁੱਢੇ ਨਾਲੇ ਦੇ ਵਿੱਚ ਬਿਨਾਂ ਟਰੀਟ ਕੀਤੇ ਆ ਕੇ ਡਿੱਗਦਾ ਸੀ, ਉਹ ਪਾਣੀ ਨਹੀਂ ਸੀ ਬੰਦ ਹੋਇਆ। ਹੁਣ ਚਾਹੀਦਾ ਤੇ ਇਹ ਹੈ ਕਿ ਠੀਕ ਹੈ, ਮਾਨ ਸਾਹਿਬ ਦੇ ਨਾਲ ਮੁਲਾਕਾਤ ਉਹਨਾਂ ਦੀ ਹੋ ਗਈ ਹੈ, ਹੁਣ ਉਹ ਕਨੈਕਸ਼ਨ ਬੰਦ ਕਰਨ, ਕਿਉਂਕਿ ਜੇ ਕਨੈਕਸ਼ਨ ਬੰਦ ਨਹੀਂ ਹੋਊ, ਮੈਂ ਬੜਾ ਹੈਰਾਨ ਸੀ ਸੰਧਾਲੀਆ ਸਾਹਿਬ ਕਿ ਜੀ ਕੀ ਕੀਤਾ ਜੀ, ਬੁੱਢਾ ਨਾਲਾ ਕਿਵੇਂ ਸਾਫ਼ ਕਰਨਾ, ਜਿਹੜਾ ਕੈਮੀਕਲ ਵਾਲਾ ਪਾਣੀ ਆਉਂਦਾ ਉਹ ਆਉਣ ਦਿਓ, ਪਿੱਛੋਂ ਸਾਫ਼ ਪਾਣੀ ਜ਼ਿਆਦਾ ਛੱਡ ਦਿਓ। ਹੁਣ ਸਾਫ਼ ਪਾਣੀ ਜ਼ਿਆਦਾ ਛੱਡ ਦਿਓ, ਕੈਮੀਕਲ ਉੱਥੋਂ ਤੇਜ਼ ਰੁੜ ਜਾਵੇ, ਸਤਲੁਜ 'ਚ ਚੱਲ ਜਾਵੇ, ਜ਼ਿਆਦਾ ਪਾਣੀ 'ਚ ਮਿਕਸ ਹੋ ਜਾਵੇ, ਨਹਿਰਾਂ 'ਚ ਚੱਲ ਜਾਵੇ, ਲੋਕਾਂ ਦੇ ਢਿੱਡ ਚੱਲ ਜਾਵੇ, ਕੈਂਸਰ ਹੋ ਜਾਵੇ। ਨਹੀਂ, ਇਹ ਚੀਜ਼ ਤੇ ਸੋਚਣ ਵਾਲੀ ਹੈ ਵੀ ਆਪਾਂ ਇਹ ਬੜੀ ਵਾਰ ਜ਼ਿਕਰ ਸੁਣਦੇ ਹਾਂ ਕਿ ਦੇਖੋ ਜੀ ਵੀ ਉਹ ਜਦੋਂ ਵੀ ਬਿਆਸ ਤੇ ਸਤਲੁਜ ਦਰਿਆ ਉੱਤੇ ਹਰੀਕੇ ਪੱਤਨ ਰਲਦੇ ਆ, ਉਦੋਂ ਬਾਅਦ ਦੋ ਨਹਿਰਾਂ ਬਣ ਜਾਂਦੀਆਂ, ਇੱਕ ਮਾਲਵੇ ਨੂੰ ਚੱਲ ਗਈ, ਇੱਕ ਉੱਥੋਂ ਗਾਂ ਸਿੱਧੀ ਔਰ ਰਾਜਸਥਾਨ ਨੂੰ ਚੱਲ ਗਈ। ਹੁਣ ਜੇ ਮਾਲਵੇ ਵਾਲਿਆਂ ਦੀ ਗੱਲ ਕਰੀਏ ਤਾਂ ਹੁਣ ਇਹ ਵੀ ਖਬਰਾਂ ਆਉਂਦੀਆਂ ਪਈਆਂ ਵੀ ਉੱਧਰ ਨੂੰ ਰਾਜਸਥਾਨ ਤੋਂ ਪਹਿਲਾਂ ਮੁਕਤਸਰ ਜ਼ਿਲ੍ਹਾ ਪੈਂਦਾ ਪੰਜਾਬ ਦਾ, ਉੱਥੇ ਪੀਣ ਵਾਲਾ ਪਾਣੀ ਨਹੀਂ ਹੈਗਾ ਜੀ, ਉਹ ਵਾਟਰ ਵਰਕਸ ਜੇ ਆ ਅਤੇ ਉਹਨਾਂ ਦੀਆਂ ਡਿੱਗੀਆਂ ਉੱਦਾਂ ਖਾਲੀ ਨੇ ਕਿਉਂਕਿ ਨਹਿਰਾਂ 'ਚ ਪਾਣੀ ਗਿਆ ਨਹੀਂ ਜੀ। ਫਿਰ ਚੱਕਰ ਇਹ ਵੀ ਚੱਲਦਾ ਕਿ ਵੀ ਉੱਥੇ ਅਗਲੇ ਪੀਣ ਵਾਲਾ ਪਾਣੀ ਹੁਣ ਇੱਧਰੋਂ ਉੱਧਰੋਂ ਟੈਂਕਰ ਲਿਆ ਕੇ ਸਾਰਨ ਡਏ ਨੇ ਆਪਣਾ ਟਾਈਮ। ਜ਼ਮੀਨ ਹੇਠਲੇ ਪਾਣੀ ਦੀ ਕਿਤੇ ਜ਼ਿਕਰ ਕਰ ਲਿਆ ਜਾਵੇ ਤਾਂ ਉਹ ਕਹਿੰਦੇ ਵੈਸੇ ਪੀਣ ਵਾਲਾ ਹੈ ਨਹੀਂਗਾ, ਵੀ ਉਹ ਆਮ ਹੀ ਉਹ ਚੈੱਕ ਕਰਕੇ ਦੱਸੀ ਜਾਂਦੇ ਵੀ ਵੀਰ ਇਹ ਨਾ ਪੀ ਲਿਓ, ਬਾਕੀ ਸਾਰਾ ਕੁਝ ਠੀਕ ਹੈ। ਜ਼ਮੀਨ ਥੱਲੇ ਪਾਣੀ ਪੀਣ ਯੋਗਾ ਨਹੀਂ ਹੈਗਾ, ਉੱਪਰੋਂ ਜਿੱਥੋਂ ਸਪਲਾਈ ਹੋਣਾ ਉੱਥੇ ਮਿਲ ਨਹੀਂ ਰਿਹਾ, ਜਿੱਧਰੋਂ ਸਪਲਾਈ ਕਰਕੇ ਜਾਣਾ ਉੱਧਰ ਆਪਾਂ ਇਹ ਖੁਦ ਕਹਿੰਦੇ ਹਾਂ ਵੀ ਹਾਂ ਭਾਈ ਸਾਹਿਬ ਇੱਧਰੋਂ ਉੱਧਰੋਂ ਸਾਰਾ ਗੰਦ ਇਕੱਠਾ ਕਰਕੇ ਤੇ ਆਪਾਂ ਦਰਿਆ 'ਚ ਪਾ ਦਈਏ, ਫਿਰ ਨਹਿਰੇ ਨਾਲ ਅਗਲਿਆਂ ਦੇ ਘਰਾਂ ਨੂੰ ਤੋਰ ਦਈਏ। ਇਹੋ ਹੀ ਤਾਂ ਚੀਜ਼ ਹੈ ਜਿਹੜੀ ਕਿਤੇ ਨਾ ਕਿਤੇ ਵੀ ਆਪਾਂ ਨੂੰ ਚੇਂਜ ਕਰਨ ਦੀ ਲੋੜ ਆ। ਹਾਂ, ਇਹਦੇ 'ਤੇ ਚਰਚਾ ਹੁੰਦੀ ਨੂੰ ਮੇਰੇ ਖਿਆਲ ਨਾਲ ਕਈ ਸਾਲ ਹੋ ਗਏ ਆ
ਤੇ ਜੇ ਆਪਾਂ ਚਰਚਾ ਹੀ ਕਰਨੀ ਆ ਤੇ ਫਿਰ ਉਹਦਾ ਤੇ ਫਾਇਦਾ ਕੋਈ ਹੈ ਨਹੀਂ। ਇੱਕ ਗੱਲ ਮੈਨੂੰ ਹੋਰ ਵੀ ਲੱਗਦੀ ਹੁੰਦੀ ਆ ਵੀ ਜੇ ਆਪਾਂ ਇਹ ਸੋਚਦੇ ਹਾਂ ਵੀ ਯਾਰ ਇੱਥੇ ਵੀ ਪ੍ਰਾਈਵੇਟ ਤੇ ਕੋਈ ਸਰਕਾਰੀ ਭਾਗੀਦਾਰੀ ਚਾਹੀਦੀ ਹੈ, ਮੈਂ ਨਾ ਇਹੋ ਜਿਹੇ ਪ੍ਰੋਜੈਕਟਾਂ ਤੇ ਕਰ ਲਿਆ ਜਾਵੇ। ਹੁਣ ਜੇ ਲੁਧਿਆਣੇ ਸ਼ਹਿਰ ਦੀ ਆਪਾਂ ਗੱਲ ਕਰ, ਇੱਥੇ ਆਪਾਂ ਜ਼ਿਕਰ ਕਰਦੇ ਹੁੰਦੇ ਨਾ ਵੀ ਜਿਹੜਾ ਬੰਦਾ ਜੋ ਸਰਵਿਸ ਲੈਂਦਾ ਉਹਦੇ ਲਈ ਉਹਨੂੰ ਕੁਛ ਨਾ ਕੁਛ ਪੇ ਕਰਨਾ ਪੈਂਦਾ ਜੀ। ਹੁਣ ਜੇ ਇਹਨਾਂ ਨੂੰ ਇਹ ਲੱਗਦਾ ਵੀ ਇੱਕ ਸ਼ਹਿਰ ਹੈ, ਸ਼ਹਿਰ ਦਾ ਸਾਰਾ ਢਲਾਣ ਬਣਾ ਕੇ ਤੇ ਆਪਾਂ ਬੁੱਢੇ ਨਾਲੇ 'ਚ ਪਾ ਲਿਆ ਜੀ, ਉਹ ਹੁਣ ਪਾਣੀ ਹੁਣ ਇਹ ਤੇ ਹੋ ਨਹੀਂ ਸਕਦਾ ਵੀ ਇੱਧਰੋਂ ਇਹ ਢੱਕਣ ਲਾ ਦਾਂਗੇ ਤੇ ਹੁਣ ਉਛਲਦਾ ਫਿਰੂਗਾ ਉੱਥੇ ਸੜਕਾਂ 'ਤੇ, ਯਾਰ ਜਾਊ ਕਿੱਥੇ, ਪਾਣੀ ਤਾਂ ਇੱਧਰ ਹੀ ਜਾਣਾ। ਉਦੋਂ ਬਾਅਦ ਜਿਹੜਾ ਬੁੱਢਾ ਨਾਲਾ ਉੱਥੋਂ ਜਾਂਦਾ ਉਹਨੂੰ ਸਿੱਧਾ ਦਰਿਆ ਸੁੱਟਣ ਤੋਂ ਪਹਿਲਾਂ ਕਿਸੇ ਨਾ ਕਿਸੇ ਕੰਪਨੀ ਨੂੰ ਤਾਂ ਕੋਈ ਠੇਕਾ ਦਿੱਤਾ ਹੀ ਜਾ ਸਕਦਾ ਵੀ ਵੀਰ ਮੇਰੇ ਤੁਸੀਂ ਇੱਥੇ ਪ੍ਰੋਜੈਕਟ ਲਾ ਲਓ, ਤੁਹਾਡਾ ਕੰਮ ਹੈ ਵੀ ਆਹ ਜਿਹੜਾ ਪਾਣੀ ਗੰਦਾ ਉਹਦਾ ਇਹਨੂੰ ਟਰੀਟ ਕਰਕੇ ਅੱਗੇ ਛੱਡੀ ਜਾਣਾ। ਹਾਂ, ਉਹ ਜਿਹੜਾ ਖਰਚਾ ਵੀ ਉਹ ਕੁਛ ਖਰਚਾ ਸਰਕਾਰ ਝੱਲ ਲਵੇ, ਕੁਛ ਖਰਚਾ ਜਿਹੜੇ ਲੋਕਾਂ ਦਾ ਕਰਕੇ ਜਾਂ ਸ਼ਹਿਰ ਦਾ ਕਰਕੇ ਉਹ ਸਾਰਾ ਕੰਮ ਹੁੰਦਾ ਉਹ ਤੋਂ ਥੋੜ੍ਹਾ ਟੈਕਸ ਦੇ ਰੂਪ 'ਚ ਵਸੂਲ ਲਿਆ ਜਾਵੇ। ਅੱਗੇ ਕਿਹੜਾ ਸਰਕਾਰਾਂ ਕਿਹੜਾ ਟੈਕਸ ਨਹੀਂ ਲਾਉਂਦੀਆਂ, ਉਹ ਟੈਕਸ ਵੀ ਆਪਾਂ ਸੁਣਦੇ ਹੁੰਦੇ ਕਿਹਾ ਵੀ ਯਾਰ ਆਹ ਵੀ ਕੋਈ ਟੈਕਸ ਹੁੰਦਾ। ਅਤੇ ਜੇ ਜੀਵਨ ਦੇ ਲਈ ਜਾਂ ਜਿਉਣ ਦੇ ਲਈ, ਕੈਂਸਰ ਤੋਂ, ਬਿਮਾਰੀਆਂ ਤੋਂ ਬਚਣ ਦੇ ਲਈ ਕੋਈ ਨਾ ਕੋਈ ਚੰਦ ਪੈਸੇ ਇੱਧਰ ਉੱਧਰ ਦਵਾਈਆਂ 'ਤੇ ਫੂਕਣ ਦੀ ਬਜਾਏ ਇਸ ਪਾਸੇ ਦੇ ਕੇ ਤੇ ਸਾਰਾ ਕੁਝ ਬਚ ਜਾਵੇ, ਜ਼ਿਆਦਾ ਵਧੀਆ ਨਹੀਂ? ਨਹੀਂ, ਬਹੁਤ ਵਧੀਆ। ਸੰਧਾਲੀਆ ਸਾਹਿਬ ਇੱਕ ਧਾਰਮਿਕ ਸੰਪਰਦਾਇ ਨੇ ਪਿਛਲੇ ਸਮੇਂ 'ਚ ਸੇਵਾ ਲਈ ਸੀ ਤੇ ਮੰਨਿਆ ਜਾਂਦਾ ਕਿ ਉਹ ਸੇਵਾ ਲਈ ਬੜੇ ਮਸ਼ਹੂਰ ਨੇ, ਡੈਡੀਕੇਟ ਨੇ, ਅਨੁਸ਼ਾਸਿਤ ਨੇ ਕਿ ਅਸੀਂ ਬੁੱਢਾ ਨਾਲਾ ਸਾਫ਼ ਕਰਦੇ ਨੇ, ਏਡੀ ਕਿਹੜੀ ਗੱਲ ਹੈ। ਮਸ਼ੀਨਾਂ ਲੈ ਆਂਦੀਆਂ, ਆਪ ਗਾਰੇ 'ਚ ਵੜ ਗਏ, ਵਿੱਚ ਵੜ ਕੇ ਤਸਲਿਆਂ ਨਾਲ ਟਰਾਲੀਆਂ ਲਾਤੀਆਂ, ਕਿਆ ਚੱਕੋ ਜੀ ਗਾਰ ਗੰਦਗੀ ਚੱਕ ਸਿੱਟੀਏ ਬਾਹਰ, ਸਾਫ਼ ਕਰ ਦੇਣਾ ਬੁੱਢਾ ਨਾਲਾ। ਕਿੱਡੀ ਗੱਲ ਹੈ, ਕਿੱਡਾ ਕੁ ਲੰਬਾ ਚੌੜਾ, ਹਜ਼ਾਰਾਂ ਕਿਲੋਮੀਟਰ ਥੋੜ੍ਹੀ ਹੈ, ਛੋਟਾ ਹੀ ਹੈ। ਉਹ ਥੋੜ੍ਹੇ ਹਫ਼ਤਿਆਂ ਬਾਅਦ ਹੱਥ ਖੜੇ ਕਰ ਗਿਆ ਸੀ। ਉਹਨਾਂ ਨੂੰ ਫਿਰ ਪੁੱਛਿਆ ਵੀ ਕੀ ਗੱਲ ਹੋਈ, ਵੀ ਗੱਲ ਕੀ ਹੋਈ? ਉਹ ਕਹਿੰਦੇ ਰੌਲਾ ਸਫਾਈ ਦਾ ਨਹੀਂ ਹੈ, ਸਫਾਈ ਤਾਂ ਅਸੀਂ ਕਰੀ ਜਾਂਦੇ ਹਾਂ ਪਰ ਜਿੰਨੀ ਕਰਦੇ ਹਾਂ ਪਿੱਛੋਂ ਗੰਦਾ ਪਾਣੀ ਉਨੇ ਆਈ ਜਾਂਦਾ, ਕਿਉਂਕਿ ਉਹ ਕਹਿੰਦੇ ਕਨੈਕਸ਼ਨ ਤਾਂ ਬੰਦ ਹੀ ਨਹੀਂ ਕਰਦੇ। ਹੁਣ ਮੰਨ ਲਓ ਕਿ ਇੱਧਰਲੇ ਪਾਸੇ ਉਹ ਸਾਫ਼ ਕਰਦੇ ਕਰਦੇ ਅੱਗੇ ਚਲੀ ਗਏ, ਆਹ ਕਿਨਾਰਿਆਂ ਤੋਂ ਪਾਣੀ ਫੈਕਟਰੀ ਦਾ, ਸੀਵਰੇਜ ਦਾ ਸਾਰਾ ਵਿੱਚ ਪਈ ਜਾਂਦਾ। ਉਹ ਕਹਿੰਦੇ ਜਿੰਨਾ ਸਾਫ਼ ਕਰਦੇ ਉਹ ਤੋਂ ਦੁੱਗਣਾ ਕੈਮੀਕਲ ਯੁਕਤ ਪਾਣੀ ਜਿਹੜਾ ਪਿੱਛੋਂ ਆਈ ਜਾਂਦਾ, ਇਹ ਸਾਰੀ ਉਮਰ ਹੀ ਨਹੀਂ ਸਾਫ਼ ਹੋ ਸਕਦਾ ਜੇ ਉਹ ਚੋਰ ਮੋਰੀਆਂ ਬੰਦ ਨਹੀਂ ਕੀਤੀਆਂ ਜਾਂਦੀਆਂ। ਹੁਣ ਸਾਰਿਆਂ ਨੂੰ ਪਤਾ ਕਿ ਟਰੀਟਮੈਂਟ ਪਲਾਂਟ ਲਾਉਣਾ ਵੀ ਮਹਿੰਗਾ, ਕਈਆਂ ਨੇ ਲਾਏ ਨਹੀਂ ਸੀ, ਫਿਰ ਜਦੋਂ ਸਖਤੀ ਹੋਈ ਤਾਂ ਲਾ ਲੈ। ਉਹ ਲਾਉਣਾ ਵੀ ਮਹਿੰਗਾ ਤੇ ਉਹਨੂੰ ਚਲਾਉਣਾ ਵੀ ਮਹਿੰਗਾ, ਫਿਰ ਚਲਾਉਂਦੇ ਨਹੀਂ। ਕਹਿੰਦੇ ਕੋਈ ਗੱਲ ਨਹੀਂ, ਟਰੀਟਮੈਂਟ ਪਲਾਂਟ ਬੰਦ ਰੱਖੋ, ਜੇ ਕੋਈ ਆਊਗਾ ਦਿਖਾ ਦੇਵਾਂਗੇ ਪਲਾਂਟ ਲੱਗਾ, ਤੇ ਪਾਣੀ ਸਿੱਧਾ ਹੀ ਬਿਨਾਂ ਟਰੀਟ ਕੀਤਿਆਂ ਸਿੱਟ ਦਿਓ। ਹੁਣ ਉੱਥੇ ਅਫਸਰ ਮਹੀਨਾ ਲੈਂਦੇ ਆ, ਉੱਥੇ ਲੀਡਰ ਮਹੀਨਾ ਲੈਂਦੇ ਆ, ਜਾਂ ਫੰਡ ਲੈਂਦੇ ਆ, ਕਿੱਧਰਲੇ ਪਾਸੇ ਨੂੰ ਗੱਲ ਜਾਂਦੀ ਹੈ, ਇਹ ਤਾਂ ਪਤਾ ਕਰਨਾ ਪਊਗਾ ਨਾ। ਨਹੀਂ ਤਾਂ ਜੇ ਸਾਨੂੰ ਦੀਦਾ, ਤੁਹਾਨੂੰ ਦੀਦਾ, ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਦੀਦਾ, ਬਾਬਾ ਬਲਵੀਰ ਸਿੰਘ ਸੀਚੇਵਾਲ ਨੂੰ ਦੀਦਾ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਮੈਂਬਰਾਂ ਨੂੰ ਦੀਦਾ, ਤਾਂ ਫਿਰ ਸਰਕਾਰਾਂ ਨੂੰ ਵੀ ਨਜ਼ਰ ਆਉਣਾ ਚਾਹੀਦਾ ਨਾ ਕਿ ਭਾਈ ਕਹਾਣੀ ਕਿੱਥੇ ਖੜੀ ਹੈ। ਮੈਨੂੰ ਲੱਗਦਾ ਹੁੰਦਾ ਕਿ ਯਾਰ ਵੀ ਜਿਸ ਹਿਸਾਬ ਨਾਲ ਆਪਣੇ ਉੱਥੇ ਮਾਹੌਲ ਚਾਲ ਹੈ ਨਾ, ਵੀ ਅਗਲਾ ਕਹਿੰਦਾ ਕੋਈ ਗੱਲ ਨਹੀਂ, ਡਿਊਟੀ ਮੈਨੂੰ ਕਰਨੀ ਕੋਈ ਨਾ ਪਵੇ, ਤੇ ਸ਼ਗਨ ਛਕਾਉਣ ਲਈ ਮਾਲ ਭਾਵੇਂ ਜੋ ਮਿਲਦਾ ਉਹ ਤੋਂ ਵੀ ਕੋਈ ਵੱਧ ਆ ਜੇ ਤੇ ਆਪਾਂ ਸਾਰ ਲੈਣਾ ਜੀ। ਇਹ ਜਾਂ ਤੇ ਮੈਨੂੰ ਲੱਗਦਾ ਵੀ ਹੋ ਸਕਦਾ ਵੀ ਪਹਿਲਾਂ ਬਾਬੇ ਨੇ ਆਪਣੇ ਹੱਥ ਵਾਸ ਰੱਖਿਆ ਵੀ ਮਿੱਤਰਾ ਮੈਂ ਤੈਨੂੰ ਉਹ ਦਿਨ ਨਹੀਂ ਦੱਸਣਾ ਜਿਸ ਦਿਨ ਤੈਨੂੰ ਮੈਂ ਲੈ ਜਾਣਾ ਹੀ। ਮੈਨੂੰ ਲੱਗਦਾ ਹੁਣ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਬਾਬੇ ਨੂੰ ਕੋਈ ਚੇਂਜ ਕਰਨੀ ਚਾਹੀਦੀ ਵੀ ਭਾਈ ਸਾਹਿਬ ਇਹ ਭਾਰਤ ਦੇਸ਼, ਮਹਾਨ ਦੇਸ਼, ਖਿੱਤੇ ਦੇ ਇਹਨਾਂ ਲੋਕਾਂ ਦੇ ਲਈ ਸਪੈਸ਼ਲ ਅਰੇਂਜਮੈਂਟ ਕੀਤਾ ਜਾ ਰਿਹਾ ਵੀ ਜਿੱਦਾਂ ਇਹ ਬਰਥਡੇ ਮਨਾਉਂਦੇ ਆ ਨਾ ਵੀ ਇਸ ਦਿਨ ਮੈਂ ਆ ਗਿਆ ਸੀ, ਇਹਨੂੰ ਪਹਿਲਾਂ ਹੀ ਤਰੀਕ ਦੱਸ ਦੇਣੀ ਵੀ ਵੀਰ ਇਸ ਦਿਨ ਤੂੰ ਜਾਣਾ ਹੀ, ਤੇ ਤੇਰੇ ਹੱਥ 'ਚ ਚਵਾਨੀ ਨਹੀਂ ਹੋਣੀ ਜਿਹੜੀਆਂ ਤੂੰ ਮੁੰਦੀਆਂ ਛੱਲੇ ਤੇ ਹੋਰ ਮਹਿਲ ਮਾੜੀਆਂ ਕਈ ਕੁਛ ਬਣਾਈ ਜਾਣਾ ਨਾ, ਮੈਂ ਇੱਥੇ ਵੀ ਕਰ ਲਾਂ, ਉੱਥੇ ਵੀ ਕਰ ਲਾਂ, ਮੈਂ ਆਹ ਵੀ ਖਤਮ ਕਰਦਾ, ਮੈਂ ਪਤਾ ਨਹੀਂ ਕੀ ਕਰ ਲੈਣਾ, ਮੈਂ ਪਤਾ ਨਹੀਂ ਕਿੰਨੀ ਸਦੀਆਂ ਤੱਕ ਇੱਥੇ ਰਹਿਣਾ। ਉਹਨੂੰ ਘੱਟੋ ਘੱਟ ਤਰੀਕ ਪਤਾ ਹੋਵੇ। ਉਹ ਜਾਣੇ ਜੇ ਅਗਲੇ ਨੂੰ ਲੱਗੇ ਵੀ ਹੁਣ ਮੈਂ ਖਾਈ ਜਾਂਦਾ, ਪੀ ਜਾਂਦਾ, ਨਜ਼ਾਰੇ ਮੈਂ ਲਈ ਜਾਂਦਾ, ਤੇ ਅਗਲੇ ਨੂੰ ਲੱਗੇ ਜਿਵੇਂ ਯਾਰ 10 ਹੀ ਸਾਲ ਰਹਿ ਗਏ, ਅੱਛਾ ਇਹ ਆਪਣੇ ਕੋਲ ਤੇ ਸਮਾਨ ਪੂਰਾ, ਆਪਾਂ ਤੇ ਭਾਵੇਂ ਰੋਜ਼ ਖਾਈਏ, ਨੰਗੇ ਨਹਾਈਏ, ਕੋਈ ਫਰਕ ਹੀ ਨਹੀਂ ਪੈਣ ਡਿਆ, ਤੇ ਆਪਾਂ ਛੱਡੀਏ ਖੜਾ। ਉਹ ਜਾਣੇ ਮਗਰਲੇ 10 ਕੁ ਸਾਲ ਹੀ ਅਗਲਾ ਬੰਦਾ ਇਹ ਖੜਾ ਛੱਡ ਦੇ। ਨਹੀਂ ਤੇ ਹੁਣ ਤੇ ਹੁੰਦਾ ਇਹ ਵੀ ਅਗਲਾ ਛਕਦਾ ਅਚਾਨਕ ਇੱਕ ਖਬਰ ਆਉਂਦੀ ਹੈ ਕੁਛ ਤਕਲੀਫ ਆਈ ਹੈ, ਵੱਡੇ ਹਸਪਤਾਲ ਦਾਖਲ ਹੋਏ ਨੇ, ਉਹਦੇ 'ਚੋਂ ਵੱਡਾ ਹਿੱਸਾ ਵੱਡੇ ਹਸਪਤਾਲ ਵਾਲੇ ਲੈ ਜਾਂਦੇ ਨੇ। ਉਦੋਂ ਬਾਅਦ ਫਿਰ ਵੱਡੇ ਸਾਰੇ ਸਮਾਗਮ ਤੇ ਬਾਅਦ ਚਲਾਉਣਾ ਪੈਂਦਾ, ਕਿਉਂਕਿ ਫੋਟੋ ਵੀ ਵੱਡੀ ਲਾਉਣੀ ਪੈਂਦੀ ਹੁੰਦੀ ਆ, ਵੱਡੇ ਵੱਡੇ ਬੰਦੇ ਸ਼ਰਧਾਂਜਲੀ ਦੇ ਜਾਂਦੇ ਨੇ, ਤੇ ਉੱਠਣ ਲੱਗੇ ਕਹਿੰਦੇ ਨਾ ਕੀ ਸੀ ਭਾਈ ਸਾਹਿਬ ਦਾ, ਹੈ ਨਾ। ਸੋ ਇਹ ਥੋੜ੍ਹਾ ਜਿਹਾ ਮੇਰੇ ਖਿਆਲ ਨਾਲ ਝਾਤੀ ਆਪਾਂ ਨੂੰ ਆਪਣੇ ਅੰਦਰ ਆ ਵੀ ਮਾਰਨੀ ਪੈਣੀ ਵੀ ਯਾਰ ਬਾਬੇ ਨੇ ਤੇ ਦੁਨੀਆ ਤੇ ਭੇਜਤਾ, ਤੇ ਉਹ ਆਪਾਂ ਕਿਉਂ ਉਹਦੀ ਬਣਾਈ ਕੁਦਰਤ ਇੱਥੇ ਤਬਾਹ ਕਰਨੇ। ਨਹੀਂ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਾ ਪੰਗੇ ਦਾ ਕੀ ਪਾਤੇ ਆ। ਸੰਧਾਲੀਆ ਸਾਹਿਬ ਕੁਲਦੀਪ ਸਿੰਘ ਧਾਲੀਵਾਲ ਮਿਨਿਸਟਰ ਨੇ, ਅਗਲਿਆਂ ਨੇ ਕਹਿਤਾ ਭਾਈ ਆਪਾਂ ਨਜਾਇਜ਼ ਕਬਜ਼ੇ ਸਰਕਾਰੀ ਜ਼ਮੀਨਾਂ ਤੋਂ, ਪੰਚਾਇਤੀ ਜ਼ਮੀਨਾਂ ਤੋਂ ਛਡਾਉਣੇ ਆ। ਪਹਿਲਾਂ ਮੁਹਾਲੀ ਦੇ ਵਿੱਚ ਸ਼ੁਰੂ ਕੀਤਾ, ਅੰਮ੍ਰਿਤਸਰ, ਪਟਿਆਲਾ, ਫਿਰ ਜਲੰਧਰ, ਫਿਰ ਰੋਪੜ, ਫਿਰ ਲੁਧਿਆਣਾ, ਪਤਾ ਨਹੀਂ ਕਿੱਥੇ ਕਿੱਥੇ ਕੰਮ ਸ਼ੁਰੂ ਹੋ ਗਿਆ। ਰੋਜ਼ ਖਬਰਾਂ ਆਉਣ ਲੱਗ ਪਈਆਂ ਜੀ ਇੰਨੇ ਕਰੋੜ ਦੀ ਪ੍ਰਾਪਰਟੀ ਛਡਾ ਲਈ ਜੀ, ਅੱਜ ਇਹਨੇ ਆਪੇ ਹੀ ਛੱਡ ਦਿੱਤੀ, ਅੱਜ ਇਹਦੀ ਝੋਲੀ ਦਾਣੇ ਪਾਤੇ ਜੀ, ਇਹਦੀ ਝੋਲੀ 'ਚ ਬਰਕਤਾਂ ਪਾ, ਕਈ ਕੁਛ ਚੱਲਿਆ। ਫਿਰ ਅਚਾਨਕ ਇੱਕ ਬਿਆਨ ਆਉਂਦਾ ਹੈ, ਬਹੁਤ ਸਾਰੇ ਲੀਡਰ ਤਾਂ ਕਹਿੰਦੇ ਸੀ ਜੀ ਚੰਗਾ ਹੈ, ਵਧੀਆ, ਬਹੁਤ ਸਾਰਿਆਂ ਦਾ ਮਤਲਬ 2-4 ਲੀਡਰ ਤਾਂ ਹੈਗੇ ਆ 500-600, ਬਾਕੀ ਜਿਹੜਾ 500 ਲੀਡਰ ਚੁੱਪ
ਡੁੰਨ ਵੱਟੇ, ਬੋਲਣਾ ਹੀ ਨਹੀਂ ਕਿ ਕੰਮ ਠੀਕ ਹੋ ਰਿਹਾ ਕਿ ਗਲਤ ਹੋ ਰਿਹਾ। ਸਰਕਾਰੀ ਜ਼ਮੀਨ ਹੈ, ਕਿਸੇ ਨੇ ਦੱਬੀ ਹੈ, ਜੇ ਸਰਕਾਰ ਛਡਾਉਂਦੀ ਹੈ ਤਾਂ ਹਾਂ ਪੱਖੀ ਆ, ਹਾਂ ਕਹਿਣਾ ਚਾਹੀਦਾ, ਵਧੀਆ ਕਹਿਣਾ ਚਾਹੀਦਾ, ਪਿੱਠ ਥਾਪੜ ਨਹੀਂ ਚਾਹੀਦੀ, ਪਰ ਨਾ ਸਾਨੂੰ ਕੀ, ਅਸੀਂ ਨਹੀਂ, ਇਦਾਂ ਨਹੀਂ ਹੁੰਦਾ। ਅਚਾਨਕ ਸੁਖਪਾਲ ਸਿੰਘ ਖਹਿਰਾ ਸਾਹਿਬ ਦਾ ਇੱਕ ਬਿਆਨ ਆਉਂਦਾ ਹੈ, ਉਹ ਕਹਿੰਦੇ ਆ ਜੀ ਵੱਡਿਆਂ ਤੋਂ ਛਡਵਾਓ, ਛੋਟਿਆਂ ਦੇ ਮਗਰ ਪਏ ਹੋ। ਇਹ ਵੀ ਕਹਿਤਾ ਕਿ ਭਾਈ ਜ਼ਮੀਨ ਇਸ ਤਰੀਕੇ ਨਾਲ ਛਡਾਈ ਜਾਂਦੇ ਆ, ਉਹਦੇ ਤੇ ਕਬਜ਼ਾ ਕਰ ਲਿਆ। ਕੁਲਦੀਪ ਸਿੰਘ ਧਾਲੀਵਾਲ ਸਾਹਿਬ ਨੇ ਕਿਹਾ ਸੀ ਦੱਸੋ ਜੀ ਕਿਤੇ ਗਲਤ ਕਬਜ਼ਾ ਕੀਤਾ, ਕਾਗਜ਼ਾਂ ਪੱਤਰਾਂ ਦੇ ਨਾਲ ਚੱਲਦੇ ਆ। ਤੇ ਨਾਲ ਇਹ ਵੀ ਕਹਿਤਾ ਸੀ ਕਿ ਭਾਈ ਵੱਡਿਆਂ ਦੀਆਂ ਛਡਾਵਾਂਗੇ, ਸਾਡੇ ਕੋਲੇ ਡਾਟਾ ਪੂਰਾ, ਪਰ ਸਭ ਤੋਂ ਪਹਿਲਾਂ ਤੁਹਾਡੀ ਕਾਂਗਰਸ ਪਾਰਟੀ ਵਾਲੇ ਡਿੱਕੇ ਆ ਜਾਣੇ ਆ। ਮੰਤਰੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਸਟੈਪ ਬਾਈ ਸਟੈਪ ਚੱਲਦੇ ਹਾਂ। ਖਹਿਰਾ ਸਾਹਿਬ ਨੇ ਫਿਰ ਪ੍ਰੈਸ ਕਾਨਫਰੰਸ ਕਰ ਦਿੱਤੀ, ਉਹ ਕਹਿੰਦੇ ਜੀ ਠੀਕ ਆ ਫਿਰ ਇਦਾਂ ਹੀ ਆ, ਇੰਨੇ 1000 ਏਕੜ ਮੁਹਾਲੀ 'ਚ ਪੈਲੀ ਦੱਬੀ ਉਹ ਆ, ਸਰਕਾਰ ਦੀ ਹੈ, ਵੱਡੇ ਬੰਦਿਆਂ ਦੀ ਹੈ, ਅਫਸਰਾਂ ਦੀ ਹੈ, ਸਿਆਸਤਦਾਨਾਂ ਦੀ ਹੈ, ਜਿਨ੍ਹਾਂ ਦੇ ਕੋਲੇ ਸੈਂਕੜੇ ਏਕੜ ਦੱਬੀ ਪਈ ਹੈ, ਪੈਸੇ ਟਕੇ ਦੀ ਕਮੀ ਕੋਈ ਨਹੀਂ, ਪਹਿਲਾਂ ਉਹਨਾਂ ਦੀ ਛਡਾਓ ਤੇ ਕਾਰਵਾਈ ਸਭ ਤੋਂ ਪਹਿਲਾਂ ਸਾਡੀ ਪਾਰਟੀ ਦੇ ਬੰਦਿਆਂ ਤੇ ਸ਼ੁਰੂ ਕਰ ਲਓ ਜਿਨ੍ਹਾਂ ਨੇ ਦੱਬੀ ਹੈ। ਹੋ ਸਕਦਾ ਕਈ ਉਹਨਾਂ ਵਾਲੇ ਬੰਦੇ ਵੀ ਕਹਿੰਦੇ ਹੁਣ ਯਾਰ ਸਮਝਾਓ ਮਾੜਾ ਜਿਹਾ, ਉਹੀ ਗੱਲ 5 ਸਾਲ ਸਰਕਾਰ ਰਹੀ ਹੈ, ਜੇ ਹੁਣ ਕੋਈ ਦੱਬਿਆ ਹੀ ਨਾ ਤਾਂ ਸਰਕਾਰ ਦਾ ਫਾਇਦਾ ਕੀ ਹੈ। ਹੁਣ ਖਹਿਰਾ ਸਾਹਿਬ ਨੇ ਜਦੋਂ ਕਹਿਤਾ ਤਾਂ ਬੰਦੇ ਤਾਂ ਪਾਰਟੀ ਦੇ ਔਖੇ ਹੋਣਗੇ ਹੀ ਨਾ। ਵੇਖੋ ਗੱਲ ਇਹ ਆ ਵੀ ਖਹਿਰਾ ਸਾਹਿਬ ਨੇ ਤਾਂ ਜੀ ਬਾਕੀ ਬੰਦਿਆਂ ਬਾਰੇ ਗੱਲ ਕੀਤੀ, ਉਹਨਾਂ ਦੇ ਆਪਣੇ ਹਲਕੇ ਚੋਂ ਮੇਰਾ ਖਿਆਲ ਪਹਿਲਾਂ ਉਹ ਕਾਂਗਰਸ ਪਾਰਟੀ ਵੱਲੋਂ ਸੀ, ਐਤਕੀ ਉਹਨਾਂ ਨੇ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਇਲੈਕਸ਼ਨ ਲੜੀ, ਸਵਿਚ ਕੀਤਾ ਸੀ। ਰਣਜੀਤ ਰਾਣਾ ਹੋਰੀ ਉਮੀਦਵਾਰ ਰਹੇ ਆਮ ਆਦਮੀ ਪਾਰਟੀ ਦੇ, ਉਹ ਖਹਿਰਾ ਸਾਹਿਬ ਤੇ ਦੋਸ਼ ਲਾਈ ਜਾਂਦੇ ਨੇ। ਉਹ ਕਹਿੰਦੇ ਵੀ ਖਹਿਰਾ ਸਾਹਿਬ ਨੇ ਵੀ ਸਰਕਾਰੀ ਜ਼ਮੀਨ ਦੱਬੀ ਹੈ ਮਾਰੇ ਧੋਖੇ ਨਾਲ, ਕਹਿੰਦੇ ਵੀ ਆਪਣੇ ਨਾਂ ਲਵਾਈ ਏ, ਉਹਦਾ ਵੀ ਹੁਣ ਜਾਂਚ ਪੜਤਾਲ ਹੋਣੀ ਚਾਹੀਦੀ। ਹੁਣ ਗੱਲ ਇਹ ਹੈ ਵੀ ਇਹ ਜੇ ਕੰਮ ਇੱਥੋਂ ਤੱਕ ਆ ਗਿਆ, ਉਹ ਕਹਿੰਦੇ ਜੀ ਫਲਾਨਿਆਂ ਦਾ ਨਾਲ ਧੱਕਾ ਹੋ ਰਿਹਾ ਜੀ, ਕਿਉਂਕਿ ਖਹਿਰਾ ਸਾਹਿਬ ਨੇ ਤਾਂ ਮੇਰਾ ਖਿਆਲ ਇਹ ਵੀ ਕਹਿਣਾ ਵੀ ਉਹਨਾਂ ਨੇ ਇਕੱਠ ਜਿਹਾ ਕਰਕੇ ਤੇ ਬੰਦਿਆਂ ਨੂੰ ਨਾਲ ਤੋਰਨਾ ਵੀ ਆ ਵੀ ਆਪਾਂ ਇਸ ਪਾਸੇ ਗੱਲ ਕਰਾਂਗੇ। ਉਹ ਕਹਿੰਦੇ ਵੀ ਆਪਾਂ ਉਸ ਪਾਸੇ ਗੱਲ ਤੋਰਨੀ ਆ। ਉੱਧਰੋਂ ਮੈਂ ਇਹ ਵੀ ਸੋਚ ਰਿਹਾ ਸੀ ਵੀ ਉਹ ਬਾਕੀ ਪਾਰਟੀਆਂ ਹੌਲੀ ਹੌਲੀ ਤੁਰ ਪਈਆਂ ਨਾ। ਅਕਾਲੀ ਦਲ ਨੇ ਮੇਰੇ ਖਿਆਲ ਨਾਲ ਜਿੱਥੇ 400 ਏਕੜ ਕਹਿੰਦੇ ਇੱਕ ਪਿੰਡ ਦੀ ਛਡਾਈ ਹੈ, ਉਹਨਾਂ ਨੂੰ ਹਮਾਇਤ ਦੇ ਦਿੱਤੀ। ਉਹ ਕਹਿੰਦੇ ਵੀ ਬਿਲਕੁਲ ਧੱਕੇ ਨਾਲ ਗਲਤ ਇਹਨਾਂ ਦੀ ਜ਼ਮੀਨ ਛਡਾਈ ਗਈ ਹੈ। ਕੁਛ ਇੱਕ ਕਿਸਾਨ ਜਥੇਬੰਦੀਆਂ ਵੀ ਕਹਿਣ ਲੱਗ ਪਈਆਂ ਵੀ ਇੱਥੇ ਫਲਾਣੇ ਥਾਂ ਦੇ ਉੱਪਰ ਜੇ ਇਹਨਾਂ ਲੋਕਾਂ ਦੇ ਨਾਲ ਧੱਕਾ ਕੀਤਾ ਹੈਗਾ ਜੀ ਆਪਾਂ ਇਹਨਾਂ ਦੇ ਨਾਲ ਆ। ਹੁਣ ਪਹਿਲਾਂ ਚਰਚਾ ਇਸ ਪਾਸੇ ਚੱਲੇ ਵੀ ਬਹੁਤ ਵਧੀਆ ਗੱਲ ਹੈ ਜੀ, ਪੰਜਾਬ ਦੀ ਜ਼ਮੀਨ ਆ, ਪੰਜਾਬ ਨੂੰ ਮਿਲਣੀ ਚਾਹੀਦੀ ਹੈ ਤਾਂ ਜੋ ਪੰਜਾਬ ਜਿਹੜਾ ਕਰਜ਼ੇ 'ਚ ਡੁੱਬਿਆ ਉਹ ਨਿਕਲ ਸਕੇ। ਹੁਣ ਵੇਵ ਦੂਸਰੇ ਪਾਸੇ ਦੀ ਚੱਲ ਪਈ, ਉਹ ਕਹਿੰਦੇ ਵੀ ਨਹੀਂ ਇੱਦਾਂ ਕਿੱਦਾਂ ਜੀ, ਫਲਾਣੇ ਤੋਂ ਸ਼ੁਰੂ ਕਰੋ, ਫਲਾਣੇ ਤੋਂ ਸ਼ੁਰੂ ਕਰੋ। ਗੱਲ ਇਹ ਨਹੀਂ ਕੋਈ ਕਹਿ ਰਿਹਾ ਵੀ ਚੀਜ਼ ਇਹ ਗਲਤ ਸੀਗੀ ਤੇ ਚਲੋ ਆਪਾਂ ਨੂੰ ਛੱਡ ਦਿੰਦੇ ਆ ਕਹਿੰਦਾ ਵੀ ਹਾਂ ਜੀ ਮੇਰੀ ਤਾਂ ਗਲਤ ਹੈਗੀ ਪਹਿਲਾਂ ਬਾਠ ਨੇ ਕਿਉਂ ਗਲਤ ਕੀਤੀ ਯਾਰ, ਪਹਿਲਾਂ ਇਹਦੀ ਛਡਾਓ, ਪਹਿਲਾਂ ਇਹ ਤੋਂ ਛਡਾਓ, ਇਹਦੇ ਕੰਨ ਸੇਕੋ ਪਹਿਲਾਂ ਜਾ ਕੇ ਨਾ। ਹੁਣ ਸੰਧਾਲੀਆ ਸਭ ਦਿਨ ਤਾਂ ਰਹਿ ਗਏ ਥੋੜੇ, 12-13 ਦਿਨ ਹੋਰ ਨੇ ਸਾਰੇ, ਜਿਨ੍ਹਾਂ 12-13 ਦਿਨਾਂ ਦੇ ਵਿੱਚ ਸਰਕਾਰ ਨੇ ਕਿਹਾ ਕਿ ਛੱਡ ਦਿਓ, ਕਾਰਵਾਈ ਕੋਈ ਨਹੀਂ ਹੋ, ਅਗਲਾ ਪਿਛਲਾ ਹਿਸਾਬ ਵੀ ਭਾਵੇਂ ਰਹਿਣ ਦੇਵਾਂਗੇ, ਆਪਾਂ ਕਾਂਟਾ ਹੀ ਮਾਰ ਦਿਆਂਗੇ, ਪਰ ਉਹਦੇ ਤੋਂ ਬਾਅਦ ਪਿਛਲੇ ਪੈਸੇ ਵੀ ਲਿਆਂਗੇ ਤੇ ਅੱਗੋਂ ਪਰਚਾ ਵੀ ਹੋਊਗਾ, ਜ਼ਮੀਨ ਤਾਂ ਛਡਾ ਹੀ ਲੈਣੀ ਹੈ। ਹੁਣ ਖਹਿਰਾ ਸਾਹਿਬ ਦੇ ਇਸ ਬਿਆਨ ਤੋਂ ਬਾਅਦ ਅਗਲੀ ਗੱਲ ਕਿੱਧਰ ਨੂੰ ਜਾਂਦੀ ਹੈ ਉਹ ਹੁਣ ਅੱਗੇ ਦੇਖਾਂਗੇ। ਪਰ ਖਹਿਰਾ ਸਾਹਿਬ ਦੀ ਪਾਰਟੀ ਦੇ ਅੰਦਰ ਹੁੰਦਾ ਨਾ ਕਿ ਦੀਵਾਲੀ ਆ, ਪਟਾਕੇ ਚਲਾਉਣੇ ਵੈਸੇ ਤਾਂ ਮਾੜੇ ਗਾ, ਵਾਤਾਵਰਣ ਖਰਾਬ ਹੁੰਦਾ ਹੈ, ਬਚਣਾ ਚਾਹੀਦਾ, ਪਰ ਕਈ ਵਾਰੀ ਦੇਖਿਆ ਆਪਾਂ ਟੱਬਰ ਸਾਂਝਾ ਹੋਵੇ ਤੇ ਕੋਈ ਇੱਥੇ ਪਟਾਕੇ ਚਲਾਈ ਜਾਂਦਾ, ਕੋਈ ਉੱਥੇ ਚਲਾਈ ਜਾਂਦਾ, ਕਿਸੇ ਨੇ ਉੱਧਰ ਬੰਬ ਰੱਖਿਆ ਠੱਪ, ਇੱਧਰਲੇ ਪਾਸੇ ਫੁੱਲਝੜੀ ਚੱਲੀ ਜਾਂਦੀ, ਉੱਧਰਲੇ ਪਾਸੇ ਆਤਿਸ਼ਬਾਜ਼ੀ ਚੱਲੀ ਜਾਂਦੀ, ਇੱਧਰਲੇ ਪਾਸੇ ਤੁਹਾਡੇ ਵਰਗਾ ਸੱਜਣੇ ਕਿਨਾਰ ਨੂੰ ਅੱਗ ਲਾਈ ਜਾਂਦਾ ਕਿ ਭਾਈ ਐ ਰੰਗੀਨ ਜਿਹਾ ਵਾਤਾਵਰਣ ਹੋਵੇ। ਕਾਂਗਰਸ ਪਾਰਟੀ ਦੇ ਵਿੱਚ ਵੀ ਕੋਈ ਕਿਸੇ ਨੂੰ ਕੁਛ ਨਹੀਂ ਪਤਾ ਲੱਗਦਾ ਕਿ ਕਹਾਣੀ ਕੀ ਹੋਣੀ ਹੈ। ਦੂਲੋ ਸਾਹਿਬ ਦਾ ਆਪਣਾ ਰਾਹ, ਬਾਜਵਾ ਸਾਹਿਬ ਹਾਈ ਕਮਾਂਡ ਨਾਲ ਮੁਲਾਕਾਤਾਂ ਕਰਦੇ ਆ, ਵੜਿੰਗ ਸਾਹਿਬ ਜਿੱਥੇ ਵੀ ਜਾਂਦੇ ਆ ਉੱਥੇ ਡਿਸਿਪਲਿਨ ਦੀ ਗੱਲ ਕਰਦੇ ਆ। ਚਿੱਠੀ ਇੱਕ ਲਿਖਾਤੀ ਆ ਉਹਨਾਂ ਨੇ ਸਿੱਧੂ ਸਾਹਿਬ ਦੇ ਖਿਲਾਫ, ਜਾਖੜ ਸਾਹਿਬ ਅਸਤੀਫਾ ਦੇ ਗਏ ਆ, ਕਈ ਬੰਦੇ ਕੱਢ ਦਿੱਤੇ ਆ, ਪਾਰਟੀ ਨੂੰ ਪੈਰਾਂ ਸਿਰ ਕਰਨਾ। ਅਜੇ ਅਚਾਨਕ ਬਿਆਨ ਆ ਜਾਂਦਾ ਮਨਪ੍ਰੀਤ ਸਿੰਘ ਬਾਦਲ ਸਾਹਿਬ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਲ ਹੋਰਾਂ ਦਾ। ਜੈਜੀਤ ਸਿੰਘ ਜੌਲ ਹੋਰੀ ਬੜੇ ਤਾਕਤਵਰ ਬੰਦੇ ਮੰਨੇ ਗਏ, ਜਿੰਨੀ ਦੇਰ ਫਾਈਨਾਂਸ ਮਿਨਿਸਟਰ ਰਹੇ ਨੇ ਮਨਪ੍ਰੀਤ ਸਿੰਘ ਬਾਦਲ, ਤੇ ਬਠਿੰਡੇ ਦੇ ਵਿੱਚ ਕਹਿੰਦੇ ਜੀ ਉਹਨਾਂ ਦੀ ਗੱਲ ਕਾਫੀ ਚੱਲਦੀ ਸੀ ਜੈਜੀਤ ਸਿੰਘ ਜੌਲ ਹੋਰਾਂ ਦੀ। ਹੁਣ ਉਹਨਾਂ ਨੇ ਲਿਖਿਆ, ਕਹਿੰਦੇ ਜੀ ਪਹਿਲਾਂ ਸੀ ਇਲੈਕਸ਼ਨ, ਮੈਂ ਵੀ ਕਾਂਗਰਸ ਦਾ ਵਰਕਰ ਹਾਂ, ਬਾਕੀ ਬੰਦੇ ਲੀਡਰ ਨੇ, ਚੋਣਾਂ ਦੇ ਵਿੱਚ ਕਹਿੰਦੇ ਸਾਡੀ ਪਾਰਟੀ ਦੇ ਕਈ ਬੰਦਿਆਂ ਨੇ ਸਾਡੀ ਹੀ ਪਾਰਟੀ ਦੇ ਉਮੀਦਵਾਰਾਂ ਦੀ ਵਿਰੋਧਤਾ ਕੀਤੀ, ਉਦੋਂ ਅਸੀਂ ਕਿਹਾ ਮੁੱਦਾ ਨਹੀਂ ਬਣਨ ਦੇਣਾ, ਪਾਰਟੀ ਦਾ ਮਸਲਾ। ਹੁਣ ਕਹਿੰਦੇ ਨਤੀਜਾ ਆ ਗਿਆ ਤੇ ਮੈਂ ਹੈਰਾਨ ਬਹੁਤ ਆ, ਕਹਿੰਦੇ ਕਿ ਉਹਨਾਂ ਬੰਦਿਆਂ ਨੂੰ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਜਿਨ੍ਹਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਦੀ ਮੁਖਾਲਫਤ ਕੀਤੀ ਸੀ, ਵਿਰੋਧਤਾ ਕੀਤੀ ਸੀ। ਆਪਾਂ ਸਾਰਿਆਂ ਨੂੰ ਪਤਾ ਹੈ, ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੇ ਕਿਹਾ ਸੀ ਸਾਰੇ ਬਾਦਲ ਹਰਾ ਦਿਓ, ਤੇ ਸਾਰੇ ਬਾਦਲਾਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਵੀ ਆਉਂਦੇ ਸੀ। ਇਸੇ ਤਰੀਕੇ ਇੱਕ ਆਡੀਓ ਵਾਇਰਲ ਹੋਈ ਸੀ ਤੇ ਉਹਦਾ ਸੰਬੰਧ ਭਾਰਤ ਭੂਸ਼ਣ ਆਸ਼ੂ ਹੋਰਾਂ ਦੇ ਨਾਲ ਮੰਨਿਆ ਜਾਂਦਾ ਸੀ, ਤੇ ਵੜਿੰਗ ਸਾਹਿਬ ਕਾਂਗਰਸ ਪਾਰਟੀ ਦੇ ਪ੍ਰਧਾਨ ਬਣਾਤੇ, ਚੋਣਾਂ ਤੋਂ ਬਾਅਦ ਆਸ਼ੂ ਸਾਹਿਬ ਕਾਰਜਕਾਰੀ ਪ੍ਰਧਾਨ ਬਣਾਤੇ। ਇਸ ਕਰਕੇ ਜੈਜੀਤ ਸਿੰਘ ਜੌਲ ਹੋਰਾਂ ਨੇ ਜਿਸ ਤਰੀਕੇ ਕਿਹਾ ਕਿ ਡਿਸਿਪਲਿਨ ਦਾ ਰੌਲਾ ਪਾਉਣ ਵਾਲੇ ਬੰਦੇ ਖੁਦ ਕਿੰਨੇ ਕੁ ਡਿਸਿਪਲਿਨ 'ਚ ਰਹੇ ਤੇ ਉਹਨਾਂ ਦੇ ਉੱਤੇ ਕਾਰਵਾਈ ਚਿੰਤਨ ਸ਼ਿਵਰ ਦੇ ਵਿੱਚ ਹੋਣ ਦੀ ਥਾਂ
ਉਹਨਾਂ ਨੂੰ ਪ੍ਰਧਾਨਗੀਆਂ ਤੇ ਕਾਰਜਕਾਰੀ ਪ੍ਰਧਾਨਗੀਆਂ ਬਖਸ਼ ਦਿੱਤੀਆਂ ਗਈਆਂ। ਕਹਿੰਦੇ ਸਾਡੇ ਤੋਂ ਸਤਿਕਾਰ ਕਿੰਨਾ ਕੁ ਭਾਲਦੇ ਆ। ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਕਿ ਮਨਪ੍ਰੀਤ ਬਾਦਲ ਹੋਰੀ ਇਲੈਕਸ਼ਨ ਹਾਰ ਗਿਆ ਬਠਿੰਡੇ, ਜਗਰੂਪ ਗਿੱਲ ਸਾਹਿਬ ਜਿੱਤੇ, ਉਹ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਵਿਦੇਸ਼ ਚਲੇ ਗਿਆ, ਚਲੋ ਛੁੱਟੀ ਚਲੇ ਗਿਆ, ਹੁਣ ਕੰਮ ਕਾਰ ਹੋਏਗਾ, ਕਿ ਕਿਤੇ ਮਨਪ੍ਰੀਤ ਸਿੰਘ ਬਾਦਲ ਸੁਨੀਲ ਜਾਖੜ ਵਾਲੇ ਰਾਹ ਤਾਂ ਨਹੀਂ ਤੁਰ ਪੈਣਗੇ। ਨਹੀਂ, ਵੈਸੇ ਤਾਂ ਜੈਜੀਤ ਜੌਹਲ ਹੋਰਾਂ ਨੇ ਬਾਅਦ ਚ ਕਲੈਰੀਫਾਈ ਕੀਤੀ ਇਹ ਗੱਲ। ਉਹ ਕਹਿੰਦੇ ਦੇਖੋ ਜੀ, ਇਹ ਮੇਰੇ ਨਿੱਜੀ ਵਿਚਾਰ ਨੇ ਜੀ। ਉਹ ਕਹਿੰਦੇ ਵੀ ਮੈਂ ਕਾਫੀ ਦੇਰ ਤੋਂ ਦੇਖ ਰਿਹਾ ਸੀ, ਕਿਉਂਕਿ ਮੇਰੇ ਸਾਹਮਣੇ ਸਾਰਾ ਕੁਝ ਹੋਇਆ, ਵੀ ਮੈਂ ਇਲੈਕਸ਼ਨ ਵੀ ਹੋਈ ਦੇਖੀ, ਇਸ ਤੋਂ ਬਾਅਦ ਲੀਡਰਾਂ ਦਾ ਵਿਹਾਰ ਵੀ ਦੇਖਿਆ, ਕਿੰਨੇ ਉੱਥੇ ਕੀ ਕਿਹਾ ਜਾਂ ਕੀ ਕੀਤਾ, ਉਹ ਸਾਰਾ ਕੁਝ ਦੇਖਿਆ। ਐਂਡ ਉੱਥੇ ਕਹਿੰਦੇ ਲੋਕਲ ਤੁਸੀਂ ਜਾ ਕੇ ਪਤਾ ਕਰ ਲਓ, ਕੱਲੀ ਗਲੀ ਲੋਕਾਂ ਨੂੰ ਪਤਾ ਵੀ ਹੋਇਆ ਕੀ ਜੀ। ਉਹ ਗੱਲ ਠੀਕ ਹੈ। ਉਹ ਕਹਿੰਦੇ ਵੀ ਦੇਖੋ ਅਸੀਂ ਉਦੋਂ ਚੁੱਪ ਕੀਤੇ ਰਹੇ ਵੀ ਯਾਰ ਕੋਈ ਗੱਲ ਨਹੀਂ, ਇੱਕ ਰਾਂ ਨਿਬੜ ਲੈਣ ਦਿਓ, ਜਦੋਂ ਸਾਰਾ ਕੁਝ ਹੋ ਜੂ ਨਿਬੜ ਜੂ ਫਿਰ ਆਪਣੀ ਵੀ ਸੁਣਵਾਈ ਉੱਪਰ ਹੋ ਜੂਗੀ, ਵੀ ਆਪਾਂ ਵੀ ਸ਼ਿਕਾਇਤ ਲਿਖ ਕੇ ਦੇ ਦਿਆਂਗੇ ਜੀ ਵੀ ਅਸੀਂ ਜਿੱਤਦੇ ਸੀ, ਇਹਨਾਂ ਬੰਦਿਆਂ ਨੇ ਸਾਨੂੰ ਹਰਾਇਆ। ਪਰ ਹੁਣ ਕਹਿੰਦੇ ਵੀ ਮੁਸ਼ਕਿਲ ਹੈ ਵੀ ਸ਼ਿਕਾਇਤ ਲਿਖ ਕੇ ਜਿਨ੍ਹਾਂ ਨੂੰ ਦੇਣੀ ਉਹਨਾਂ ਤੇ ਬੰਦਿਆਂ ਦੇ ਸਾਰਾ ਕੁਝ ਕੀਤਾ। ਇਸ ਕਰਕੇ ਉਹ ਕਹਿੰਦੇ ਵੀ ਮੇਰੇ ਨਿੱਜੀ ਵਿਚਾਰ ਨੇ, ਤੇ ਮੈਂ ਇਹ ਗੱਲ ਕੀਤੀ। ਮਨਪ੍ਰੀਤ ਬਾਦਲ ਸਾਹਿਬ ਦੇ ਵਿਚਾਰ ਨਹੀਂ ਉਹ ਕਹਿੰਦੇ। ਮੈਨੂੰ ਲੱਗਦਾ ਵੀ ਹੋ ਸਕਦਾ ਮਨਪ੍ਰੀਤ ਬਾਦਲ ਸਾਹਿਬ ਨੇ ਆਖਿਆ ਵੀ ਯਾਰ ਤੁਸੀਂ ਆਪ ਦੇਖ ਲਓ, ਚੈੱਕ ਕਰਕੇ ਕਰੰਟ ਕਿੰਨਾ ਕਰੋ, ਲੋਕਲ ਮਸਲਾ ਨਜਿੱਠੋ। ਪਰ ਇੱਕ ਚਰਚਾ ਜਿਹੜੀ ਮੇਰੇ ਖਿਆਲ ਨਾਲ ਬੜੀ ਦੇਰ ਪਹਿਲਾਂ ਤੋਂ ਚੱਲਦੀ ਸੀ ਵੀ ਮਨਪ੍ਰੀਤ ਬਾਦਲ ਸਾਹਿਬ ਸੁਨੀਲ ਜਾਖੜ ਸਾਹਿਬ ਦੀ ਰਾਹ ਜਾਣਗੇ ਜਾਂ ਪਿਛਲੇ ਰਾਹ ਹੀ ਚਲੇ ਜਾਣਗੇ ਪੁਰਾਣੇ। ਦੇਖੋ ਜਾਖੜ ਸਾਹਿਬ ਦਾ ਵੀ ਜੇ ਪਤਾ ਨਹੀਂ ਕਿਹੜੇ ਰਾਹ ਗਏ ਨੇ। ਨਹੀਂ, ਜਾਖੜ ਸਾਹਿਬ ਦਾ ਉਹਨਾਂ ਦੀ ਪਾਰਟੀ ਉਹ ਸੀ ਨਾ, ਉਹਨਾਂ ਨੇ ਪਾਰਟੀ ਛੱਡੀ ਕਿਸੇ ਨਵੇਂ ਥਾਂ ਜਾਣਾ। ਮਨਪ੍ਰੀਤ ਬਾਦਲ ਸਾਹਿਬ ਦਾ ਤਾਂ ਪੁਰਾਣੀ ਪਾਰਟੀ ਦੀ ਗੱਲ, ਪਰਿਵਾਰ ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ ਬਸ। ਨਹੀਂ ਦੇਣੀ, ਤੁਹਾਡੇ ਕਹਿਣ ਦਾ ਮਤਲਬ ਪੀਪਲਸ ਪਾਰਟੀ ਆ ਪੰਜਾਬ ਪੁਨਰ ਸਰਜੀਤ ਕਰ ਲੈਣਗੇ, ਫਿਰ ਉਹੀ ਗੱਲਾਂ ਕਰਦੇ। ਨਹੀਂ ਮੈਂ ਕਿਹਾ ਵਿੱਚ ਇੱਕ ਸੀਗਾ ਨਾ ਸਟਾਪ ਆਇਆ ਸੀ ਵਿੱਚ। ਨਹੀਂ, ਜੇ ਉਹ ਪੀਪਲਸ ਪਾਰਟੀ ਮੁੜ ਸੁਰਜੀਤ ਕੀਤੀ ਫਿਰ ਭਗਵੰਤ ਮਾਨ ਸਾਹਿਬ ਦਾ ਅਸਤੀਫਾ ਦਿਵਾਉਣਾ ਪੈਣਾ। ਐਵੇਂ ਦਵਾਉਣਾ ਪੈਣਾ ਲੈ, ਫਿਰ ਪਾਰਟੀ ਦੇ ਤਾਂ ਹੀ ਸੁਰਜੀਤ ਹੋਊ, ਬੰਦੇ ਤਾਂ ਦੋ ਹੀ ਸੀਗੇ ਉਸ ਪਾਰਟੀ 'ਚ, ਕੀ ਕਰਦੇ ਯਾਰ ਬੰਦੇ ਦੋ ਹੀ ਤਾਂ ਜਿਹੜੇ 60-70 ਬੰਦੇ ਉਹਨਾਂ ਨੇ ਖੜੇ ਕੀਤੇ। ਨਹੀਂ, ਮੁੱਖ ਬੰਦਿਆਂ ਦੀ ਗੱਲ ਚਲੋ ਸੰਧਾਲੀਆ ਸਾਹਿਬ, ਇੱਕ ਇੱਥੇ ਨਾ ਇਹ ਰੌਲਾ ਕੱਲਾ ਜੈਜੀਤ ਸਿੰਘ ਜੌਹਲ ਹੋਰਾਂ ਦਾ ਨਹੀਂ, ਮਠਿੰਡਾ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਚੁਣਨਾ ਸੀ, ਮੀਟਿੰਗ ਹੋਈ, ਉੱਥੇ ਵੀ ਤਾਂ ਖੜਕ ਮੱਸਿਆ ਹੋਈ ਹੈ, ਉੱਥੇ ਵੀ ਤਾਂ ਕਹਾ ਸੁਣੀ ਹੋਈ ਹੈ, ਉੱਥੇ ਵੀ ਤਾਂ ਇੱਕ ਰਾਜਾ ਵੜਿੰਗ ਦਾ ਧੜਾ ਤੇ ਦੂਸਰਾ ਮਨਪ੍ਰੀਤ ਸਿੰਘ ਬਾਦਲ ਦਾ ਧੜਾ। ਵੈਸੇ ਸਾਰੇ ਹੀ ਲੋਕ ਜਾਣਦੇ ਆ ਕਿ ਮਨਪ੍ਰੀਤ ਬਾਦਲ ਹੋਰੀ ਗਿੱਦੜਬਾਹੇ ਤੋਂ ਚੋਣ ਲੜਦੇ ਹੁੰਦੇ ਸੀ, ਅਕਾਲੀ ਦਲ 'ਚ ਹੁੰਦਿਆਂ ਜਿੱਤਦੇ ਸੀ। ਇਹਨਾਂ ਨੇ ਪੀਪਲਸ ਪਾਰਟੀ ਆਫ ਪੰਜਾਬ ਬਣਾ ਲਈ, ਰਾਜਾ ਵੜਿੰਗ ਹੋਰਾਂ ਦਾ ਸੂਤ ਲੱਗ ਗਿਆ, ਉਹ 1 ਵਾਰੀ ਜਿੱਤੇ, 2 ਵਾਰੀ ਜਿੱਤੇ, 3 ਵਾਰੀ ਜਿੱਤੇ। ਤੇ ਐਤਕੀ ਬੜੇ ਲੋਕ ਕਹਿੰਦੇ ਸੀ ਕਿ ਮਨਪ੍ਰੀਤ ਸਿੰਘ ਬਾਦਲ ਆਪਣੇ ਬੇਟੇ ਅਰਜਨ ਬਾਦਲ ਨੂੰ ਗਿੱਦੜਬਾਹਾ ਤੋਂ ਲੜਾਉਣਾ ਚਾਹੁੰਦੇ ਆ, ਸੀਟ ਆਪਣੀ ਵੀ ਹਰ ਗਏ, ਰਾਜਾ ਵੜਿੰਗ ਜਿੱਤ ਕੇ ਕਾਂਗਰਸ ਦੇ ਸੂਬਾ ਪ੍ਰਧਾਨ ਬਣ ਗਿਆ। ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ, ਕੋਈ ਵੱਡੀ ਗੱਲ ਨਹੀਂ ਹੈ। ਪਰ ਇੱਕ ਗੱਲ ਆ ਵੀ ਰਾਜਾ ਵੜਿੰਗ ਸਾਹਿਬ ਮੈਨੂੰ ਲੱਗਦਾ ਵੀ ਹੁਣ ਪ੍ਰਧਾਨ ਬਣਨ ਤੋਂ ਬਾਅਦ ਤੁਰੇ ਜਾਂਦੇ ਨੇ, ਅਜੇ ਉਹ ਪਿੱਛੇ ਮੁੜ ਕੇ ਦੇਖ ਨਹੀਂ ਰਹੇ। ਕਿਉਂਕਿ ਜਦੋਂ ਪ੍ਰਧਾਨ ਬਣੇ ਸੀ ਨਵਜੋਤ ਸਿੰਘ ਸਿੱਧੂ ਸਾਹਿਬ, ਉਦੋਂ ਉਹਨਾਂ ਨੇ ਇੱਕ ਗੱਲ ਕਹੀ ਸੀ ਜੀ, ਉਹ ਕਹਿੰਦੇ ਸਮੱਸਿਆਵਾਂ ਸੁਣਨੀਆਂ ਨੇ ਲੋਕਾਂ ਦੀਆਂ, ਇੱਥੇ ਬੈਠਿਆ ਕਰਨਗੇ ਮੰਤਰੀ ਸਾਹਿਬਾਨ ਕਾਂਗਰਸ ਭਵਨ ਦੇ ਵਿੱਚ, ਲੋਕ ਆਉਣ ਉਹਨਾਂ ਦੇ ਨਾਲ ਗੱਲ ਕਰਨ। ਉਹ ਰੋਸਟਰ ਜਿਹਾ ਵੀ ਬਣ ਗਿਆ ਸੀ ਵੀ ਕਿੰਨੇ ਕਦੋਂ ਕਿਵੇਂ ਬੈਠਣਾ ਤੇ ਕਿੰਨੇ ਕਿੱਦਾਂ ਗੱਲ ਕਰਨੀ ਹੈ। ਉਦੋਂ ਚਲੋ ਸਰਕਾਰ ਸੀ, ਇਸ ਕਰਕੇ ਮੰਤਰੀਆਂ ਬਹਿਣਾ ਸੀ। ਪਰ ਹੁਣ ਸੇਮ ਜੀ ਗੱਲਬਾਤ ਰਾਜਾ ਵੜਿੰਗ ਸਾਹਿਬ ਨੇ ਕਹਿਤੀ। ਉਹ ਕਹਿੰਦੇ ਕਾਂਗਰਸ ਦੇ ਲੀਡਰ ਸਾਹਿਬਾਨ ਉਹ ਬੈਠਿਆ ਕਰਨਗੇ ਕਾਂਗਰਸ ਭਵਨ ਦੇ ਵਿੱਚ, ਤੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਉਹਨਾਂ ਕੋਲ ਜਾਇਆ ਕਰਨਗੇ। ਹੁਣ ਮੈਂ ਸੋਚਦਾ ਸੀ ਵੀ ਇਹ ਸੇਮ ਹੀ ਗੱਲ ਪਹਿਲਾਂ ਹੋਈ ਸੀ ਨਾ, ਉਦੋਂ ਲੀਡਰ ਬੈਠੇ ਜਦੋਂ ਅਜੇ ਹਰਾ ਪੈਨ ਕੋਲ ਸੀਗਾ, ਹੁਣ ਤੇ ਹਰਾ ਪੈਨ ਵੀ ਹੈ ਨਹੀਂਗਾ, ਤੇ ਹੁਣ ਉੱਥੇ ਬਹਿ ਕੇ ਅਜੇ ਇੱਕ ਸ਼ੁਕਰ ਹੋਇਆ ਕਿਤੇ ਉਹਨਾਂ ਨੇ ਇਹ ਨਹੀਂ ਕਹਿਤਾ ਕਿ ਅਸੀਂ ਉੱਥੇ ਬਿਸਤਰੇ ਲਾ ਦੇਣੇ ਆ ਉਹਨਾਂ ਦੇ, ਕਿਉਂਕਿ ਉਹ ਬਿਸਤਰੇ ਜਿਹੜੇ ਆ ਉਹ ਖੁੱਲ੍ਹਦੇ ਹੀ ਨਹੀਂ ਮੁੜ ਕੇ। ਜਦੋਂ ਆਪਾਂ ਦੇਖਦੇ ਨਾ ਕਿ ਬਿਸਤਰਾ ਬੰਨ੍ਹ ਕੇ ਲਿਜਾਇਆ ਜਾਂਦਾ ਤੇ ਬਿਸਤਰਾ ਫਿਰ ਮੁੜ ਕੇ ਖੁੱਲ੍ਹਦਾ, ਉੱਤੇ ਬੰਦਾ ਸੌਂਦਾ, ਕੰਮ ਕਰਦਾ, ਫਿਰ ਸੌਂਦਾ, ਫਿਰ ਆਪਣੇ ਕੰਮ ਕਰਦਾ, ਉਹ ਬਿਸਤਰੇ ਦੀ ਰੱਸੀ ਨਹੀਂ ਖੋਲੀ। ਸਿੱਧੂ ਸਾਹਿਬ ਨੇ ਵੀ ਕਿਹਾ ਸੀ ਬਿਸਤਰਾ ਲਾ ਲਿਆ, ਉਹ ਤੋਂ ਪਹਿਲਿਆਂ ਨੇ ਵੀ ਕਿਹਾ ਸੀ ਬਿਸਤਰਾ ਲੈ, ਚੰਨੀ ਸਾਹਿਬ ਵੀ ਕਹਿੰਦੇ ਬਿਸਤਰਾ। ਹੁਣ ਤੁਸੀਂ ਦੇਖੋ ਨਾ, ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਸੀ ਮੇਰਾ ਬਿਸਤਰਾ ਗੱਡੀ 'ਚ ਹੀ ਹੈ, ਚੰਨੀ ਸਾਹਿਬ ਵੀ ਕਹਿੰਦੇ ਸੀ ਮੈਂ ਘਰੇ ਜਾਂਦਾ ਹੀ ਨਹੀਂ, ਜਾ ਹੀ ਨਹੀਂ ਹੁੰਦਾ, ਬਿਸਤਰਾ ਗੱਡੀ 'ਚ ਹੀ ਹੈ। ਸਿੱਧੂ ਸਾਹਿਬ ਦਾ ਬਿਸਤਰਾ ਦਫ਼ਤਰ 'ਚ ਹੀ ਸੀਗਾ। ਹੁਣ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਨਹੀਂ ਜਿੱਤ ਸਕੇ, ਚੰਨੀ ਸਾਹਿਬ ਵੀ ਨਹੀਂ ਜਿੱਤ ਸਕੇ, ਸਿੱਧੂ ਸਾਹਿਬ ਵੀ ਨਹੀਂ ਜਿੱਤ ਸਕੇ, ਇਸ ਕਰਕੇ ਬਿਸਤਰੇ ਦਾ ਰੌਲਾ ਨਹੀਂ। ਅਜੇ ਰਾਜਾ ਵੜਿੰਗ ਸਾਹਿਬ ਨੇ ਚੰਗਾ ਕੀਤਾ। ਹੁਣ ਕੀ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਬਣਾਏ ਆ। ਸੋਮਵਾਰ ਨੂੰ ਪ੍ਰਗਟ ਸਿੰਘ ਹੋਰੀ ਕਾਂਗਰਸ ਭਵਨ ਦੇ ਵਿੱਚ ਬੈਠਿਆ ਕਰਨਗੇ। ਉਹਦੇ ਤੋਂ ਬਾਅਦ ਮੰਗਲ ਬੁੱਧ ਵੀਰ ਸ਼ੁੱਕਰ ਕੁਸ਼ਲਦੀਪ ਸਿੰਘ ਢਿੱਲੋਂ, ਬੀਬੀ ਅਰੁਣਾ ਚੌਧਰੀ, ਇਹਦੇ ਨਾਲ ਸੁੰਦਰ ਸ਼ਾਮ ਅਰੋੜਾ ਸਾਹਿਬ, ਉਹਨਾਂ ਦੀਆਂ ਡਿਊਟੀਆਂ ਲਾਈਆਂ ਕਿ ਭਾਈ ਤੁਸੀਂ ਵੀ ਬਹਿਣਾ। ਆਪਣੇ ਇੰਦਰਬੀਰ ਸਿੰਘ ਬੁਲਾਰੀਆ ਉਹਨਾਂ ਨੂੰ ਵੀ ਬਣਾਇਆ, ਕਿਉਂਕਿ ਸਿੱਧੂ ਸਾਹਿਬ ਦੇ ਨੇੜਲੇ ਸੀ ਬੰਦੇ, ਤਾਂ ਨਾਲ 4 ਲਿਆਉਣੇ ਆ। ਉਹਨਾਂ ਦੀ ਇੱਕ ਦਿਨ ਡਿਊਟੀ ਲਾਤੀ ਕਿ ਭਾਈ ਤੁਸੀਂ ਹਫ਼ਤੇ 'ਚ ਇੱਕ ਦਿਨ ਸਾਰਾ ਦਿਨ ਕਾਂਗਰਸ ਭਵਨ ਦੇ ਵਿੱਚ ਬਹਿਣਾ, ਕਾਂਗਰਸ ਦੇ ਵਰਕਰ ਆਉਣਗੇ, ਉਹਨਾਂ ਦੀ ਮੁਸ਼ਕਲ ਸੁਣਨੀ ਹੈ, ਉਹਨਾਂ ਦੇ ਹਲਕੇ 'ਚ ਕੋਈ ਸਮੱਸਿਆ ਹੈ, ਕਿਸੇ ਦੇ ਨਾਲ ਧੱਕਾ ਹੁੰਦਾ ਹੈ, ਕੋਈ ਪ੍ਰੋਗਰਾਮ ਉਲੀਕਣਾ, ਵਰਕਰ ਸਾਹਿਬਾਨ ਆਉਣ ਤੇ ਇਹਨਾਂ ਨੂੰ ਮਿਲਣ। ਵੜਿੰਗ ਸਾਹਿਬ ਕਿਹੜੇ ਦਿਨ ਬੈਠਣਗੇ ਇਹ ਨਹੀਂ ਪਤਾ। ਚਲੋ ਕੋਈ ਗੱਲ ਨਹੀਂ। ਦੂਜੇ ਪਾਸੇ ਜਿਹੜੇ ਨਵੇਂ ਮੰਤਰੀ ਨੇ ਆਪਣੇ, ਬੈਂਸ ਸਾਹਿਬ ਉਹਨਾਂ ਦਾ ਨਾਮ ਹੈ, ਮਾਈਨਿੰਗ ਵਿਭਾਗ ਇਹਨਾਂ ਦੇ ਕੋਲ,
ਉਹ ਕਹਿੰਦੇ ਦੇਖੋ ਗੱਲ ਇਹ ਆ ਕਿ ਵੀ ਇਸ ਵਕਤ ਅਸੀਂ ਜਿਹੜੀ ਨੀਤੀ ਬਣਾ ਰਹੇ ਹਾਂ ਨਾ, ਉਹ ਨੀਤੀ ਕਿਉਂਕਿ ਪਿਛਲੇ ਦਿਨ ਹੀ ਉਹ ਗਏ ਸੀ ਗੁਰਦਾਸਪੁਰ ਸਾਈਡ ਨੂੰ, ਤੇ ਪੱਤਰਕਾਰ ਭਾਈਚਾਰੇ ਦਾ ਕੰਮ ਹੁੰਦਾ ਸਵਾਲ ਕਰਨ ਲਈ, ਮੰਤਰੀ ਸਾਹਿਬ ਤੁਸੀਂ ਆਏ ਹੋ ਮਹਾਰਾਜ ਚੇਚਾ ਆਏ ਹੋ ਚੱਲ ਕੇ ਜੀ, ਤੇ ਸਾਨੂੰ ਕੁਝ ਗੱਲਾਂ ਦੱਸ ਜਾਓ। ਉਹ ਕਹਿੰਦੇ ਜੀ ਗੱਲ ਹੈ ਪੁੱਛੋ। ਉਹ ਕਹਿੰਦੇ ਸਮਝ ਨਹੀਂ ਆ ਰਹੀ ਵੀ ਮਹਾਰਾਜ ਜਦੋਂ ਦੀ ਤੁਸੀਂ ਸਰਕਾਰ ਬਣਾਈ ਹੈ ਰੇਤ ਲੋਕੀ ਲਕਾ ਲਕਾ ਰੱਖਣ ਡੇ, ਏਡੀ ਮਹਿੰਗੀ ਹੋ ਗਈ ਹੈ ਵੀ ਸਮਝੋ ਬਾਹਰ ਕਹਾਣੀ। ਉਹ ਕਹਿੰਦੇ ਦੇਖੋ ਗੱਲ ਇਹ ਹੈ ਕਿ ਵੀ ਜੋ ਉਹਨਾਂ ਦੀ ਵਰਡਿੰਗ ਸੀ, ਉਹ ਕਹਿੰਦੇ ਵੀ 90-95% ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਜਿਹੜੀਆਂ ਲੀਗਲ ਥਾਵਾਂ ਨੇ ਜਿੱਥੋਂ ਮਾਈਨਿੰਗ ਕੀਤੀ ਜਾ ਸਕਦੀ, ਸਿਰਫ ਉੱਥੋਂ ਮਾਈਨਿੰਗ ਹੁੰਦੀ ਪਈ ਹੈ, ਬਾਕੀ ਅਸੀਂ ਸਾਰਾ ਕੰਮ ਬੰਦ ਕਰਾਤਾ। ਕੋਈ ਇੱਕਾ ਦੁੱਕਾ ਹੋ ਸਕਦੀਆਂ ਚੀਜ਼ਾਂ, ਕਹਿੰਦੇ ਉਹਦੇ ਲਈ ਅਸੀਂ ਨੰਬਰ ਦਿੱਤਾ ਹੋਇਆ ਜਾਂ ਮੇਰਾ WhatsApp ਨੰਬਰ ਹੈ, ਜੇ ਕਿਸੇ ਨੂੰ ਕੋਈ ਸ਼ਿਕਾਇਤ ਆ ਤਾਂ ਉੱਥੇ ਭੇਜ ਦਿਓ, ਆਪਾਂ ਉਹ ਹੀ ਬੰਦ ਕਰਾ ਦਿਆਂਗੇ। ਉਹ ਕਹਿੰਦੇ ਜਦੋਂ ਬੰਦ ਕਰਾਈਆਂ ਚੀਜ਼ਾਂ ਤੇ ਫਿਰ ਪਿੱਛੋਂ ਸਪਲਾਈ ਘਟੀ ਤੇ ਡਿਮਾਂਡ ਕਿਉਂਕਿ ਹੈਗੀ ਸੀ, ਇਸ ਕਰਕੇ ਰੇਟ ਵੱਧ ਗਿਆ। ਇਹ ਸਾਡੇ ਧਿਆਨ 'ਚ ਹੈ। ਪਰ ਕਹਿੰਦੇ ਵੀ ਤੁਸੀਂ ਇਹ ਦੇਖੋ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਖਾਣਾ ਮੰਗਾਉਣ ਦੇ ਲਈ ਨਹੀਂ ਲੋਕੀ ਆਪਣੇ ਫੋਨ ਤੋਂ ਮੈਸੇਜ ਕਰਦੇ ਵੀ ਓਕੇ ਵੀ ਆ ਵੀ ਚੀਜ਼ਾਂ ਇੱਥੇ ਭੇਜ ਦਿਓ, ਕਹਿੰਦੇ ਇਸ ਤਰ੍ਹਾਂ ਤੁਸੀਂ ਆਰਡਰ ਕਰਿਆ ਕਰਨਾ, ਰੇਤ ਤੇ ਬਜਰੀ ਇੱਦਾਂ ਲੋਕਾਂ ਦੇ ਘਰਾਂ 'ਚ ਪਹੁੰਚਿਆ ਕਰੂਗੀ। ਇਹ ਉਹਨਾਂ ਦਾ ਦਾਅਵਾ ਵੀ ਅਸੀਂ ਉੱਤੇ ਕੰਮ ਕਰ ਰਹੇ ਹਾਂ। ਸੰਧਾਲੀਆ ਸਾਹਿਬ, ਜੇ ਤਾਂ ਇਹ ਕੰਮ ਹੋ ਜਾਏ, ਚਾਹੇ 4 ਦਿਨਾਂ ਨੂੰ ਹੋ ਜਾਏ, 4 ਮਹੀਨਿਆਂ ਨੂੰ ਹੋ ਜਾਏ, ਸਮਾਂ ਤਾਂ ਲੱਗੂਗਾ। ਪਹਿਲੇ ਜਿਹੜੇ ਕੰਟਰੈਕਟ ਠੇਕੇ ਦਿੱਤੇ ਹੋਏ ਨੇ ਉਹਨਾਂ ਦਾ ਸਮਾਂ ਵੀ ਪੂਰਾ ਕਰਨਾ ਪੈਣਾ। ਮਹੀਨੇ 6 ਮੰਗੇ ਸੀ ਉਹਨਾਂ ਨੇ, 2 ਜਾਂ 4 ਅਜ ਰਹਿੰਦੇ ਆ। ਇੱਦਾਂ ਦਾ ਕੋਈ ਹਿਸਾਬ ਕਿਤਾਬ ਜਿਹਾ ਲਾ ਦੇਣ ਕਿ ਲੋਕਾਂ ਨੂੰ ਸਸਤੀ, ਚੰਗੀ ਤੇ ਘਰ ਪਹੁੰਚ ਵਾਲੀ ਜਿਹੜੀ ਹੈ ਉਹ ਰੇਤ ਮਿਲੇ, ਤੇ ਉਹਦੇ ਵਿੱਚੋਂ ਪੈਸੇ ਸਰਕਾਰ ਨੂੰ ਜਾਣ, ਸਰਕਾਰ ਦਾ ਖਜ਼ਾਨਾ ਭਰ ਜੂ, ਲੋਕਾਂ ਨੂੰ ਸਸਤੀ ਰੇਤ ਮਿਲ ਜੂ, ਬੱਲੇ ਬੱਲੇ ਹੋ ਜੂ। ਤੇ ਉਹਦੇ ਲਈ ਕਾਹਲੀ ਕਰਨ ਦੀ ਲੋੜ ਨਹੀਂ, ਕਿਉਂਕਿ ਕਾਹਲੀ ਦੇ ਵਿੱਚ ਕੋਈ ਪਾਲਿਸੀ ਬਣਾ ਲੈਣ, ਇੰਪਲੀਮੈਂਟ ਹੀ ਨਾ ਹੋਵੇ, ਲਾਗੂ ਹੀ ਨਾ ਹੋਵੇ, ਚੋਰ ਮੂਰੀਆਂ ਰਹਿ ਜਾਣ। ਜਿੱਦਾਂ ਸਿੱਧੂ ਸਾਹਿਬ ਕਹਿੰਦੇ ਕਿ ਪ੍ਰਾਈਵੇਟ ਬੰਦੇ ਬਾਹਰ ਕੱਢ ਦਿਓ। ਪੰਜਾਬ ਦੀ ਰੇਤਾ ਪੰਜਾਬ ਦੇ ਲੋਕਾਂ ਨੂੰ ਚਾਹੀਦੀ ਹੈ, ਤੇ ਸਰਕਾਰ ਕਿਉਂ ਨਾ ਪੰਜਾਬ ਦੇ ਵਿੱਚੋਂ ਰੇਤਾ ਆਪ ਕੱਢ ਕੇ ਤੇ ਲੋਕਾਂ ਦੇ ਘਰ ਤੱਕ ਪਹੁੰਚਾਵੇ। ਕੋਈ ਪ੍ਰਾਈਵੇਟ ਪਲੇਅਰ ਹੋਵੇ ਹੀ ਨਾ, ਕੋਈ ਬੰਦਾ ਉੱਥੇ ਤੰਬੂ ਲਾ ਕੇ ਖੜੇ ਹੀ ਨਾ, ਕੋਈ ਡੰਡਾ ਤੇ ਗੁੰਡਾ ਟੈਕਸ ਉੱਥੇ ਲੱਗੇ ਹੀ ਨਾ। ਇੱਥੋਂ ਰੇਤਾ ਕੱਢਣ ਤੋਂ ਲੈ ਕੇ ਲੋਕਾਂ ਦੇ ਘਰ ਤੱਕ ਪਹੁੰਚਾਉਣ ਤੱਕ ਜਿੰਨਾ ਖਰਚ ਹੁੰਦਾ, ਉਹਦੇ ਵਿੱਚ ਕੁਝ ਪੈਸੇ ਸਰਕਾਰ ਦੇ ਟੈਕਸ ਦੇ ਪਾ ਕੇ ਵਸੂਲ ਲਓ, ਲੋਕ ਵੀ ਖੁਸ਼, ਸਰਕਾਰ ਵੀ ਖੁਸ਼, ਲੋਕਾਂ ਦੀਆਂ ਸੜਕਾਂ ਵੀ ਨਹੀਂ ਟੁੱਟਣਗੀਆਂ, ਨਜਾਇਜ਼ ਮਾਈਨਿੰਗ ਦੇ ਨਾਲ ਵੱਡੇ ਵੱਡੇ ਟੋਏ ਵੀ ਨਹੀਂ ਪੈਣਗੇ, ਵਾਤਾਵਰਣ ਨੂੰ ਵੀ ਨੁਕਸਾਨ ਨਹੀਂ ਹੋਊਗਾ, ਸਾਰਾ ਕੁਝ ਹੀ ਵਧੀਆ। ਬਹੁਤ ਘੱਟ ਉਮਰ ਹੈ ਅਜੇ ਤੱਕ ਸਾਡੇ ਮਾਈਨਿੰਗ ਮਿਨਿਸਟਰ ਹੋਰਾਂ ਦੀ, ਹਰਜੋਤ ਸਿੰਘ ਬੈਂਸ ਹੋਰਾਂ ਦੀ, ਸਭ ਤੋਂ ਛੋਟੀ ਉਮਰ ਦੇ ਮਿਨਿਸਟਰ ਨੇ। ਬੱਲੇ ਬੱਲੇ ਖੱਟ ਸਕਦੇ ਆ, ਲਾਹਾ ਖੱਟ ਸਕਦੇ ਆ, ਤੇ ਉਹਦੇ ਲਈ ਸਮਾਂ ਭਾਵੇਂ 2-3 ਮਹੀਨੇ ਹੋਰ ਲੱਗਦਾ ਤਾਂ ਲੈ ਲੈਣ, ਪਰ ਉਹਦੇ ਤੋਂ ਬਾਅਦ ਇੱਕ ਐਸਾ ਢਾਂਚਾ ਜਿਹੜਾ ਤਿਆਰ ਕਰ ਦੇਣ ਕਿ ਮੁੜ ਕੇ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ, ਖਜ਼ਾਨਾ ਵੀ ਭਰ ਜੂ, ਹਰਪਾਲ ਸਿੰਘ ਚੀਮਾ ਸਾਹਿਬ ਵੀ ਖੁਸ਼ ਹੋ ਜਾਣਗੇ। ਨਹੀਂ, ਉਹ ਬੜਾ ਜ਼ਰੂਰੀ ਆ। ਦੂਜੇ ਪਾਸੇ ਹਾਈ ਕੋਰਟ ਤੱਕ ਪਹੁੰਚ ਕੀਤੀ ਆ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਜ਼ਮਾਨਤ ਦੇ ਲਈ, ਕਿਉਂਕਿ ਪਿਛਲੇ ਲਗਾਤਾਰ ਕਈ ਵਾਰ ਜਦੋਂ ਵੀ ਕਦੇ ਸੁਣਵਾਈ ਹੁੰਦੀ ਸੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ, ਹਰ ਵਾਰ ਖਬਰ ਆਉਂਦੀ ਸੀ ਵੀ ਅੱਜ ਸੁਣਵਾਈ ਹੈ, ਤੇ ਉਸ ਤੋਂ ਬਾਅਦ ਕਿਹਾ ਜਾਂਦਾ ਸੀ ਵੀ ਨਹੀਂ ਜੀ ਉਹਨਾਂ ਨੂੰ ਅਦਾਲਤ ਵੱਲੋਂ ਰਾਹਤ ਨਹੀਂ ਮਿਲੀ, ਫਿਰ 14 ਦਿਨ ਦੀ ਨਿਆਇਕ ਹਿਰਾਸਤ ਵੱਧ ਜਾਂਦੀ ਸੀ। ਫਿਰ ਸੁਪਰੀਮ ਕੋਰਟ ਤੱਕ ਵੀ ਗਏ, ਸੁਪਰੀਮ ਕੋਰਟ ਨੇ ਕਹਿ ਤਾ ਵੀ ਨਹੀਂ ਇੱਥੇ ਨਹੀਂ, ਤੁਸੀਂ ਉੱਥੇ ਜਾ ਕੇ ਡਿਵੀਜ਼ਨ ਬੈਂਚ ਦੇ ਸਾਹਮਣੇ ਆਪਣੀ ਅਪੀਲ ਕਰ ਲਓ। ਤੇ ਹੁਣ ਜਦੋਂ ਉਹਨਾਂ ਨੇ ਪਹੁੰਚ ਕੀਤੀ ਆ ਵੀ ਸਾਨੂੰ ਜ਼ਮਾਨਤ ਚਾਹੀਦੀ ਹੈ ਹਾਈ ਕੋਰਟ 'ਚ, ਫਿਰ ਜਾਬ ਦੀ ਵੀ ਗੱਲ ਬਣ ਜੂਗੀ। ਦੇਖੋ ਸੰਧਾਲੀਆ ਸਾਹਿਬ, ਉਹਨਾਂ ਦੇ ਕੋਲੇ ਇਹ ਤੋਂ ਬਿਨਾਂ ਰਾਹ ਕੋਈ ਨਹੀਂ ਸੀ। ਫਰਵਰੀ ਮਹੀਨੇ ਦੇ ਬਿਕਰਮ ਸਿੰਘ ਮਜੀਠੀਆ ਸਾਹਿਬ ਅੰਦਰ ਨੇ, ਤੇ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਕਿ ਸਿਆਸੀ ਬਦਲਾਖੋਰੀ ਤੇ ਆਧਾਰਿਤ ਹੈ ਇਹ ਕੇਸ। ਗੱਲ ਕੁਛ ਨਹੀਂ, ਮੈਨੂੰ ਸਿਰਫ ਇਸ ਕਰਕੇ ਰੰਜਿਸ਼ਨ ਫਸਾਇਆ ਜਾ ਰਿਹਾ ਕਿਉਂਕਿ ਮੈਂ ਬੜੀ ਛੇਤੀ ਪੰਜਾਬ ਦੀ ਰਾਜਨੀਤੀ 'ਚ ਕੱਦ ਕੱਢ ਲਿਆ ਸੀ, ਤੇ ਮੈਂ ਬੜਾ ਸਾਫ਼ ਤੇ ਸਪਸ਼ਟ ਹੋ ਕਹਿੰਦੇ ਜੀ ਬੋਲਦਾ, ਇਸ ਕਰਕੇ ਕਈ ਵਿਰੋਧੀ ਧਿਰਾਂ ਦੇ ਲੀਡਰ ਮੇਰੇ ਤੋਂ ਔਖੇ ਭਾਰੇ ਸੀ, ਉਹਨਾਂ ਨੇ ਮੈਨੂੰ ਇਹ 'ਚ ਫਸਾਉਣ ਦਾ ਯਤਨ ਕੀਤਾ। ਕਸੂਰ ਮੇਰਾ ਕੋਈ ਨਹੀਂ, ਠੀਕ ਹੈ ਭਾਈ, ਹੋ ਸਕਦਾ ਕਸੂਰ ਹੋਵੇ, ਹੋ ਸਕਦਾ ਨਾ ਹੋਵੇ, ਅਦਾਲਤ ਨੇ ਤੈਅ ਕਰਨਾ, ਅਸੀਂ ਕੌਣ ਹੁੰਨੇ। ਦੂਸਰਾ, ਹੁਣ ਜਦੋਂ ਸੁਪਰੀਮ ਕੋਰਟ ਗਿਆ ਸੀ ਤਾਂ ਕਈ ਹਫ਼ਤਿਆਂ ਦੀ ਹੋਮਵਰਕ ਤੋਂ ਬਾਅਦ ਗਿਆ ਸੀ, ਝੱਟ ਨਹੀਂ ਚਲਾ ਗਿਆ ਸੀ ਕਿ ਦੂਜੇ ਤੀਜੇ ਦਿਨ ਜਾ ਕੇ ਪਟੀਸ਼ਨ ਪਾਤੀ। ਉੱਥੋਂ ਆਸਾਂ ਬਹੁਤ ਸੀ ਕਿ ਵੱਡੀ ਅਦਾਲਤ ਹੈ ਕੋਈ ਰਾਹਤ ਦੇ ਦੂ, ਜ਼ਮਾਨਤ ਦੇ ਦੂ, ਬਾਹਰ ਜਾਵਾਂਗੇ ਫਿਰ ਦੇਖਾਂਗੇ, ਪਰ ਉਹਨਾਂ ਨੇ ਸੁਣਵਾਈ ਨਹੀਂ ਸੀ ਕੀਤੀ। ਉਹ ਕਹਿੰਦੇ ਇੱਥੇ ਨਹੀਂ, ਡਿਵੀਜ਼ਨਲ ਬੈਂਚ ਦੇ ਕੋਲੇ ਚਲੋ। ਹੁਣ ਉੱਥੇ ਜ਼ਮਾਨਤ ਦੀ ਅਰਜ਼ੀ ਦਾਇਰ ਕਰਤੀ ਹੈ। ਸੰਧਾਲੀਆ ਸਾਹਿਬ, ਜੇ ਉੱਥੋਂ ਕੰਮ ਸੂਤਰ ਨਾ ਆਇਆ ਫਿਰ ਬਹੁਤ ਔਖਾ ਹੋ ਜਾਊਗਾ। ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਬੜੇ ਸੰਕਟ ਦੇ ਦੌਰ 'ਚੋਂ ਗੁਜ਼ਰ ਰਿਹਾ। 2 ਹੀ ਵੱਡੇ ਲੀਡਰ ਨੇ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਤਾਂ ਸਰਗਰਮ ਨਹੀਂ ਹੈਗੇ, ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਸਭ ਤੋਂ ਵੱਧ ਸਰਗਰਮ ਨੇ। ਭੁੰਦਰ ਸਾਹਿਬ ਕਹਿ ਲਓ, ਢੀਂਡਸਾ ਸਾਹਿਬ ਚਲੇ ਗਏ ਨੇ, ਉਹ ਬਜ਼ੁਰਗ ਹੋ ਗਏ ਬੰਦੇ, ਉਹ ਵੀ ਉਨੀ ਸਰਗਰਮੀ ਨਹੀਂ ਕਰ ਸਕਦੇ। ਬਾਕੀ ਦੂਸਰੀ ਕਤਾਰ ਦੀ ਲੀਡਰਸ਼ਿਪ ਇੰਨੀ ਤਕੜੀ ਨਹੀਂ ਹੋ ਸਕੀ ਅਕਾਲੀ ਦਲ 'ਚ। ਹੁਣ ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਲੋੜ ਸੀ ਉਦੋਂ ਮਜੀਠੀਆ ਸਾਹਿਬ ਅੰਦਰ ਨੇ, ਜਦੋਂ ਸੀਟਾਂ ਵੀ ਇਕੱਲੀਆਂ 3 ਆਈਆਂ, ਲੋੜ ਸੀ, ਉਦੋਂ ਮਜੀਠੀਆ ਸਾਹਿਬ ਅੰਦਰ ਨੇ। ਜਾਣੀ ਇਸ ਪਟੀਸ਼ਨ ਦੇ ਖਾਰਜ ਹੋਣ ਜਾਂ ਮਨਜ਼ੂਰ ਹੋਣ ਦਾ ਪ੍ਰਭਾਵ ਇਕੱਲਾ ਬਿਕਰਮ ਸਿੰਘ ਮਜੀਠੀਆ ਸਾਹਿਬ ਤੱਕ ਨਿੱਜੀ ਨਹੀਂ ਰਹਿਣਾ, ਉਹ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਤੇ ਵੀ ਪੈਣਾ। ਬਿਲਕੁਲ ਸਹੀ ਗੱਲ ਹੈ। ਇੱਕ ਚੀਜ਼ ਹੋਰ ਮੈਨੂੰ ਲੱਗਦਾ ਹੈ ਕਿ ਤੁਸੀਂ ਹੁਣੇ ਭੁੰਦਰ ਸਾਹਿਬ ਦਾ ਜ਼ਿਕਰ ਕੀਤਾ ਸੀ, ਅਜੇ ਇੱਕ ਰਾਜ ਸਭਾ ਸੀਟ ਸੀਗੀ ਅਕਾਲੀ ਦਲ ਕੋਲ,
ਇੱਕ ਕਾਂਗਰਸ ਕੋਲ ਸੀਗੀ ਅੰਬਿਕਾ ਸੋਨੀ ਹੋਰਾਂ ਵਾਲੀ, ਉਹ ਵੀ ਹੁਣ ਆ ਜੁਲਾਈ ਤੱਕ ਜਾਂਦਿਆਂ ਜਾਂਦਿਆਂ ਉਹਨਾਂ ਦੀ ਮਿਆਦ ਖਤਮ ਹੋ ਜਾਣੀ ਆ, ਅਤੇ ਇਸ ਮਹੀਨੇ ਦੇ ਐਂਡ ਤੱਕ ਰਾਜ ਸਭਾ ਦੀਆਂ 2 ਸੀਟਾਂ ਆਮ ਆਦਮੀ ਪਾਰਟੀ ਨੂੰ ਲੱਗਦਾ ਵੀ ਸਾਡੀ ਝੋਲੀ ਪੈ ਜਾਣੀ ਹੈ ਜੀ। ਜੂਨ ਦੇ ਪਹਿਲੇ ਹਫ਼ਤੇ ਤੱਕ ਕੁਛ ਨਾ ਕੁਛ ਲਗਭਗ ਕਲੈਰੀਫਾਈ ਹੋ ਜਾਊਗਾ ਵੀ ਕਿਹੜੇ ਉਹ 2 ਨਵੇਂ ਰਾਜ ਸਭਾ ਮੈਂਬਰ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਝੋਲੀ 'ਚ ਪੈ ਜਾਂਦੇ ਆ ਅਤੇ ਉੱਥੇ ਜਾ ਕੇ ਉਹ ਰਾਜ ਸਭਾ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ। ਹੁਣ ਇਹ ਵੀ ਸੁਣਨ 'ਚ ਆਇਆ ਵੀ ਜਿਹੜਾ ਕਿਹਾ ਜਾਂਦਾ ਸੀ ਵੀ ਕਿਸਾਨ ਉੱਥੇ ਚੰਡੀਗੜ੍ਹ ਗਏ ਅਤੇ ਮੁੱਖ ਮੰਤਰੀ ਸਾਹਿਬ ਪਹਿਲਾਂ ਹੀ ਚਲੇ ਗਏ ਜੀ ਕੇਜਰੀਵਾਲ ਸਾਹਿਬ ਨੂੰ ਮਿਲਣ, ਉਹ ਕਹਿੰਦੇ ਆ ਕਿ ਵੀ ਉੱਥੇ ਉਹ ਇਸੇ ਚਰਚਾ ਦੇ ਵਿੱਚ ਗਏ ਆ ਵੀ ਮਹਾਰਾਜ ਪਹਿਲਾਂ ਜਿਹੜਾ ਆਪਾਂ 4-5 ਬਣਾਏ ਸੀਗੇ ਉਦੋਂ ਆਪਣਾ ਰੌਲਾ ਰੱਪਾ ਵਾਹਵਾ ਪੈ ਗਿਆ, ਹੁਣ 2 ਹੋਰ ਬਣਾਉਣੇ ਆ, ਉਦੋਂ ਆਪਾਂ ਜ਼ਰੂਰ ਸਾਰਾ ਕੁਝ ਵਿਚਾਰ ਲਈਏ ਤਾਂ ਜੋ ਪਹਿਲਾਂ ਵਾਲੀ ਗੱਲ ਨਾ ਹੋਵੇ ਕਿਤੇ। ਸੰਧਾਲੀਆ ਸਾਹਿਬ, ਇੱਕ ਵਾਰੀ ਬਾਜ਼ਾਰ ਦੇ ਵਿੱਚੋਂ ਸਬਜ਼ੀ ਮਾੜੀ ਜਿਹੀ ਗਲਤ ਲਿਆ ਹੋ ਜਵੇ ਨਾ, ਤਾਂ ਘਰ ਦੇ ਸਾਰੇ ਹੀ ਤਕਰੀਬਨ ਸੁਣਾਉਂਦੇ ਹੁੰਦੇ ਆਹ ਕੀ ਲੈ ਆਂਦਾ, ਇੱਦਾਂ ਨਹੀਂ ਕਰੀਦਾ। ਫਿਰ ਬੰਦਾ ਉਦੋਂ ਸਿੱਖ ਜਾਂਦਾ, ਨਹੀਂ ਯਾਰ ਆਹ ਚੀਜ਼ ਇੱਦਾਂ ਲਿਆਉਣੀ, ਆਹ ਚੀਜ਼ ਛੋਟੀ ਲਿਆਈ ਦੀ ਹੈ ਕੱਚੀ ਨਿਕਲਦੀ ਆ, ਵੱਡੀ ਲਿਆਈ ਹੈ ਪੱਕੀ ਨਿਕਲਦੀ ਆ, ਇੱਦਾਂ ਦਾ ਨਹੁੰ ਖੋਬ ਕੇ ਦੇਖਣ ਤੋਂ ਬਿਨਾਂ ਵੀ ਪਤਾ ਲੱਗ ਜਾਂਦਾ ਕਿ ਆਹ ਚੀਜ਼ ਕਿੱਦਾਂ ਦੀ ਹੈ। ਧੋਣੇ ਧੋ ਸਕਦੀ ਆਮ ਆਦਮੀ ਪਾਰਟੀ, ਕਿਉਂਕਿ ਬਹੁਤ ਸਾਰੇ ਸਵਾਲ ਇਹੀ ਆਉਂਦੇ ਹੁੰਦੇ ਆ, ਰਾਜ ਸਭਾ ਦੇ ਮੈਂਬਰ ਕਿੱਦਾਂ ਦੇ ਬਣਾਏ ਜੀ, ਤੁਸੀਂ ਦੱਸੋ, ਸਵਾਲ ਕਰਦੇ ਆ ਲੋਕ। ਐਤਕੀ ਜਦੋਂ ਵਧੀਆ ਬਣਾ ਦੇਣਗੇ, ਮਾਹਿਰ ਬੰਦੇ ਬਣਾ ਦੇਣਗੇ ਜਿਨ੍ਹਾਂ ਦੇ ਉੱਤੇ ਕਿੰਤੂ ਪਰੰਤੂ ਕੋਈ ਨਹੀਂ, ਜਿਹੜੇ ਪੰਜਾਬ ਨੂੰ ਅੱਗੇ ਲਿਜਾਣ ਦੇ ਲਈ ਕੋਈ ਨਾ ਕੋਈ ਸਲਾਹ ਚੰਗੀ ਦੇ ਸਕਦੇ ਆ ਤੇ ਗਰਾਊਂਡ ਜ਼ੀਰੋ ਵਾਲੀ ਸਲਾਹ ਦੇ ਸਕਦੇ ਆ, ਉਹ 2 ਬੰਦੇ ਲੈ ਕੇ ਜਾਣ। ਸਿਆਸੀ ਤੌਰ ਤੇ ਜੋ ਕੁਝ ਕਰਨਾ ਸੀ ਐਡਜਸਟਮੈਂਟਾਂ ਉਹ ਪਿਛਲੇ 'ਚ ਕਰ ਲਈਆਂ, ਹੁਣ ਨਾ ਕਰਨ, ਕਿਉਂਕਿ ਜੇ ਐਤਕੀ ਵੀ ਕੀਤਾ ਤਾਂ ਫਿਰ ਰੌਲਾ ਵੱਧ ਜਾਣਾ। ਆਲੋਚਨਾ ਪਹਿਲਾਂ ਹੀ ਬਹੁਤ ਸਾਰੀ ਸੰਧਾਲੀਆ ਸਭ ਹੁੰਦੀ ਹੈ। ਹੁਣ ਭਗਵੰਤ ਮਾਨ ਸਾਹਿਬ ਦਿੱਲੀ ਗਏ, ਦੌਰਾ ਉਹ ਕਹਿੰਦੇ ਜੀ ਪਹਿਲਾਂ ਹੀ ਨਿਸ਼ਚਿਤ ਸੀਗਾ, ਸਮਾਂ ਦਿੱਤਾ ਹੋਇਆ ਸੀ, ਕਈ ਕੰਮ ਉੱਥੇ ਕਰਨ ਵਾਲੇ ਸੀ ਤਾਂ ਮੈਂ ਉਹ ਕਰਕੇ ਆਇਆ, ਠੀਕ ਹੈ। ਇੰਨੇ ਨੂੰ ਕਰਨਾਟਕ ਦੇ ਵਿੱਚੋਂ ਇੱਕ ਚਰਚਾ ਚੱਲ ਪਈ, ਤੁਸੀਂ ਦੇਖੋ ਸ਼ਹੀਦ ਆਜ਼ਮ ਭਗਤ ਸਿੰਘ ਏਡੇ ਵੱਡੇ ਕੁਰਬਾਨੀ ਦੇਣ ਵਾਲੇ ਸ਼ਖਸ ਆਜ਼ਾਦੀ ਦੇ ਲਈ, ਸਾਰੀ ਦੁਨੀਆ ਮੰਨਦੀ, ਪਾਕਿਸਤਾਨ ਦੇ ਵਿੱਚ ਵੀ ਪੂਰਾ ਸਤਿਕਾਰ ਹੁੰਦਾ, ਇੱਥੇ ਬੜੇ ਸਮਾਗਮ ਹੁੰਦੇ ਆਪਣੇ, ਕੈਨੇਡਾ ਅਮਰੀਕਾ ਦੇ ਵਿੱਚ ਵੀ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਨਾਂ ਤੇ। ਪਰ ਪਤਾ ਨਹੀਂ ਕੀ ਗੱਲ ਹੈ ਕਿ ਰਾਜਨੀਤੀ ਬਹੁਤ ਹੁੰਦੀ ਹੈ, ਸੰਸੀਅਰ ਕੋਈ ਨਹੀਂ। ਆ ਪਿਛਲੇ ਸਮੇਂ 'ਚ ਆਪਾਂ ਦੇਖਿਆ ਕਿ ਉਹਨਾਂ ਦਾ ਜਿਹੜਾ ਪਿੰਡ ਹੈ ਖਟਕੜ ਕਲਾਂ, ਸਿੱਧੂ ਸਾਹਿਬ ਕਹਿੰਦੇ ਹੁੰਦੇ ਆ ਜੀ ਮੈਂ ਉੱਥੇ ਬਿਜਲੀ ਦਾ ਬਿੱਲ ਦਿੱਤਾ, ਜਾਣੀ ਕਮਾਲ ਹੋ ਗਈ ਹੈ ਕਿ ਸਾਡੀਆਂ ਸਰਕਾਰਾਂ ਇੰਨੀਆਂ ਬੌਂਗੀਆਂ ਹੋ ਗਈਆਂ ਕਿ ਸ਼ਹੀਦ ਦੇ ਘਰ ਦਾ ਬਿਜਲੀ ਦਾ ਬਿੱਲ ਹੀ ਨਾ ਦੇ ਸਕਣ, ਉੱਥੇ ਪੂਰੇ ਕਰਮਚਾਰੀ ਨਾ ਰੱਖ ਸਕਣ, ਉੱਥੇ ਕੋਈ ਟੂਰਿਸਟ ਗਾਈਡ ਹੀ ਨਾ ਹੋਵੇ, ਬੱਸ ਨਾ ਰੁਕਦੀ ਹੋਵੇ ਉੱਥੇ। ਜਾਣੀ ਛੋਟੀਆਂ ਗੱਲਾਂ ਨੇ ਪਰ ਇਹਨਾਂ ਦੇ ਨੁਕਸਾਨ ਤੇ ਇਹਨਾਂ ਦੇ ਅਸਰ ਵੱਡੇ ਨੇ। ਫਿਰ ਤੁਹਾਨੂੰ ਯਾਦ ਹੋਣਾ ਹੈ ਏਅਰਪੋਰਟ ਦਾ ਨਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਤੇ ਰੱਖਣਾ, ਕੋਈ ਡਿਸਪਿਊਟ ਹੀ ਨਹੀਂ ਹੋਣਾ ਚਾਹੀਦਾ। ਜੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਨਾਂ ਦੇ ਉੱਤੇ ਵੀ ਕਿੰਤੂ ਪਰੰਤੂ ਆ ਜਾਂ ਉਹਨਾਂ ਦੇ ਨਾਂ ਤੇ ਵੀ ਸਹਿਮਤੀ ਨਹੀਂ ਬਣਦੀ, ਫਿਰ ਕਿਹਦੇ ਤੇ ਬਣਨੀ ਆ ਬਈ? ਤੇ ਜੇ ਕਿਸੇ ਨੂੰ ਲੱਗਦਾ ਕਿ ਉਹ ਕਿਸੇ ਧਰਮ ਦਾ ਬੰਦਾ ਸੀ, ਉਹ ਕਿਸੇ ਸੂਬੇ ਦਾ ਬੰਦਾ ਸੀ, ਉਹ ਕਿਸੇ ਭਾਸ਼ਾ ਦਾ ਬੰਦਾ ਸੀ, ਉਹਦੀ ਜਥੇਬੰਦੀ ਦੇ ਵਿੱਚ ਬੰਦੇ ਤਾਂ ਦੇਖੋ ਕੌਣ ਸੀ, ਮੁਸਲਮਾਨ ਵੀ ਸੀ, ਹਿੰਦੂ ਵੀ ਸੀ, ਸਿੱਖ ਵੀ ਸੀ, ਈਸਾਈ ਵੀ ਸੀ, ਵੱਖ-ਵੱਖ ਸੂਬਿਆਂ ਦੇ ਸੀ, ਵੱਖ-ਵੱਖ ਭਾਸ਼ਾ ਬੋਲਣ ਵਾਲੇ ਸੀ, ਉਹਨਾਂ ਦੇ ਵਿੱਚ ਤਾਂ ਵੰਡੀ ਆ ਨਹੀਂ ਸੀ, ਅਸੀਂ ਵੰਡੀਆਂ ਪਾਉਣ ਲੱਗ ਪਏ। ਫਿਰ ਤੁਹਾਨੂੰ ਯਾਦ ਹੋਣਾ ਉਹਦੇ ਤੋਂ ਬਾਅਦ ਹੁਣ ਕਰਨਾਟਕ ਦਾ ਜਦੋਂ ਮਸਲਾ ਆਇਆ ਕਿ ਭਾਈ ਉੱਥੋਂ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਚੈਪਟਰ ਕੱਢ ਦਿੱਤਾ, ਇੱਕ ਆਰਐਸਐਸ ਦੇ ਲੀਡਰ ਦਾ ਚੈਪਟਰ ਲਾਤਾ। ਮਗਰੇ ਭਗਵੰਤ ਮਾਨ ਸਾਹਿਬ ਨੇ ਵੀ ਕਹਿ ਦਿੱਤਾ ਕਿ ਆ ਦੇਖੋ ਜੀ ਨਫ਼ਰਤ ਹੀ ਇੰਨੀ ਕਰਦੇ ਹੋ ਕਹਿੰਦੇ ਜੀ ਇਹ ਬੰਦੇ ਕਿ ਉਹਨਾਂ ਦਾ ਨਾਂ ਤੱਕ ਨਹੀਂ ਬੱਚਿਆਂ ਨੂੰ ਪੜ੍ਹਾਉਣ ਦੇਣਾ ਚਾਹੁੰਦੇ। ਹਾਲਾਂਕਿ ਉਹਦੇ ਤੋਂ ਬਾਅਦ ਸਰੀਨ ਸਾਹਿਬ ਜਿਹੜੇ ਕਿ ਪੰਜਾਬ ਭਾਜਪਾ ਦੇ ਸਪੋਕਸ ਪਰਸਨ ਹੈ, ਉਹਨਾਂ ਨੇ ਕਿਹਾ ਜੀ ਕਹਿੰਦੇ ਇਦਾਂ ਦੀ ਗੱਲ ਕੋਈ ਨਹੀਂ। ਉਹ ਕਹਿੰਦੇ ਹੁਣ ਤਾਂ ਟੈਕਸਟ ਬੁੱਕ ਬੋਰਡ ਦਾ ਜਿਹੜਾ ਚੇਅਰਪਰਸਨ ਹੈ ਕਰਨਾਟਕ ਦਾ, ਉਹਨੇ ਅਫੀਸ਼ੀਅਲ ਬਿਆਨ ਵੀ ਦੇ ਦਿੱਤਾ ਕਿ ਉਹ ਚੈਪਟਰ ਕੱਢਿਆ ਹੀ ਨਹੀਂ, ਕਹਿੰਦੇ ਉਹ ਚੈਪਟਰ ਤਾਂ ਵਿੱਚ ਹੀ ਹੈ, ਬੇਲੋੜੀ ਆਲੋਚਨਾ ਨਹੀਂ ਕਰਨੀ ਚਾਹੀਦੀ। ਸੱਚਾਈ ਕੀ ਹੈ, ਗੱਲ ਕਿੱਥੋਂ ਨਿਕਲ ਕੇ ਸਾਹਮਣੇ ਆਈ ਹੈ, ਉਹ ਪਤਾ ਲੱਗ ਜਾਣਾ ਹੈ। ਪਰ ਸੰਧਾਲੀਆ ਸਾਹਿਬ, ਜੇ ਅਸੀਂ ਸ਼ਹੀਦਾਂ ਨੂੰ ਇਸ ਤਰੀਕੇ ਛੱਜ 'ਚ ਪਾ ਕੇ ਛੱਟਾਂਗੇ, ਉਹਨਾਂ ਦੀਆਂ ਸ਼ਹਾਦਤਾਂ ਜਿਹੜੀਆਂ ਨੇ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਸੋਚਾਂਗੇ, ਪਰੇ ਕਰ ਦਿਆਂਗੇ ਕਿ ਭਾਈ ਅਸੀਂ ਜਿੱਦਾਂ ਹੁਣ ਜੱਲਿਆਂਵਾਲੇ ਬਾਗ ਦਾ ਨਵੀਨੀਕਰਨ ਹੋਇਆ ਸੀ, ਕਿੰਨੇ ਲੋਕਾਂ ਨੇ ਕਿਹਾ ਸੀ ਕਿ ਫੀਲ ਹੀ ਨਹੀਂ ਆਉਂਦਾ, ਉਦਾਂ ਹੀ ਰੱਖਣਾ ਚਾਹੀਦਾ ਸੀ। ਇੱਥੇ 150 200 ਸਾਲ ਪੁਰਾਣੀਆਂ ਇਮਾਰਤਾਂ ਉਦਾਂ ਹੀ ਰੱਖੀਆਂ ਕਿ ਮਹਿਸੂਸ ਕਰੇ ਬੰਦਾ ਕਿ ਉਹ ਸਮਾਂ ਕਿਦਾਂ ਦਾ ਸੀ। ਅਸੀਂ ਜਿੱਧਰਲੇ ਪਾਸੇ ਦੇਖੋ ਪੱਥਰ ਚੱਕ ਦਿੰਦੇ ਹਾਂ। ਨਹੀਂ, ਗੱਲ ਮਾੜੀ ਆ। ਦੇਖੋ ਕਾਰਨ ਇਹ ਆ ਵੀ ਜੇ ਇਹ ਚਰਚਾ ਕਿਸੇ ਵੇਲੇ ਹੁੰਦਾ ਨਾ ਜੀ ਵੀ ਹਾਂ ਜੀ ਉਹ ਫਲਾਨੇ ਦਾ ਅਸੀਂ ਉੱਥੇ ਜੀ ਪੜ੍ਹਾਉਣਾ ਚਾਹੁੰਦੇ ਹਾਂ ਸਿਲੇਬਸ ਦੇ ਵਿੱਚ, ਹੋ ਸਕਦਾ ਕਿ ਵੀ ਉੱਥੇ ਉਹਨਾਂ ਨੂੰ ਲੱਗਦਾ ਹੋਵੇ ਵੀ ਆ ਇਸ ਚੀਜ਼ ਦੀ ਜਾਣਕਾਰੀ ਬੱਚਿਆਂ ਨੂੰ ਹੋਣੀ ਚਾਹੀਦੀ ਹੈ। ਮੈਨੂੰ ਲੱਗਦਾ ਵੀ ਜੇ ਜਵਾਕ ਦੇ ਮੰਨ ਲਓ 10 ਚੈਪਟਰ ਪੜ੍ਹਨੇ ਤੇ ਉਹ 11 ਵੀ ਪੜ੍ਹ ਲੂ। ਵੀ ਜੇ ਆਪਾਂ ਨੂੰ ਲੱਗਦਾ ਵੀ ਹਾਂ ਪੁੱਤ ਤੂੰ ਆਹ ਪੜ੍ਹਨਾ, ਨਾਲ ਨਾਲ ਤੂੰ ਇਹਦੀ ਜਾਣਕਾਰੀ ਲੈਣੀ, ਦਿਮਾਗ ਤੇ ਕਿੱਡਾ ਵਿਸ਼ਾਲ ਹੈ, ਜਾਣਕਾਰੀਆਂ ਹੀ ਹੈ, ਸਾਰੀ ਉਮਰ ਬੰਦਾ ਸਿੱਖਦਾ ਹੀ ਹੈ ਜੀ। ਵੀ ਜੇ ਉਹਨਾਂ ਨੂੰ ਕੋਈ ਵੀ ਲੱਗਦਾ ਵੀ ਇਹਦੀ ਜਾਣਕਾਰੀ ਵੀ ਅਸੀਂ ਨਾਲ ਦੇਣੀ ਚਾਹੁੰਦੇ ਹਾਂ ਜਾਂ ਇਸ ਸ਼ਖਸੀਅਤ ਬਾਰੇ ਵੀ ਅਸੀਂ ਪੜ੍ਹਾਉਣਾ ਚਾਹੁੰਦੇ ਹਾਂ ਜਾਂ ਆਹ ਚੀਜ਼ ਦੱਸਣੀ ਚਾਹੁੰਦੇ ਜਵਾਕਾਂ ਨੂੰ, ਤੇ ਉਹ ਚੀਜ਼ ਐਡ ਕੀਤੀ ਜਾ ਸਕਦੀ ਹੈ, ਬਜਾਏ ਇਹਦੇ ਕਿ ਵਿੱਚੋਂ ਉਹ ਚੀਜ਼ ਆਪਾਂ ਕੱਢ ਦਈਏ ਜਿਹਦੀ ਕੋਈ ਇੰਪੋਰਟੈਂਸ ਹੋਰ ਬਣਦੀ।
ਬਾਕੀ ਚਲੋ ਜੇ ਉਹਨਾਂ ਨੇ ਕਲੈਰੀਫਾਈ ਗੱਲ ਕਰ ਦਿੱਤੀ, ਮੇਰੇ ਖਿਆਲ ਨਾਲ ਅੱਜ ਗੱਲ ਹੋਰ ਕਲੀਅਰ ਹੋ ਜੂਗੀ ਵੀ ਆਹ ਚੀਜ਼ ਇੱਦਾਂ ਸੀ, ਇੱਥੋਂ ਇੱਦਾਂ ਨਹੀਂ ਇੱਦਾਂ ਹੋ ਗਈ ਸੀ। ਪਿਛਲੇ ਦਿਨੀ ਵੀ ਇੱਕ ਚਰਚਾ ਚੱਲੀ ਸੀ ਨਾ, ਜਦੋਂ ਉਹ ਮਾਈਨੋਰਿਟੀਜ਼ ਦੀ ਗੱਲ ਚੱਲਦੀ ਸੀ ਵੀ ਹਾਂਜੀ ਸਿੱਖਾਂ ਨੂੰ ਸ਼ਾਇਦ ਘੱਟ ਗਿਣਤੀ ਦਰਜੇ 'ਚੋਂ ਬਾਹਰ ਕੀਤਾ ਜਾ ਰਿਹਾ, ਫਿਰ ਉਹਨੇ ਨਾਲ ਹੀ ਕਲੀਅਰ ਕਰਤਾ ਸੀ ਵੀ ਇੱਦਾਂ ਦਾ ਕੁਛ ਨਹੀਂ। ਸੋ ਹੋ ਸਕਦਾ ਕਿ ਵੀ ਕਿਸੇ ਵੇਲੇ ਇਹ ਵੀ ਹੁੰਦਾ ਵੀ ਯਾਰ ਕੋਈ ਬੰਦਾ ਸ਼ਰਾਰਤ ਨਾਲ ਵੀ ਕਹਿੰਦਾ ਵੀ ਯਾਰ ਇੱਦਾਂ ਦਾ ਰੌਲਾ ਜਿਹਾ ਪਵਾ ਕੇ ਵੇਖੋ ਭਲਾ ਕੀ ਬਣਦਾ ਹੈ ਨਾ, ਵੀ ਬੁਖਾਰ ਜਿਹਾ ਚੈੱਕ ਕਰਕੇ ਦੇਖੋ। ਉਹ ਬੁਖਾਰ ਚੈੱਕ ਕਰਨ ਵਾਲਾ ਕੰਮ ਤੇ ਰਾਜਨੀਤੀ ਚੱਲਦਾ ਰਹਿੰਦਾ, ਕੋਈ ਕਿਸੇ ਨੂੰ ਕਿਸੇ ਨੂੰ ਚੈੱਕ ਕਰਦਾ ਰਹਿੰਦਾ, ਉਹ ਕੰਮ ਨਾ ਹੋਵੇ। ਬਾਕੀ ਬੁਖਾਰ ਤੇ ਕਹਿੰਦੇ ਹੁਣ ਬਿਜਲੀ ਦੇ ਚੱਕਰ 'ਚ ਚੜ੍ਹ ਸਕਦਾ ਕਈਆਂ ਨੂੰ, ਜਿਹਨਾਂ ਬਿੱਲ ਬੁੱਲ ਨਹੀਂ ਤਾਰਿਆ, ਕਹਿੰਦੇ ਕਨੈਕਸ਼ਨ ਨਵੇਂ ਪਲਾਸ ਲੈ ਦੇਣੇ ਕਹਿੰਦੇ ਬਿਜਲੀ ਮਹਿਕਮੇ ਵਾਲੇ ਨੂੰ, ਵੀ ਜਾਂਦਿਆਂ ਗਾ ਬਸ ਪਹਿਲਾਂ ਹੋਰ ਕੁਝ ਨਹੀਂ ਕਰਨਾ, ਪਹਿਲਾਂ ਪਲਾਸ ਫੇਰਨਾ ਹੀ ਕੇਬਲ ਦੇ। ਸੰਧਾਲੀਆ ਸਾਹਿਬ ਜਦੋਂ ਤਾਂ ਆਮ ਬੰਦੇ ਦੇ ਘਰ ਦਾ ਕਨੈਕਸ਼ਨ, ਉਦੋਂ ਕਹਿੰਦੇ ਕਨੈਕਸ਼ਨ ਕਰਨਾ ਤੇ ਕੁੰਡੀ ਲਾਇਆ ਕੀਤੀ, ਹੁਣ ਸਰ ਕਨੈਕਸ਼ਨ ਜਿਹਾ ਕਰਨਾ, ਹਾਂਜੀ ਕਿੱਧਰ ਨੂੰ ਬਈ ਕਨੈਕਸ਼ਨ ਕਰਨਾ, ਬਿਜਲੀ ਬੋਰਡ ਤੋਂ ਪਾਵਰਕਾਮ ਤੋਂ ਆਏ। ਕਹਿੰਦੇ ਆ 3 ਦਰਜਨ ਥਾਣੇ ਜਾਂ ਚੌਂਕੀਆਂ ਇਦਾਂ ਦੇ ਨੇ ਜਿੱਥੇ ਕਿ ਸਿੱਧੀ ਕੁੰਡੀ ਲਾ ਕੇ ਕੰਮ ਚੱਲਦਾ। ਉਹਦੇ ਵਿੱਚੋਂ ਕਹਿੰਦੇ ਜੀ 13 ਥਾਣਿਆਂ ਦੇ ਕਨੈਕਸ਼ਨ ਕੱਟਣ ਦੇ ਹੁਕਮ ਵੀ ਆ ਗਏ। ਇਹ ਵੀ ਹੁਕਮ ਆ ਗਿਆ ਕਿ ਜਿੱਥੇ ਏਸੀ ਮਨਜ਼ੂਰ ਨਹੀਂ, ਜੇ ਕਿਸੇ ਪੁਲਿਸ ਅਧਿਕਾਰੀ ਨੇ ਕਰਮਚਾਰੀ ਨੇ ਆਪਦੇ ਕਮਰੇ 'ਚ ਰਹਿਸ਼ੀ ਕਮਰੇ ਦੇ ਵਿੱਚ ਥਾਣੇ ਦੇ ਅੰਦਰ ਜਿਹੜਾ ਬਣਿਆ ਜਾਂ ਆਪਣੇ ਦਫ਼ਤਰ ਦੇ ਵਿੱਚ ਗਲਤ ਤਰੀਕੇ ਨਾਲ ਏਸੀ ਲਾਇਆ, ਜੇ ਮਨਜ਼ੂਰ ਹੀ ਨਹੀਂ, ਸਾਰੇ ਪੈਸੇ ਜੁਰਮਾਨੇ ਕਹਿੰਦੇ ਉਹ ਬੰਦਾ ਦਊਗਾ, ਉਹ ਆਫੀਸਰ ਦਊਗਾ, ਥਾਣੇ ਦੇ ਜਾਂ ਸਰਕਾਰ ਦੇ ਸਿਰ ਤੇ ਨਹੀਂ ਪੈਣਗੇ। ਕਈ ਡੇਰੇ ਵੀ ਕਾਬੂ ਆ ਗਏ, ਲੱਖਾਂ ਰੁਪਈਆਂ ਦਾ ਜੁਰਮਾਨਾ ਉਹਨਾਂ ਨੂੰ ਹੋਇਆ। ਕਈ ਜਗ੍ਹਾ ਦੇ ਉੱਤੇ ਉਹ ਕਹਿੰਦੇ ਯਾਰ ਇੱਥੇ ਥੋੜ੍ਹਾ ਐਵੇਂ ਇਹਨਾਂ ਦਾ ਕਨੈਕਸ਼ਨ ਅਸੀਂ ਥੋੜ੍ਹੀ ਕੱਟ ਸਕਦੇ ਹਾਂ, ਕਾਰਵਾਈ ਸਖਤ ਚਾਹੀਦੀ ਹੈ। ਹਾਲਾਂਕਿ ਪੈਸੇ ਤਾਂ ਥਾਣੇ ਦਾ ਬਿੱਲ ਆ ਸਰਕਾਰ ਨੇ ਹੀ ਦੇਣੇ ਆ, ਪਰ ਕਿਤੇ ਨਾ ਕਿਤੇ ਉਹ ਢਾਂਚਾ ਖਰਾਬ ਨਹੀਂ ਹੋਣਾ ਚਾਹੀਦਾ, ਬਿਜਲੀ ਬੋਰਡ ਨੂੰ ਫਿਰ ਘਾਟਾ ਪੈਂਦਾ। ਚਲੋ ਆਸ ਕਰਦੇ ਹਾਂ ਵੀ ਇਹ ਦੇਖੋ ਕਾਰਨ ਆ ਵੀ ਸਿਸਟਮ ਤੇ ਉਹੀ ਆ ਵੀ ਜਿਹੜਾ ਜੇ ਸਹੀ ਚੱਲਦਾ ਰਹੇ ਫਿਰ ਬੜਾ ਵਧੀਆ, ਹਰੇਕ ਨੂੰ ਆਪੋ ਆਪਣੀ ਥਾਂ ਦੇ ਉੱਪਰ ਉਹਨੂੰ ਲੱਗੇ ਵੀ ਮੇਰਾ ਆਹ ਹੱਕ ਆ, ਆਹ ਮੇਰਾ ਫਰਜ਼ ਆ। ਹੁਣ ਮੁਸ਼ਕਲ ਕੀ ਆਉਂਦੀ ਹੈ ਵੀ ਹੱਕ ਵਾਲਾ ਕਹਿੰਦਾ ਵੀ ਮੇਰਾ ਫਲਾਨਾ ਹੱਕ ਮਾਰਿਆ ਗਿਆ, ਉਹਨੂੰ ਨਾਲ ਹੀ ਪੁੱਛਦੇ ਤੇਰਾ ਫਲਾਨਾ ਫਰਜ਼, ਉਹ ਫਿਰ ਮੈਂ ਕਿਉਂ ਨਿਭਾਵਾਂ ਜਦੋਂ ਮੇਰਾ ਹੱਕ ਮਾਰਿਆ, ਉਹ ਲਾਲ ਕੁਕੜੀ ਦੇ ਅੰਡੇ ਵਾਲੀ ਗੱਲ ਆ ਨਾ। ਸੋ ਇਹ ਜਿਹੜਾ ਕੰਮ ਹੋ ਗਿਆ ਵੀ ਹੱਕ ਵਾਲੇ ਪਾਸੇ ਅਗਲਾ ਕਹਿੰਦਾ ਵੀ ਮੇਰਾ ਬਣਦਾ ਹੀ, ਤੇ ਫਰਜ਼ ਵਾਲੇ ਪਾਸੇ ਅਗਲਾ ਕਹਿੰਦਾ ਵੀ ਯਾਰ ਮੈਂ ਨਿਭਾਉਣਾ ਨਹੀਂ ਜਦ ਤੱਕ ਮੇਰਾ ਹੱਕ ਨਹੀਂ ਦਿੰਦੇ ਤੁਸੀਂ। ਇੱਥੇ ਪੇਚ ਨਾ ਫਸਾਇਆ ਜਾਵੇ, ਹੱਕ ਨੂੰ ਹੱਕ ਵਾਲੀ ਥਾਂ ਰੱਖ ਲਿਆ ਜਾਵੇ, ਫਰਜ਼ ਨੂੰ ਫਰਜ਼ ਵਾਲੀ ਥਾਂ ਰੱਖ ਲਿਆ ਜਾਵੇ। ਥਾਣਿਆਂ ਦੀ ਗੱਲ ਚੱਲਦੀ ਆ, ਕਈ ਲੀਡਰ ਹੁਣ ਔਖੇ ਭਾਰੇ ਹੋਣਗੇ, ਸਥਾਨਕ ਲੀਡਰ ਜਿਹੜੇ ਕਹਿੰਦੇ ਸੀ ਸਰਕਾਰ ਬਣ ਗਈ ਆ ਥਾਣਿਆਂ 'ਚ ਬਰਾਬਰ ਕੁਰਸੀ ਡਊ, ਕਿਉਂਕਿ ਭਗਵੰਤ ਮਾਨ ਹੋਰਾਂ ਨੇ ਇੱਕ ਜਗ੍ਹਾ ਸੰਬੋਧਨ ਕਰਦਿਆਂ ਕਹਿਤਾ, ਮੇਰੇ ਖਿਆਲ ਵਕੀਲਾਂ ਨੂੰ ਸੰਬੋਧਨ ਕਰਦੇ ਸੀ ਹਾਈ ਕੋਰਟ ਦੇ ਵਿੱਚ, ਉਹ ਕਹਿੰਦੇ ਜੀ ਹੁਣ ਲੀਡਰ ਦੀ ਨਹੀਂ ਚੱਲੂਗੀ ਥਾਣਿਆਂ ਦੇ ਵਿੱਚ, ਦਖਲਅੰਦਾਜ਼ੀ ਬੰਦ ਕਰਾਂਗੇ ਤੇ ਇਨਸਾਫ ਮਿਲੂਗਾ ਥਾਣੇ 'ਚ। ਜੇ ਕੋਈ ਲੀਡਰ ਕਹੂ ਮੇਰੇ ਕਹੇ ਪਰਚੇ 'ਚ ਨਾ ਪਾਤਾ ਜਾਂ ਕਢਾਤਾ, ਉਹ ਸਿਸਟਮ ਪੰਜਾਬ 'ਚ ਬੰਦ। ਜੇ ਇਦਾਂ ਹੋ ਜਾਵੇ ਸੰਧਾਲੀਆ ਸਾਹਿਬ ਇਨਸਾਫ ਮਿਲਣਾ ਨਹੀਂ ਬੜਾ ਜ਼ਰੂਰੀ ਆ। ਚਲੋ ਅਸੀਂ ਆਸ ਕਰਦੇ ਹਾਂ ਵੀ ਇਹ ਸਾਰਾ ਕੁਝ ਹੋ ਜਾਵੇ ਜੀ। ਬਾਕੀ ਅੱਜ ਦੇ ਦਿਨ ਦੇ ਵਿੱਚ ਮੇਰੇ ਖਿਆਲ ਨਾਲ ਬਹੁਤ ਸਾਰੇ ਰੇੜਕੇ ਨੇ ਜਿਹੜੇ ਰੇੜ ਕੇ ਫਸੇ ਆ ਜੀ, ਤੇ ਆਪਾਂ ਇਹ ਆਸ ਦੁਆ ਕਰਦੇ ਹਾਂ ਵੀ ਉਹ ਰੇੜਕੇ ਜਿਹੜੇ ਕਲੀਅਰ ਹੋ ਜਾਣ, ਕਿਉਂਕਿ ਸਭ ਤੋਂ ਮੁੱਖ ਜਿਹੜਾ ਇਸ ਵਕਤ ਰੱਖਣ ਦੀ ਲੋੜ ਉਹ ਪੰਜਾਬ ਨੂੰ ਰੱਖਣ ਦੀ ਲੋੜ ਆ। ਕਿਉਂਕਿ ਜੇ ਪੰਜਾਬ ਨੂੰ ਆਪਾਂ ਪੈਰਾਂ ਸਿਰ ਕਰ ਲਿਆ ਤੇ ਫਿਰ ਭਾਵੇਂ ਹੁਣ ਵਾਲਿਆਂ ਦੀਆਂ ਪੀੜ੍ਹੀਆਂ, ਜਿਹੜੇ ਵਿਰੋਧੀ ਧਿਰ 'ਚ ਨੇ ਉਹਨਾਂ ਦੀਆਂ ਪੀੜ੍ਹੀਆਂ, ਜਾਂ ਜਿਹੜੇ ਆਉਣਾ ਚਾਹੁੰਦੇ ਨੇ ਰਾਜਨੀਤੀ 'ਚ ਉਹਨਾਂ ਦੀਆਂ ਪੀੜ੍ਹੀਆਂ ਰਾਜ ਕਰਦੀਆਂ ਰਹਿਣ। ਪਰ ਜੇ ਉਹ ਚੀਜ਼ ਹੀ ਨਾ ਬਚੀ ਜਿਹੜੀ ਮੁਰਗੀ ਦੇ ਆਪਾਂ ਸੋਨੇ ਦੇ ਆਂਡੇ ਖਾਣੇ ਆ, ਉਹ ਮੁਰਗੀ ਨੂੰ ਬੁਖਾਰ ਆ ਇਸ ਵੇਲੇ, ਉਹਨੂੰ ਬਚਾਉਣ ਦੀ ਲੋੜ। ਮੈਂ ਤਾਂ ਇਹੀ ਕਹਿਣਾ ਆਉਣ ਵਾਲੀ ਪੀੜ੍ਹੀ ਨੇ ਨਹੀਂ ਤਾਂ ਬਹੁਤ ਚਿੱਕੜ ਸਿੱਟਣਾ ਸਾਡੇ ਤੇ ਕਿ ਤੁਹਾਡੇ ਕੋਲ ਸੋਸ਼ਲ ਮੀਡੀਆ ਸੀ, ਇੰਨਾ ਮੀਡੀਆ ਸੀ, ਸਾਰੀ ਦੁਨੀਆ ਦੀ ਤੁਹਾਡੇ ਕੋਲ ਜਾਣਕਾਰੀ ਸੀ, ਤਾਂ ਤੁਹਾਨੂੰ ਇਹੀ ਨਹੀਂ ਪਤਾ ਲੱਗਾ ਕਿ ਜਿਹੜੀ ਜ਼ਮੀਨ ਦੇ ਉੱਤੇ ਖੜੇ ਹੋ ਪੈਰ ਰੱਖ ਕੇ ਉਹਦੇ ਥੱਲੇੋਂ ਪਾਣੀ ਜਾਈ ਜਾਂਦਾ, ਉਹੀ ਨਾ ਤੁਸੀਂ ਬਚਾ ਸਕੇ, ਹੋਰ ਤੁਸੀਂ ਚੰਦ ਤੇ ਕਿੱਥੇ ਜਾਣਾ ਸੀ। ਚਲੀਏ ਆਪਾਂ ਹੁਣ ਜੀ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ। ਬਹੁਤ ਧੰਨਵਾਦ ਤੁਹਾਡਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।